सतनाम श्री वाहिगुरु जी। दोए कर जोड़ मांगो एक दाना, साहिब तुठै पावा। सास सास नानक आराधे, आठ पहर गुण गावा। तेरे गुण बहुते मैं एक न जानिया, मैं मूर्ख किश दीजै। प्रणवत नानक सुन मेरे साहिबा, डुबदा पत्थर लीजै। सतनाम श्री वाहिगुरु जी। गौड़ी महला पहला। ब्रह्मै गर्भ किया नहीं जानिया, वेद की विपत पड़ी पछतानिया। ब्रह्मै गर्भ किया नहीं जानिया। वाहिगुरु जी का खालसा, वाहिगुरु जी की फतेह। सतगुरु गरीब नवाज, पतित पावन, भगत वशल, कृपा दे खजाने। अकाल पुरख वाहिगुरु जी दे सरगुण स्वरूप, सिख धर्म दे बानी श्री गुरु नानक देव महाराज, दसां सरूपां दे आत्मिक ज्ञान स्वरूप, चवर तखत छत्र दे मालक, शब्द अवतार जुगो जुग टल धन गुरु ग्रंथ साहिब जी दी साजी नवाजी परम सन्मानयोग साध संगत जीओ, जो हजूर दी पावन पवित्र अमृतमयी धुर की बाणी दी लड़ीवार कथा विचार आरंभ हुई है। गुरु कृपा सदका हजूर दे मुबारक बचनां नूं विचारीए ते सुणीए, तां कि हजूर दा परम पवित्र अमृतमयी उपदेश साडे हिरदिਆਂ अंदर निवास करे। ਹੁਣ तक श्री गुरु ग्रंथ साहिब महाराज दे पावन अंग 224 तक कथा विचार हो चुकी है। गौड़ी राग ਵਿੱਚ जो सतगुਰਾਂ ਦੇ ਮੁਖਾਰਬਿੰਦ ਤੋਂ ਉਚਾਰੀਆਂ ਅਸ਼ਟਪਦੀਆਂ ਹਨ, ਇਹਨਾਂ ਦੀ ਵਿਚਾਰ ਚੱਲ ਰਹੀ ਹੈ। ਹੁਣ तक 8 ਅਸ਼ਟਪਦੀਆਂ ਵਿਚਾਰੀਆਂ ਜਾ ਚੁੱਕੀਆਂ ਹਨ। ਇਸ ਤੋਂ ਅੱਗੇ ਜੋ ਸਤਿਗੁਰੂ ਮਹਾਰਾਜ ਉਪਦੇਸ਼ ਦੇ ਰਹੇ ਹਨ, ਵਿਚਾਰੀਏ ਸੁਣੀਏ। ਗੌੜੀ ਮਹੱਲਾ ਪਹਿਲਾ। ਗੌੜੀ ਰਾਗਣੀ ਦੇ ਅੰਦਰ ਗੁਰੂਦੇਵ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਬਚਨ ਫਰਮਾਉਂਦੇ ਨੇ। ਰਹਾਉ ਦੀਆਂ ਪੰਕਤੀਆਂ ਅੰਦਰ ਬਚਨ ਹੈ ਕਿ ਐਸਾ ਗਰਬ ਬੁਰਾ ਸੰਸਾਰ ਹੈ, ਜਿਸ ਗੁਰ ਮਿਲੈ ਤਿਸ ਗਰਬ ਨਿਵਾਰੈ। ਕਿ ਸੰਸਾਰ ਦੇ ਵਿੱਚ ਅਜਿਹਾ ਗਰਭ ਪਸਰਿਆ ਹੋਇਆ ਜੋ ਕਿ ਬਹੁਤ ਬੁਰਾ ਹੈ। ਗਰਭ ਦਾ ਅਰਥ ਹੈ ਹੰਕਾਰ, ਤਕੱਬਰ, ਹਉਮੈ, ਹੰਕਾਰ। ਸੋ ਇਹ ਗਰਭ ਸ਼ਬਦ ਤੋਂ ਬਣਿਆ। ਆਪਣੇ ਆਪ ਨੂੰ ਵੱਡਾ ਸਮਝਣਾ, ਗਰਵਾ ਸਮਝਣਾ, ਮੈਂ ਬਹੁਤ ਵੱਡਾ, ਮੈਂ ਬੜਾ ਮਹਾਨ ਹਾਂ। ਐਸਾ ਗਰਭ ਸਾਰਿਆਂ ਦੇ ਅੰਦਰ ਅਹੰ ਬਿਰਤੀ ਕਰਕੇ ਹੈ। ਆਪਣੀ ਹੋਂਦ ਨੂੰ ਨਿਸ਼ਚੇ ਕੀਤਾ ਹੋਇਆ ਮਨੁੱਖ ਨੇ ਕਿ ਮੈਂ ਬਹੁਤ ਵੱਡਾ ਹਾਂ, ਬਹੁਤ ਮਹਾਨ ਹਾਂ। ਸੋ ਹਜ਼ੂਰ ਕਹਿੰਦੇ ਨੇ ਕਿ ਬਿਨਾਂ ਸਤਿਗੁਰਾਂ ਦੀ ਸ਼ਰਨ ਤੋਂ ਇਹ ਗਰਭ ਹੰਕਾਰ ਦੂਰ ਨਹੀਂ ਹੁੰਦਾ। ਜਿਸ ਨੂੰ ਸਤਿਗੁਰੂ ਮਹਾਰਾਜ ਮਿਲ ਪੈਂਦੇ ਹਨ, ਉਹ ਆਪਣਾ ਗਰਭ ਨੂੰ ਨਿਵਾਰ ਲੈਂਦਾ, ਦੂਰ ਕਰ ਲੈਂਦਾ ਸਤਿਗੁਰਾਂ ਦੀ ਬਖਸ਼ਿਸ਼ ਨਾਲ। ਬਾਕੀ ਵੱਡਿਆਂ ਵੱਡਿਆਂ ਨੂੰ ਇਸ ਗਰਭ ਨੇ, ਹੰਕਾਰ ਨੇ ਬਹੁਤ ਖਰਾਬ ਕੀਤਾ, ਬਹੁਤ ਦੁਖੀ ਕੀਤਾ ਹੈ। ਮੁੱਢ ਤੋਂ ਗਿਣਤੀ ਕਰ ਰਹੇ ਨੇ ਸਤਿਗੁਰੂ ਮਹਾਰਾਜ, ਕਹਿੰਦੇ ਬ੍ਰਹਮੈ ਗਰਭ ਕੀਆ ਨਹੀਂ ਜਾਣਿਆ। ਬ੍ਰਹਮਾ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਪਿਆ ਸੀ ਕਿ ਮੇਰੇ ਕੋਲ ਵੇਦ ਹਨ ਅਤੇ ਇਹਨਾਂ ਵੇਦਾਂ ਦੇ ਅਨੁਸਾਰ ਮੈਂ ਸੰਸਾਰ ਨੂੰ ਚਲਾ ਰਿਹਾ ਹਾਂ। ਸੋ ਇਉਂ ਬ੍ਰਹਮਾ ਜਿਹੜਾ ਸੀ, ਉਸਨੇ ਬ੍ਰਹਮੇ ਨੇ ਗਰਭ ਕੀਤਾ, ਹੰਕਾਰ ਕੀਤਾ, ਨਹੀਂ ਜਾਣਿਆ। ਅਕਾਲ ਪੁਰਖ ਪਰਮਾਤਮਾ ਨੂੰ ਸਭ ਤੋਂ ਵੱਡਾ ਕਰਕੇ, ਸਰਬ ਕਲਾ ਸਮਰੱਥ ਕਰਕੇ ਉਸਨੇ ਨਹੀਂ ਜਾਣਿਆ। ਫਿਰ ਕੀ ਹੋਇਆ, ਇਹਦੇ ਕੋਲ ਇੱਕ ਸੰਖ ਸੀ ਅਤੇ ਉਹਦੇ ਵਿੱਚ ਫੂਕ ਮਾਰਦਾ ਸੀ ਅਤੇ ਉੱਥੋਂ ਵੇਦਾਂ ਦੀਆਂ ਰਚਾਂ ਪ੍ਰਗਟ ਹੁੰਦੀਆਂ ਸੀ। ਸੋ ਉਹ ਜਿਹੜਾ ਸੰਖ ਸੀ, ਸੰਖਾਸੁਰ ਨਾਂ ਦਾ ਇੱਕ ਦੈਂਤ ਸੀ, ਉਹਨੇ ਇਹ ਤੋਂ ਖੋਹ ਲਿਆ ਸੀ। ਸੋ ਜਾਂ ਲੁੱਟ ਲਿਆ ਸੀ, ਚੋਰੀ ਕਰ ਲਿਆ ਸੀ ਅਤੇ ਉਹ ਪਤਾਲ ਚਲਾ ਗਿਆ, ਜਿਹੜਾ ਸੰਖਾਸੁਰ ਨਾਂ ਦਾ ਦੈਂਤ ਸੀ। ਫਿਰ ਬ੍ਰਹਮੇ ਨੇ ਅਰਾਧਨਾ ਕੀਤੀ ਤਾਂ ਫਿਰ ਵਾਹਿਗੁਰੂ ਨੇ ਵਿਸ਼ਨੂੰ ਦੇ ਤਾਈਂ ਕਿਹਾ, ਆਗਿਆ ਕੀਤੀ ਵਿਸ਼ਨੂੰ ਦੇ ਤਾਈਂ। ਅਤੇ ਫਿਰ ਉਸ ਵੇਲੇ ਵਿਸ਼ਨੂੰ ਨੇ ਮੱਛ ਅਵਤਾਰ ਧਾਰਿਆ ਸੀ। ਅਤੇ ਫਿਰ ਜਿਵੇਂ ਕਲਗੀਧਰ ਪਾਤਸ਼ਾਹ ਨੇ ਲਿਖਿਆ ਹੈ, ਸੰਖਾਸੁਰ ਮਾਰੇ ਵੇਦ ਉਧਾਰੇ। ਇਹ ਜਿੱਥੇ ਵੇਦ ਸੀ ਸੰਖ ਦੇ ਵਿੱਚ ਉਹ ਲੈ ਕੇ ਵੜਿਆ ਸੀ ਨਾ ਪਤਾਲ 'ਚ, ਸਮੁੰਦਰ ਦੀ ਹੇਠਲੀ ਤਹਿ 'ਤੇ,
ਉੱਥੇ ਜਾ ਕੇ ਮੱਛ ਅਵਤਾਰ ਧਾਰ ਕੇ ਤੇ ਉਹ ਸੰਖਾਸਰ ਦੈਂਤ ਨੂੰ ਮਾਰ ਕੇ ਫਿਰ ਉਹ ਵੇਦਾਂ ਵਾਲਾ ਜਿਹੜਾ ਸੰਖ ਸੀ ਲਿਆ ਕੇ ਦਿੱਤਾ ਬ੍ਰਹਮਾ ਨੂੰ। ਸੋ ਇਸ ਪ੍ਰਕਾਰ ਹਜ਼ੂਰ ਜ਼ਿਕਰ ਕਰ ਰਹੇ ਨੇ ਵੀ ਪਹਿਲਾਂ ਗਰਭ ਕੀਤਾ ਸੀ, ਪਰਮੇਸ਼ਰ ਨੂੰ ਜਾਣਿਆ ਨਹੀਂ, ਤੇ ਵੇਦ ਕੀ ਬਿਪਤ ਪੜੀ ਪਛਤਾਨਿਆ। ਵੇਦ ਖੁੱਸ ਜਾਣ ਦੀ, ਵੇਦ ਚੋਰੀ ਹੋ ਜਾਣ ਦੀ ਜਿਹੜੀ ਬਿਪਤਾ ਪਈ ਸੀ ਇਸ ਨੂੰ, ਫਿਰ ਬੜਾ ਪਛਤਾਇਆ ਇਹ ਬ੍ਰਹਮਾ। ਤੇ ਜਹ ਪ੍ਰਭ ਸਿਮਰੇ ਤਹੀ ਮਨ ਮਾਨਿਆ। ਜਦੋਂ ਪ੍ਰਭੂ ਪਰਮਾਤਮਾ ਨੂੰ ਸਿਮਰਿਆ ਤੇ ਇਹਦੀ ਸਹਾਇਤਾ ਹੋਈ, ਵੇਦ ਲਿਆ ਕੇ ਵਾਪਸ ਇਹਨੂੰ ਦਿੱਤੇ, ਤਹੀ ਮਨ ਮਾਨਿਆ। ਤਦੋਂ ਹੀ ਇਸ ਦਾ ਮਨ ਫਿਰ ਪਰਮੇਸ਼ਰ ਵਾਸਤੇ ਮੰਨਿਆ ਕਿ ਨਹੀਂ, ਪਰਮਾਤਮਾ ਹੀ ਵੱਡਾ ਹੈ, ਮੇਰੇ ਵਿੱਚ ਕੋਈ ਸਮਰੱਥਾ ਨਹੀਂ, ਜੋ ਕੁਝ ਮੇਰੇ ਪਾਸ ਹੈ ਵਾਹਿਗੁਰੂ ਪਰਮਾਤਮਾ ਦਾ, ਈਸ਼ਵਰ ਦਾ ਦਿੱਤਾ ਹੋਇਆ। ਤੇ ਇੰਜ ਦਾ ਮਨ ਜਿਹੜਾ ਸੀ ਫਿਰ ਪਰਮੇਸ਼ਰ ਬਾਰੇ ਭਤੀਜਿਆ। ਐਸਾ ਗਰਭ ਬੁਰਾ ਸੰਸਾਰ ਹੈ, ਇਸ ਸੰਸਾਰ ਦੇ ਅੰਦਰ ਐਸਾ ਗਰਭ ਤਕੱਬਰ ਹੰਕਾਰ ਜੋ ਚੰਬੜਿਆ ਹੋਇਆ ਸੰਸਾਰ ਦੇ ਜੀਆਂ ਨੂੰ ਬਹੁਤ ਬੁਰਾ ਹੈ। ਜਿਸ ਗੁਰ ਮਿਲੈ ਤਿਸ ਗਰਭ ਨਿਵਾਰੈ। ਜਿਸ ਦੇ ਤਾਈਂ ਪੂਰਾ ਸਤਿਗੁਰੂ ਮਿਲ ਪੈਂਦਾ ਹੈ, ਜਿਸ ਨੂੰ ਗੁਰੂ ਸਾਹਿਬ ਮਿਲ ਪੈਂਦੇ ਹਨ, ਤਿਸ ਗਰਭ ਨਿਵਾਰੈ। ਤਿਸ ਦੇ ਅੰਦਰੋਂ ਪੂਰਾ ਗੁਰੂ ਹੀ ਗਰਭ ਨੂੰ, ਹੰਕਾਰ ਨੂੰ, ਤਕੱਬਰ ਨੂੰ ਨਿਵਾਰ ਦਿੰਦਾ, ਦੂਰ ਕਰ ਦਿੰਦਾ, ਮੇਟ ਦਿੰਦਾ ਹੈ। ਸਤਿਗੁਰਾਂ ਦੇ ਕੋਲ ਜੁਗਤੀ ਹੈ, ਸਤਿਗੁਰੂ ਦੇ ਕੋਲ ਸਮਰੱਥਾ ਹੈ। ਕਰ ਹੁਕਮ ਮਸਤਕ ਹਸਤਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਰਹਾਉ ਬਲ ਰਾਜਾ ਮਾਇਆ ਅਹੰਕਾਰੀ। ਜਿਹੜਾ ਰਾਜਾ ਬਲ ਸੀ ਪ੍ਰਹਿਲਾਦ ਭਗਤ ਦਾ ਪੋਤਰਾ ਹੋਇਆ। ਸੋ ਇਹ ਮਾਇਆ ਬੜੀ ਸੀ ਇਹਦੇ ਕੋਲ, ਤੇ ਇਸ ਮਾਇਆ ਕਰਕੇ ਹੰਕਾਰੀ ਹੋ ਗਿਆ। ਅੰਦਰ ਹੰਕਾਰ ਬੈਠਾ ਹੁੰਦਾ, ਭਾਵੇਂ ਸ਼ੁਭ ਕਰਮ ਵੀ ਕਰਦਾ ਜੀਵ। ਜਗਨ ਕਰੈ ਬਹੁ ਭਾਰ ਅਫਾਰੀ। ਜਗਨ ਬੜੇ ਜੱਗਾਂ ਦੇ ਤਾਈਂ ਕਰਦਾ ਸੀ, ਜਿਹਨੂੰ ਆਪਾਂ ਭੰਡਾਰਾ ਵਰਤਾਉਣਾ ਜਾਂ ਲੰਗਰ ਵਰਤਾਉਣਾ ਕਹਿੰਦੇ। ਲੰਗਰ ਲੱਗਾ ਹੋਇਆ, ਭੰਡਾਰਾ ਵਰਤ ਰਿਹਾ ਹੈ, ਇਸ ਤਰ੍ਹਾਂ ਹੀ ਇਹ ਜੱਗ ਕਰਦਾ ਸੀ। ਤੇ ਬੜੇ ਭਾਰ ਜਿਹੜੇ ਸੀ ਇਹ ਸਮੱਗਰੀਆਂ ਦੇ, ਉਹ ਉਹਨਾਂ ਨੂੰ ਜੱਗ 'ਚ ਪਾ ਕੇ ਲੋਕਾਂ ਤਾਈਂ ਵਰਤਾਉਂਦਾ ਸੀ। ਅਫਾਰੀ ਇੰਝ ਆਫਰ ਗਿਆ, ਹੰਕਾਰ ਦੇ ਸਹਿਤ ਹੋ ਗਿਆ। ਜਾਂ ਭਾਰ ਅਫਾਰੀ, ਅਪਾਰੀ ਤੋਂ ਅਫਾਰੀ ਸ਼ਬਦ ਬਣਿਆ ਦੱਸਦੇ ਨੇ ਵੀ ਬੜੇ ਅਪਾਰ ਭਾਰ, ਬਹੁਤ ਬੇਅੰਤ ਭਾਰ ਜਿਹੜੇ ਸਮੱਗਰੀਆਂ ਦੇ ਸੀ, ਉਹ ਇਹਨੇ ਜੱਗ 'ਚ ਪਾ ਪਾ ਕੇ ਦਾਨ ਕੀਤਾ ਬਹੁਤ। ਬਿਨ ਗੁਰ ਪੂਛੇ ਜਾਏ ਪਿਆਰੀ। ਸੋ ਉਸ ਵੇਲੇ ਜਿਹੜਾ ਵਿਸ਼ਨੂੰ ਜੀ ਸੀ, ਤੇ ਵਿਸ਼ਨੂੰ ਉਸ ਵੇਲੇ ਕਹਿੰਦੇ ਇਹ ਜ਼ਿਆਦਾ ਜੱਗ ਕਰਨ ਕਰਕੇ ਰਾਜੇ ਇੰਦਰ ਦੇ ਦਰਬਾਰ 'ਚ ਫਿਕਰ ਪੈ ਗਿਆ ਵੀ ਇਹ ਅੰਦਰ ਪਦਵੀ ਖੋਲ੍ਹੇਗਾ ਰਾਜਾ, ਜਿਹੜਾ ਬਲ ਰਾਜਾ, ਜਿਹੜਾ ਸੁਰਗ ਦਾ ਰਾਜਾ ਇੰਦਰ ਸੀ, ਉਹਨੂੰ ਇਹ ਬਹੁਤ ਚਿੰਤਾ ਫੁਰੀ। ਤਾਂ ਉਸ ਨੇ ਫਿਰ ਵਿਸ਼ਨੂੰ ਜੀ ਨੂੰ ਬੇਨਤੀ ਕੀਤੀ, ਤਾਂ ਵਿਸ਼ਨੂੰ ਜੀ ਫਿਰ ਆਏ ਮਾਤ ਲੋਕ ਤੇ ਬਾਵਨ ਰੂਪ ਧਾਰਨ ਕਰ ਲਿਆ। ਸੋ ਇਸ ਪ੍ਰਕਾਰ ਜਦੋਂ ਬਾਵਨ ਰੂਪ ਧਾਰਿਆ ਤਾਂ ਇਹਦਾ ਜਿਹੜਾ ਗੁਰੂ ਸੀ ਰਾਜੇ ਬਲ ਦਾ, ਸ਼ੁਕਰਚਾਰੀਆ ਜਾਂ ਸ਼ੁਕਰ ਕਹਿੰਦੇ ਨੇ, ਉਸਨੇ ਕਿਹਾ ਸੀ ਵੀ ਤੂੰ ਇਸ ਦਾ ਇੰਨਾ ਸਤਿਕਾਰ ਨਾ ਕਰ, ਇਹ ਵਿਸ਼ਨੂੰ ਹੈ, ਤੇਰੇ ਨਾਲ ਛਲ ਹੋਣ ਲੱਗਾ। ਪਰ ਜਿਹੜਾ ਸੀ ਇਹ ਰਾਜਾ ਬਲ, ਇਹਨੇ ਆਪਣੇ ਗੁਰੂ ਸ਼ੁਕਰ ਦਾ ਵਚਨ ਨਾ ਮੰਨਿਆ, ਤਾਂ ਇਸ ਨੇ ਚੰਦਨ ਦੀ ਚੌਂਕੀ 'ਤੇ ਬਿਠਾਇਆ। ਬੌਣਾ ਜਿਹਾ ਕੱਦ ਸੀ ਤੇ ਚਾਰੇ ਵੇਦ ਮੁਖ ਤੋਂ ਜ਼ਬਾਨੀ ਉਚਾਰਨ ਕਰਦਾ ਸੀ। ਤੇ ਉਸ ਵੇਲੇ ਦਾ ਸਤਿਕਾਰ ਇਹਨਾਂ ਕੀਤਾ। ਫਿਰ ਕਿਹਾ ਵੀ ਦਸ਼ਣਾ ਦੱਸੋ ਕੀ ਦਾਨ ਦਈਏ। ਕਹਿਣ ਲੱਗਾ 2.5 ਕਰਮਾ ਧਰਤੀ ਚਾਹੀਦੀ ਹੈ, ਤੇਰੇ ਦਰਵਾਜ਼ੇ ਕੇ ਕੁਟੀਆ ਬਣਾ ਕੇ ਤੇਰਾ ਜਸ ਗਾਉਣਾ ਚਾਹੁੰਦਾ। ਤਾਂ ਉਸ ਵੇਲੇ ਇਹਨੂੰ ਪਤਾ ਨਹੀਂ ਸੀ ਕਿ ਮੇਰੇ ਨਾਲ ਛਲ ਹੋ ਰਿਹਾ ਹੈ। ਕਹਿਣ ਲੱਗਾ ਜੀ 2.5 ਕਰਮਾ ਧਰਤੀ ਕਿਹੜੀ ਵੱਡੀ ਗੱਲ ਹੈ। ਫਿਰ ਉਹ ਏਡਾ ਰੂਪ ਵਧਾਇਆ ਉਸ ਨੇ ਬਾਵਨ ਨੇ ਕਿ 2 ਕਰਮਾਂ ਦੇ ਵਿੱਚ ਹੀ 3 ਲੋਕ ਮਾਪ ਲਏ। ਤੇ ਫਿਰ ਅੱਧੀ ਕਰਮ ਕਹਿਣ ਲੱਗਾ ਜੀ ਮੈਂ ਸਰੀਰ ਵੀ ਦਾਨ ਕਰਨ ਨੂੰ ਤਿਆਰ ਹਾਂ। ਫਿਰ ਲੰਮਾ ਪੈ ਗਿਆ, ਇਹਦੀ ਛਾਤੀ 'ਤੇ ਪੈਰ ਰੱਖਿਆ ਸੀ ਤੇ ਇਹਨੂੰ ਪਤਾਲ 'ਚ ਲੈ ਗਏ ਵਿਸ਼ਨੂੰ ਜੀ। ਤੇ ਆਪ ਫਿਰ ਇਹਦੇ ਕਹੇ ਤੇ ਇਹਦੇ ਭਗਤੀ ਭਾਵਨਾ ਕਰਕੇ ਦਰਵਾਜ਼ੇ 'ਤੇ ਪਹਿਰੇਦਾਰ ਬਣ ਕੇ ਵਿਸ਼ਨੂੰ ਜੀ ਕਹਿੰਦੇ ਖੜੇ ਆ। ਇਸ ਪ੍ਰਕਾਰ ਗੁਰੂ ਮਹਾਰਾਜ ਅਨੇਕਾਂ ਦਾ ਜ਼ਿਕਰ ਕਰ ਰਹੇ ਨੇ, ਇਸ ਕਰਕੇ ਸੰਖੇਪ 'ਚ ਬੇਨਤੀ ਕਰ ਰਹੇ ਹਾਂ। ਬਿਨ ਗੁਰ ਪੁੱਛੇ ਜਾਏ ਪਿਆਰੀ। ਬਿਨਾਂ ਗੁਰੂ ਦੇ ਪੁੱਛਣ ਤੋਂ, ਗੁਰੂ ਦੇ ਆਖੇ ਲੱਗਣ ਤੋਂ, ਉਸ ਦੀ ਪੁੱਛ ਕੇ ਆਗਿਆ ਮੰਨ ਕੇ ਉਹਦੇ ਅਨੁਸਾਰ ਚੱਲਦਾ ਤੇ ਫਿਰ ਇੰਜ ਨਾ ਹੁੰਦਾ। ਸੋ ਇਸ ਪ੍ਰਕਾਰ ਪਿਆਰੀ ਪਤਾਲ ਦੇ ਵਿੱਚ ਜਾਣਾ ਪੈ ਗਿਆ ਰਾਜੇ ਬਲ ਨੂੰ। ਹਰੀ ਚੰਦ ਦਾਨ ਕਰੈ ਜਸ ਲੇਵੈ। ਤ੍ਰਿਸ਼ੰਕੂ ਰਾਜੇ ਦਾ ਪੁੱਤ ਸੀ ਜਿਹੜਾ ਹਰੀ ਚੰਦ ਸੀ, ਇਹ ਵੀ ਬੜਾ ਦਾਨ ਕਰਦਾ ਸੀ ਤੇ ਦੁਨੀਆ ਤੋਂ ਬੜਾ ਜਸ ਪ੍ਰਾਪਤ ਕਰਦਾ ਪਿਆ ਸੀ। ਪਰ ਬਿਨ ਗੁਰ ਅੰਤ ਨਾ ਪਾਏ ਅਭੇਵੈ। ਸੋ ਇਹ ਵਸ਼ਿਸ਼ਟ ਜੀ ਦਾ ਚੇਲਾ ਸੀ ਜਿਹੜਾ ਹਰੀ ਚੰਦ ਸੀ। ਤੇ ਵਸ਼ਿਸ਼ਟ ਤੇ ਵਿਸ਼ਵਾਮਿੱਤਰ ਦੀ ਆਪਸ ਵਿੱਚ ਅਣਬਣ ਸੀ, ਤੇ ਕਿਉਂਕਿ ਉਹ ਬ੍ਰਹਮ ਰਿਸ਼ੀ ਨਹੀਂ ਸੀ ਉਸਨੂੰ ਕਹਿੰਦਾ। ਤੇ ਇਸ ਪ੍ਰਕਾਰ ਫਿਰ ਵਿਸ਼ਵਾਮਿੱਤਰ ਨੇ ਇਹਦੀ ਪ੍ਰੀਖਿਆ ਲੈਣਿਆ ਕੀਤੀ, ਜਿਹੜਾ ਹਰੀ ਚੰਦ ਰਾਜਾ ਸੀ। ਤੇ ਇਸ ਤਰ੍ਹਾਂ
हरिचंद का बाग पट्टन लग पिया सूर बन के। ये मगर दौड़िया, बंदे भजाए, पिछे आप भी गया उस सूर का शिकार करने। उस सूर तो लोप हो गया तो अगे ऋषि बन के बैठा होया सी जिहड़ा सी विश्वामित्र। तो इस प्रकार फिर ये कोलों ब्राह्मण बन के, पांधा बन के ते ने दान दक्षिणा लई। ये सारा कुछ इहदा जिहड़ा सी चलिया गया। ये 21 भार सोने दे दान करदा सी रोज़। तो फिर सारा कुछ मुक गया तो फिर आप भी इसनूं उन्हें वेचिया सी। एक जिहड़े मड़ियां दे विच बंदे हुंदे आ मुरदे फूकण वाले, उत्थे इहनूं कर्मचारी बन के ते एक जिहड़ा ठेकेदार सी उहदे अगे इहनूं वेचिया सी। ते उत्थे कर्मचारी बन के 100 रुपया लै के मुरदियां दा ये अंतिम संस्कार करिया करदा सी। ते इहदी राणी जिहड़ी सी, तिहदा पुत्र सी रूईदास, राणी तारा, उन्हां नूं भी ब्राह्मण दे घर वेचिया सी। इदां बड़ी वड्डी परीक्षा कीती सी विश्वामित्र ने। तो उस वेले राणी का जिहड़ा पुੱਤ सी इस राजे हरिचंद का पुੱਤ रूईदास, उन्होंने तक्षक नाग लड़िया तो मर गया। वो मुरदा चुक के लियाई सी शमशान भूमिका च। तो ये उन्होंने फूकण नहीं सी दिंदा, कहंदा 100 रुपया दे तां ही मुरदा फूकिया जा सकदा, भावें पता सी कि मेरा ही पुੱਤ है। तो उस वेले फिर इनू फल दिता भी चल तैनूं स्वर्ग विच लै चलीए, तू सच्चा ही दानी है। ਉਹ दान तो सी पर वाहिगुरू का सिमरन नहीं सी। तो इस प्रकार फिर जिस वेले हरिचंद चलिया सुरग नूं, कहण लगा सारी नगरी ले आनी चाहुंदा, कहंदे सारी नगरी लै जा। फिर कहंदे एक खोता हिणक पिया। इन्हें कहा भी वेखो हरिचंद दे खोते भी जिहड़े गधे वो भी चले स्वर्ग नूं, रस्ते जांदियां खोता हिणक पिया। तो इस कारण करके कहंदे हरिचंद की नगरी जिहड़ी है समान च ही खड़ी, अगे नहीं जा सकी। सो इस प्रकार हजूर इत्थे जिक्र कर रहे हैं, बिरगुण अंत ना पाए अभेव है। जिहड़ा परमात्मा उहदा भेद नहीं पाया जाता, उस अभेद परमात्मा का अंत नहीं पा सकता बिना गुरु तो, उहदी महिमा का अंत नहीं कोई पा सकता है। आप भुलाए आपे मत देवै। जिहड़ा हंकारी हो जाता परमेश्वर आप उसनूं भुला दिंदा है। तो जदों वो निमरता जा जाता, शरण ग्रहण करता वाहिगुरू दी, फिर आप ही वाहिगुरू उसनूं चंगी मत दे दिंदा, उधार भी कर दिंदा है। इस तरह दुरमत हरणाखस दुराचारी, भावें हिरण कश्यप होर कई नाम लिखे हैं, पर श्री गुरु ग्रंथ साहिब महाराज की पावन बाणी च हरणाक्षी नाम आया। प्रहलाद का जिहड़ा पिता सी, इहदा नाम हरणाक्षी आया। और इसे प्रकार दसम पातशाह ने हरणाक्षी किया है। सो इयों महाराज कहंदे ने दुरमत खोटी मत होण करके जिहड़ा हरणाक्ष सी प्रहलाद का पिता, ये दुराचारी बने। दुराचारी का मतलब ये आचार चंगे नहीं सी, दुर सन, भैड़े सन। अपना ही नाम जपाउंदा सी, हंकार बड़ा करदा सी। जले हरणाक्ष, थले हरणाक्ष, इबै हरणाक्ष, उबै हरणाक्ष, यूँ दुनिया इस तो डरदी हुई थर थर कंबदी इहदा ही नाम सारे जपी जांदे सी। तो फिर भाई गुरदास ने जिवें कहा है, घर हरणाक्ष दैन दे कलर कवल भगत प्रहलाद, पढ़न पठाया चाट साल पांधे चित होआ अहलाद। पांधा बड़ा खुश है भी मैं इस राजे के पुੱਤ नूं पढ़ावांगा, बड़ा नाम मिलेगा। तो उस वेले सिमरै मन विच राम नाम गावै शब्द अनाहद नाद, भगत करन सब चाटड़े पांधे होए रहे बिस्माद। राजे पासरू आया दुखी दैंत वधाया वाद, जल अग्नि विच घत्या जलन डूबै गुर प्रसाद। कढ खड़ग सद पुछया कौन सो तेरा है उस्ताद, थम पड़ प्रगटिया नरसिंह रूप अनूप अनाद। जय जयकार करन ब्रह्माद। इउं भाई गुरदास ने लिखिया। और श्री गुरु ग्रंथ साहिब महाराज के पावन स्वरूप अंदर भी तीजे पातशाह के शब्दों च बहुत वारी प्रहलाद का जिक्र बचन आए हैं। सो इस प्रकार इत्थे भी सतगुरु महाराज बचन कर रहे हैं कि प्रभ नारायण गर्भ पर हारी। नारायण जिस परमात्मा के स्वरूप विच अविद्या रूपी रायण रात नहीं है, तो नार पानिया विच भी जिसका आयन घर है, नार नाम पानी का भी है। प्रभु जो रक्षक स्वरूप है, प्रभ जो मालिक है सारी सृष्टि का, नारायण अकाल पुरख, वो गर्भ पर हारी। उहदे कोल बड़े तरीके हैं गर्भ हंकार नूं नाश करन दे, पर हरना नाश करना। परमात्मा हंकार का नाश करता है, तो उसदे कोल बड़ियां जुगतियां हैं। इस हरणाक्ष के घर विच इहदा पुत्र प्रहलाद पैदा करता, जो वाहिगुरू का भगत सी और वो निश्चय वाला सी, ते उहदे अधीन नहीं सी होया। ते उहनूं पानी च डोबण का यतन किया गया, सप्पां दे डंग मराउण का यतन किया गया, अग च पा के साड़न का यतन किया गया। फिर जो अत करती इसने, तो इन्हें वर लए हुए सी हरणाक्ष ने 8,
ਨਾ ਦਿਨੇ ਮਰਾਂ ਨਾ ਰਾਤ ਮਰਾਂ, ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਧਰਤੀ ਤੇ ਨਾ ਅਸਮਾਨ ਤੇ ਮਰਾਂ, ਨਾ 84 ਲੱਖ ਜੂਨ ਵਿੱਚੋਂ ਕੋਈ ਮਾਰ ਸਕੇ ਤੇ ਨਾ ਕਿਸੇ ਹਥਿਆਰ ਨਾਲ ਮਰਾਂ। ਤਾਂ ਇਸ ਕਰਕੇ ਵਾਹਿਗੁਰੂ ਨੇ ਜਦੋਂ ਸੰਧਿਆ ਦਾ ਸਮਾਂ ਸੀ ਨਾ, ਜਦੋਂ ਸੂਰਜ ਡੁੱਬ ਚੁੱਕਾ ਸੀ ਤੇ ਹਨੇਰਾ ਨਹੀਂ ਸੀ ਪਸਰਿਆ, ਉਸ ਵੇਲੇ ਪ੍ਰਗਟ ਹੋ ਕੇ ਤੇ ਇਹਨੂੰ ਪਕੜ ਲਿਆ ਤੇ ਇੱਕ ਲੱਤ ਮਹਿਲ ਦੇ ਅੰਦਰ ਰੱਖ ਲਈ, ਇੱਕ ਬਾਹਰ ਰੱਖ ਲਈ, ਤਾਂ ਉੱਤੇ ਪੱਟਾਂ ਤੇ ਬਿਠਾ ਲਿਆ। ਕਹਿੰਦੇ ਹਰਨਾਕਸ਼ ਦੱਸ ਦਿਨ ਹੈ ਕਿ ਰਾਤ? ਕਹਿੰਦਾ ਜੀ ਨਾ ਦਿਨ ਤੇ ਨਾ ਰਾਤ। ਕਹਿੰਦੇ ਦੱਸ ਧਰਤੀ ਉੱਪਰ ਕੇ ਅਸਮਾਨ ਤੇ? ਕਹਿਣ ਲੱਗਾ ਜੀ ਨਾ ਧਰਤੀ ਤੇ ਨਾ ਅਸਮਾਨ ਤੇ। ਕਹਿੰਦਾ ਅੰਦਰ ਕੇ ਬਾਹਰ? ਕਹਿਣ ਲੱਗਾ ਨਾ ਅੰਦਰ ਤੇ ਨਾ ਬਾਹਰ। ਕਹਿਣ ਲੱਗੇ ਵੇਖ 84 ਲੱਖ ਜੂਨ ਵਿੱਚੋਂ ਤਾਂ ਮੈਂ ਨਹੀਂ? ਕਹਿਣ ਲੱਗਾ ਜੀ ਨਹੀਂ। ਕਹਿੰਦੇ ਵੇਖ ਮੇਰੇ ਹੱਥਾਂ 'ਚ ਕੋਈ ਸ਼ਸਤਰ ਤਾਂ ਨਹੀਂ? ਕਹਿੰਦਾ ਜੀ ਨਹੀਂ। ਕਹਿੰਦੇ 8 ਵਾਰ ਲਏ ਸੀ ਨਾ, ਇਹ 8 ਵਾਰ ਤੇਰੇ ਪੂਰੇ ਕਰ ਦਿੱਤੇ ਆ ਤੇ ਹੁਣ ਤੇਰਾ ਖਾਤਮਾ ਕਰਨ ਲੱਗੇ ਆ। ਫਿਰ ਹਜ਼ੂਰ ਨੇ ਲਿਖਿਆ ਹਰਨਾਕਸ਼ ਨਖੀ ਬਿਦਾਰਿਆ ਪ੍ਰਹਿਲਾਦ ਲਿਆ ਉਬਾਰ। ਹਰਨਾਕਸ਼ ਨੂੰ ਨਖਾਂ ਨਹੁੰਆਂ ਦੇ ਨਾਲ ਚੀਰ ਕੇ ਮਾਰਿਆ ਸੀ ਨਰਸਿੰਘ ਰੂਪ ਹੋ ਕੇ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਪ੍ਰਹਿਲਾਦ ਉਧਾਰੇ ਕਿਰਪਾ ਧਾਰੀ। ਪ੍ਰਹਿਲਾਦ ਭਗਤ ਤੇ ਕਿਰਪਾ ਕੀਤੀ ਔਰ ਉਹਦਾ ਉਧਾਰ ਕੀਤਾ, ਇਹਦੇ ਤੋਂ ਬਚਾਇਆ ਵੀ ਸਰੀਰਕ ਤੌਰ ਤੇ ਔਰ ਕਲਿਆਣ ਵੀ ਕੀਤੀ ਤੇ ਹਰਨਾਕਸ਼ ਦਾ ਗਰਭ ਜਿਹੜਾ ਸੀ ਹੰਕਾਰ ਨਾਸ ਕੀਤਾ। ਭੂਲੋ ਰਾਵਣ ਮੁਗਧ ਅਚੇਤ। ਜਿਹੜਾ ਰਾਵਣ ਸੀ ਬੜਾ ਵਿਦਵਾਨ ਸੀ, ਕਹਿੰਦੇ 4 ਵੇਦਾਂ ਦਾ ਗਿਆਤਾ ਸੀ, ਸੋਨੇ ਦੀ ਲੰਕਾ ਸੀ ਇਸ ਦੀ, ਪਰ ਇਹ ਵੀ ਹੰਕਾਰ 'ਚ ਆ ਗਿਆ ਸੀ। ਵੈਸੇ ਸ਼ਿਵ ਜੀ ਨੂੰ ਆਪਣਾ ਇਸ਼ਟ ਮੰਨਦਾ ਸੀ। ਭੂਲੋ ਰਾਵਣ ਮੁਗਧ ਅਚੇਤ, ਆਪਣੇ ਇਸ਼ਟ ਦਾ ਉਪਦੇਸ਼ ਭੁੱਲ ਗਿਆ ਸੀ, ਅਸਲੀ ਮਾਰਗ ਤੋਂ ਪਰਮੇਸ਼ਰ ਦੀ ਭਗਤੀ ਭਾਵਨਾ ਦੇ ਮਾਰਗ ਤੋਂ ਭੁੱਲ ਗਿਆ ਰਾਵਣ ਤੇ ਮੁਗਧ ਮੂਰਖ ਤੇ ਅਚੇਤ ਬੇਸਮਝ ਬਣ ਗਿਆ। ਮੂਰਖ ਬਣ ਕੇ ਅਚੇਤ ਬੇਸਮਝੀ ਕਰਕੇ ਇਹ ਭੁੱਲ ਗਿਆ ਸੀ ਵਾਹਿਗੁਰੂ ਨੂੰ। ਫਿਰ ਲੂਟੀ ਲੰਕਾ ਸੀਸ ਸਮੇਤ, ਇਹਦੇ 10 ਸਿਰ ਵੀ ਮੰਨੇ ਨੇ ਵੀ ਸਿਰ ਵੱਢ ਕੇ ਸ਼ਿਵ ਦੇ ਅੱਗੇ ਰੱਖਦਾ ਸੀ, ਭੇਟਾ ਕਰਦਾ ਖੁਸ਼ ਕਰਨ ਲਈ, ਵਰ ਲੈਣ ਲਈ, ਤੇ ਫਿਰ ਸ਼ਿਵ ਨੂੰ ਦੁਬਾਰਾ ਸਿਰ ਦੇ ਦਿੰਦੇ ਸੀ, ਦੁਬਾਰਾ ਇੰਝ 10 ਸਿਰ ਇਹਨੇ ਭੇਟਾ ਕੀਤੇ। ਕਈ ਵਿਦਵਾਨਾਂ ਲਿਖਿਆ ਵੀ 10 ਬੰਦਿਆਂ ਵਰਗਾ ਦਿਮਾਗ ਸੀ ਇਹਦਾ, ਤਾਂ ਕਰਕੇ ਇਹਨੂੰ ਦਹਿਸਰ ਕਿਹਾ ਜਾਂਦਾ, 10 ਸਿਰਾਂ ਵਾਲਾ। ਸੋ 10 ਸਿਰਾਂ ਸਮੇਤ ਹੀ ਸੋ ਇਹ ਸਭ ਕੁਝ ਚਲਾ ਗਿਆ। ਲੂਟੀ ਲੰਕਾ, ਰਾਮ ਚੰਦਰ ਜਦੋਂ ਗਏ ਸੀ ਸੀਤਾ ਨੂੰ ਛਡਾਉਣ ਵਾਸਤੇ, ਉਸ ਵੇਲੇ ਬਾਂਦਰਾਂ ਦੀ ਸੈਨਾ ਨਾਲ ਸੀ ਤੇ ਇਸ ਤਰ੍ਹਾਂ ਇਹਦੀ ਲੰਕਾ ਲੁੱਟੀ ਸੀ ਤੇ ਇਸ ਤਰ੍ਹਾਂ ਇਹਦੇ 10 ਦੇ 10 ਸਿਰ ਜਾਂ 10 ਸਿਰਾਂ ਵਰਗਾ ਦਿਮਾਗਾਂ ਵਰਗਾ ਦਾ ਜਿਹੜਾ ਸਿਰ ਸੀ ਉਹਦੇ ਸਮੇਤ ਹੀ ਸਭ ਕੁਝ ਇਹਨੇ ਬਰਬਾਦ ਕਰ ਲਿਆ, ਗਵਾ ਲਿਆ ਇਸ ਹੰਕਾਰ ਕਰਕੇ। ਗਰਭ ਗਿਆ ਬਿਨ ਸਤਿਗੁਰ ਹੇਤ। ਸਤਿਗੁਰੂ ਦੇ ਨਾਲ ਹੇਤ ਪ੍ਰੇਮ ਕਰਨ ਤੋਂ ਬਗੈਰ, ਸੱਚੇ ਗੁਰੂ ਭਗਤਾਂ ਮਹਾਂਪੁਰਸ਼ਾਂ ਰੱਬ ਦੇ ਪਿਆਰਿਆਂ ਨਾਲ, ਰੱਬ ਵਿੱਚ ਭੇਦ ਪੁਰਖਾਂ ਨਾਲ ਹੇਤ ਪ੍ਰੇਮ ਕਰਨ ਤੋਂ ਬਗੈਰ, ਜਾਂ ਸਤਿਗੁਰੂ ਪਰਮੇਸ਼ਰ ਨੂੰ ਕਿਹਾ ਹੈ ਕਿ ਅਕਾਲ ਪੁਰਖ ਰੂਪ ਸਤਿਗੁਰੂ ਦੇ ਨਾਲ ਹੇਤ ਪ੍ਰੇਮ ਕਰਨ ਤੋਂ ਬਗੈਰ ਜਿਹੜਾ ਗਰਭ ਇਹਦੇ ਅੰਦਰ ਪੈਦਾ ਹੋਇਆ ਉਸ ਕਰਕੇ ਗਿਆ, ਭਾਵ ਨਾਸ ਹੋ ਗਿਆ। ਹਰਨਾਕਸ਼ ਕੁਛ ਨਹੀਂ ਪੱਲੇ ਪਿਆ ਇਸ ਦੇ। ਸਹਿਸ ਬਾਹ ਮਦ ਕੀਟ ਮਹਿ ਖਾਸਾ। ਸਹਿਸ ਬਾਹ ਦਾ ਅਰਥ ਹੈ ਸਹੰਸਰ ਬਾਹੂ ਰਾਜਾ। ਇਹ ਜਮਦਗਨੀ ਰਿਸ਼ੀ ਦਾ ਸਾਂਢੂ ਸੀ। ਪੁਰਾਣੇ ਸਮਿਆਂ 'ਚ ਕਈ ਰਿਸ਼ੀ ਜਿਹੜੇ ਸੀ ਉਹ ਰਾਜਿਆਂ ਦੇ ਦਰਵਾਜ਼ਿਆਂ 'ਤੇ ਬਹਿ ਜਾਂਦੇ ਸੀ ਜਾ ਕੇ ਚੌਂਕੜਾ ਮਾਰ ਕੇ, ਭਈ ਮੈਨੂੰ ਪਰਮੇਸ਼ਰ ਦੀ ਆਗਿਆ ਹੋਈ ਹੈ ਸੰਤਾਨ ਪੈਦਾ ਕਰਨ ਲਈ, ਆਪਣੀ ਲੜਕੀ ਦਾ ਰਿਸ਼ਤਾ ਮੇਰੇ ਨਾਲ ਕਰੋ। ਇਸ ਤਰ੍ਹਾਂ ਫਿਰ ਰਿਸ਼ਤਾ ਕਰ ਦਿੰਦੇ ਸੀ ਰਾਜੇ ਸ਼ਰਾਬ ਤੋਂ ਡਰਦੇ ਹੋਏ। ਇੱਕ ਜਿਹੜੀ ਲੜਕੀ ਸੀ ਉਸ ਰਾਜੇ ਦੀ, ਉਹ ਤਾਂ ਵਿਆਹੀ ਸੀ ਸਹੰਸਰ ਬਾਹੂ ਨਾਲ। ਜਿਹੜੀ ਦੂਸਰੀ ਲੜਕੀ ਸੀ ਉਹ ਵਿਆਹੀ ਜਮਦਗਨੀ ਰਿਸ਼ੀ ਦੇ ਨਾਲ। ਅਤੇ ਇੱਕ ਵਾਰੀ ਸਹੰਸਰ ਬਾਹੂ ਕਿਤੇ ਫੌਜਾਂ ਲੈ ਕੇ ਨੇੜੇ ਉਤਰਿਆ ਹੋਇਆ ਸੀ ਅਤੇ ਜਿਹੜੀ ਜਮਦਗਨੀ ਰਿਸ਼ੀ ਦੀ ਘਰ ਵਾਲੀ ਸੀ, ਰੇਣਕਾ ਸੀ ਨਾਂ ਉਹਦਾ, ਉਹਨੇ ਕਿਹਾ ਵੀ ਮੈਂ ਆਪਣੀ ਭੈਣ ਭਣੋਈ ਨੂੰ ਮਿਲਣ ਵਾਸਤੇ ਜਾਣਾ। ਉਹਨਾਂ ਕਿਹਾ ਸੀ ਰਿਸ਼ੀ ਜੀ ਨੇ ਵੀ ਰਾਜਿਆਂ ਮਹਾਰਾਜਿਆਂ ਨਾਲ ਮਿਲਾਪ ਨਹੀਂ ਬਹੁਤਾ ਰੱਖੀਦਾ, ਕੀ ਲੈਣਾ ਮਿਲ ਕੇ। ਪਰ ਉਹਨੇ ਹੱਠ ਕੀਤਾ, ਤਰੀਆ ਹੱਠ ਬੜਾ ਜ਼ਬਰਦਸਤ ਹੁੰਦਾ। ਆਗਿਆ ਦੇ ਦਿੱਤੀ। ਉੱਥੇ ਜਦੋਂ ਮਿਲੇ ਅਤੇ ਉਹ ਰਾਜੇ ਨੇ ਟਾਂਚ ਕਰਤੀ ਵੀ ਇਹਨਾਂ ਕਿਹੜਾ ਸਾਨੂੰ ਨਿਉਂਦਾ ਦੇਣ ਆਈ ਹੈ, ਸਾਨੂੰ ਨਿਉਂਦਾ ਦੇਣਾ, ਕੁਝ ਖਵਾਉਣਾ ਪਿਆਉਣਾ। ਤਾਂ ਇਹ ਵਾਪਸ ਆ ਗਈ, ਆਪਣੇ ਪਤੀ ਨਾਲ ਜਿੱਦ ਕਰਨ ਲੱਗੀ ਵੀ ਉਹਨਾਂ ਨੂੰ ਨਿਉਂਦਾ ਦੇ, ਸੱਦ ਇੱਥੇ ਘਰ 'ਤੇ, ਕੁਝ ਨਾ ਕੁਝ ਖਵਾਓ, ਉਹਨਾਂ ਨੂੰ ਤਸੱਲੀ ਕਰਾਓ, ਇੰਨੀ ਤੁਸੀਂ ਸ਼ਕਤੀ ਰੱਖਦੇ ਹੋ, ਕੋਲ ਰਿਸ਼ੀ ਹੋ ਤੁਸੀਂ, ਮਹਾਤਮਾ ਹੋ। ਤਾਂ ਫਿਰ ਇਹਨੇ ਆਗਿਆ ਦੇ ਦਿੱਤੀ ਵੀ ਜਾਓ ਸੱਦ ਲਿਆਓ। ਨਿਉਂਦਾ ਦੇ ਦਿੱਤਾ, ਉਹ ਆ ਗਏ ਅਤੇ ਫਿਰ ਜਿਹੋ ਜਿਹੀ ਇੱਛਾ ਸੀ ਸਾਰੀ ਫੌਜ ਦੀ, ਉਹੋ ਜਿਹੇ ਖਾਣੇ ਪਰੋਸੇ ਗਏ, ਇੱਛਾ ਦੇ ਮੁਤਾਬਕ ਬੇਅੰਤ ਭੰਡਾਰੇ ਵਰਤੇ। ਤਾਂ ਇਹ ਸਹੰਸਰ ਬਾਹੂ ਨੇ ਪੁੱਛ ਲਿਆ ਜਮਦਗਨੀ ਨੂੰ ਵੀ ਛਕਾਉਂਦਾ ਕਿੱਥੋਂ ਹੈ, ਤੂੰ ਲਿਆਉਣਾ ਕਿੱਥੋਂ ਹੈ? ਕਹਿਣ ਲੱਗਾ ਕੁਟੀਆ ਵਿੱਚੋਂ, ਝੌਂਪੜੀ 'ਚੋਂ। ਤਾਂ ਵੇਖਣ ਗਏ ਤਾਂ ਉੱਥੇ ਕਾਮ ਤਿੰਨ ਗਊ ਸੀ, ਸੁਰਗ 'ਚੋਂ ਮੰਗਾਈ ਸੀ। ਇਹ ਕਹਿਣ ਲੱਗਾ ਮੈਨੂੰ ਦੇ ਦੇ।
ਕਹਿਣ ਲੱਗਾ ਵੀ ਤੁਹਾਡੇ ਰਾਜਿਆਂ ਵਾਸਤੇ ਜਿਹੜੀ ਧਰਤੀ ਇਹ ਕਾਮ ਧਿਨ ਗਊ ਹੈ, ਤੁਹਾਨੂੰ ਧਰਤੀ ਦਾ ਰਾਜ ਭਾਗ ਬਖਸ਼ਿਆ ਪ੍ਰਮਾਤਮਾ ਨੇ, ਤੇ ਅਸੀਂ ਤੇ ਬ੍ਰਹਮ ਲੋਕ ਤੋਂ ਸੁਰਗ ਲੋਕ ਤੋਂ ਮੰਗਾਉਂਦੇ ਆ ਇਹ ਗਊ ਜਿਹੜੀ ਸਿਮਰਨ ਭਜਨ ਵਾਲਿਆਂ ਵਾਸਤੇ ਉਹ ਪਰਮੇਸ਼ਰ ਨੇ ਚੀਜ਼ਾਂ ਰੱਖੀਆਂ ਹੋਈਆਂ, ਤੈਨੂੰ ਮੈਂ ਕਿਵੇਂ ਦੇ ਦਿਆਂ, ਮੇਰੀ ਨਹੀਂ ਇਹ ਗਊ। ਤਾਂ ਉਸ ਵੇਲੇ ਇਹਨੇ ਜ਼ਬਰਦਸਤੀ ਕਰਨੀ ਚਾਹੀ, ਸੰਸਰ ਬਾਹੂ ਦਾ ਕਤਲ ਕੀਤਾ ਤੇ ਗਊ ਡੇ ਸਮਾਨ ਨੂੰ ਤੇ ਇਹਨੇ ਤੀਰ ਮਾਰੇ ਸੀ, ਉਹਦੇ ਖੁਰਾਂ 'ਚ ਵੱਜੇ, ਉੱਥੋਂ ਜਿਹੜੀ ਰੱਤ ਡਿੱਗੀ ਧਰਤੀ ਤੇ ਉੱਥੋਂ ਤੰਬਾਕੂ ਕੈ ਬਰਤਬੈ ਜਬ ਤਬ ਹੋਏ ਨਾਸ, ਤੰਬਾਕੂ ਪੈਦਾ ਹੋਇਆ ਭੈੜੀ ਬੂਟੀ। ਤਾਂ ਹੀ ਕਲਗੀਧਰ ਪਾਤਸ਼ਾਹ ਨੇ ਜਗਤ ਜੂਠ ਜਿਹੜਾ ਇਹਨੂੰ ਤੰਬਾਕੂ ਨੂੰ ਕਿਹਾ, ਤਨਕ ਤੰਬਾਕੂ ਸੇਵੀ ਹੈ ਦੇਵ ਪਿਤਰ ਤਜ ਜਾਏ, ਪਾਣੀ ਤਾਗੇ ਹਾਥ ਕਾ ਮਦਰਾ ਸਮ ਅਗਦਾਏ। ਔਰ ਇਸੇ ਤਰ੍ਹਾਂ ਜਿਹੜਾ ਗਰੜ ਪੁਰਾਣਾ ਦੇ 26 ਸਲੋਕ ਲਿਖੇ ਹੋਏ ਆ ਤੰਬਾਕੂ ਬਾਰੇ, ਭਈ ਜਿਹੜਾ ਧੂਮਰਪਾਨ ਕਰਨ ਵਾਲਾ ਬ੍ਰਾਹਮਣ ਹੈ ਉਹਨੂੰ ਜਿਹੜਾ ਦਾਨ ਦੇਵੇਗਾ ਉਹ ਰੂਰੂ ਨਾਂ ਦੇ ਨਰਕ ਵਿੱਚ ਪਵੇਗਾ, ਤੇ ਜਿਹੜਾ ਤੰਬਾਕੂ ਪੀਣ ਵਾਲਾ ਬ੍ਰਾਹਮਣ ਦਾਨ ਲਵੇਗਾ ਲੋਕਾਂ ਤੋਂ, ਪੂਜਾ ਕਰਾਵੇਗਾ, ਉਹ ਕਈ ਜਨਮ ਸੂਰਾਂ ਦੀਆਂ ਜੂਨਾਂ ਭੋਗੇਗਾ, ਫਿਰ ਕੁੰਭੀ ਨਰਕ 'ਚ ਪਏਗਾ। ਇਸ ਪ੍ਰਕਾਰ ਦੇ ਗਰੜ ਪੁਰਾਣ 'ਚ ਵੀ ਬਚਨ ਲਿਖੇ ਹੋਏ ਨੇ। ਔਰ ਇਸ ਤਰ੍ਹਾਂ ਇਹ ਸਹੰਸਰ ਬਾਹੂ ਬੜਾ ਮਾਣ ਕਰਦਾ ਸੀ ਆਪਣੀਆਂ ਫੌਜਾਂ ਦਾ। ਤੇ ਫਿਰ ਜਿਹੜਾ ਜਮਦਗਨੀ ਰਿਸ਼ੀ ਦਾ ਪੁੱਤਰ ਸੀ ਪਰਸਰਾਮ, ਉਹ ਜੰਗਲ 'ਚ ਤਪੱਸਿਆ ਕਰਦਾ ਸੀ, ਤੇ ਜਦੋਂ ਸਹੰਸਰ ਬਾਹੂ ਦਾ ਕਤਲ ਕੀਤਾ ਨਾ ਇਸਨੇ, ਸਹੰਸਰ ਬਾਹੂ ਨੇ ਜਮਦਗਨੀ ਦਾ ਕਤਲ ਕੀਤਾ, ਤੇ ਉਸ ਵੇਲੇ ਦੀ ਮਾਂ ਜਿਹੜੀ ਸੀ ਪਰਸਰਾਮ ਦੀ, ਉਹਨੇ ਸਿਆਪਾ ਕੀਤਾ, ਪਿੱਟੀ ਸੀ। ਖੜਕਾ ਸੁਣ ਕੇ, ਰੋਣਾ ਸੁਣ ਕੇ ਜੰਗਲ 'ਚੋਂ ਆਇਆ, ਮਾਂ ਨੂੰ ਪੁੱਛਿਆ ਕੀ ਗੱਲ ਹੋਈ, ਕਹਿੰਦੀ ਤੇਰੇ ਪਿਤਾ ਦਾ ਕਤਲ ਕਰਤਾ ਤੇਰੇ ਮਾਸੜ ਨੇ। ਤਾਂ ਫਿਰ ਇਸਨੇ ਤਪੱਸਿਆ ਕਰਕੇ ਵਰ ਲੈ ਕੇ ਕਹਿਣ ਲੱਗਾ ਜਿੰਨੀ ਵਾਰੀ ਮੇਰੀ ਮਾਤਾ ਨੇ ਆਪਣੇ ਆਪ ਨੂੰ ਪਿੱਟਿਆ, 7 ਦੁਹੱਥਣਾ ਪੱਟਾਂ 'ਤੇ ਮਾਰੀਆਂ, 7 ਛਾਤੀ 7 ਸਿਰ 'ਚ, ਇਹ 21 ਵਾਰੀ ਖੱਤਰੀਆਂ ਦੀ ਬੰਸ ਦਾ ਨਾਸ ਕਰਾਂਗਾ। ਇਹਨੇ ਫਿਰ 18 ਸਿਰ ਦਾ ਘੋੜਾ ਚੁੱਕਿਆ, ਤੇ ਜਿੱਥੇ ਕਿਤੇ ਖੱਤਰੀ ਲੱਭਦਾ ਸੀ ਇਹ ਨਾਸ ਕਰੀ ਜਾਂਦਾ ਸੀ, ਕੋਈ ਨਾ ਕੋਈ ਬਚ ਜਾਂਦਾ ਸੀ, ਫਿਰ ਗਾਂ ਬੰਸ ਚੱਲਦੀ ਸੀ, ਫਿਰ ਮਾਰਦਾ ਸੀ। ਫਿਰ ਆਖਰ ਕਹਿੰਦੇ ਰਾਮ ਚੰਦਰ ਜੀ ਨੇ ਇਹਦੇ ਪੈਰਾਂ ਨੂੰ ਹੱਥ ਲਾ ਕੇ ਇਹਦੀ ਸ਼ਕਤੀ ਖਿੱਚ ਲਈ ਸੀ। ਸੋ ਇਸ ਪ੍ਰਕਾਰ ਜਿਸ ਤਰ੍ਹਾਂ ਪਰਸਰਾਮ ਦੁਆਰਾ ਸਹੰਸਰ ਬਾਹੂ ਫੌਜਾਂ ਸਮੇਤ ਹੀ ਮਾਰਿਆ ਸੀ, ਸੋ ਇਸੇ ਪ੍ਰਕਾਰ ਇਹ ਮਾਣ ਕਰਦਾ ਸੀ, ਹੰਕਾਰ ਸੀ ਕਰਦਾ ਤਾਂ ਮਾਰਿਆ ਗਿਆ। ਮਧ ਕੀਟ ਮਹਿ ਖਾਸਾ, ਮਧੂ ਨਾਂ ਦਾ ਦੈਂਤ, ਤੇ ਕੈਟਬ, ਕੈਟਬ ਨੂੰ ਕੀਟ ਵੀ ਕਿਹਾ ਜਾਂਦਾ, ਇਹ ਵੀ 2 ਦੈਂਤ ਹੋਏ ਨੇ। ਇਸੇ ਤਰ੍ਹਾਂ ਮਹਿ ਖਾਸਾ ਵਿਸ਼ਨੂੰ ਨੇ ਮਾਰੇ ਸੀ, ਤੇ ਮਹਿ ਖਾਸਾ ਮੈਖਾਸੁਰ, ਅਸੁਰ ਦੈਂਤ ਨੂੰ ਕਹਿੰਦੇ ਆ, ਮੈਖਾ ਭੈਂਸੇ ਨੂੰ ਕਹਿੰਦੇ ਆ, ਝੋਟੇ ਨੂੰ। ਝੋਟੇ ਵਰਗਾ ਇਹਦਾ ਸਰੀਰ ਸੀ, ਸਾਰਾ ਚਿਹਰਾ ਮੁਰਾਦਕ, ਤੇ ਇਹ ਵੀ ਮਾਰਿਆ ਸੀ। ਸੋ ਇਸ ਪ੍ਰਕਾਰ ਹਰਨਾਕਸ਼ਲੇ ਨਖੋਂ ਵਿਦਾਸਾ, ਤੇ ਜਿਹੜਾ ਹਰਨਾਕਸ਼ ਹੈ ਇਸਨੂੰ ਜਿਹੜਾ ਨਰਸਿੰਘ ਰੂਪ ਸੀ ਉਸਨੇ ਨਖਾਂ ਨਹੁੰਆਂ ਦੇ ਨਾਲ ਵਿਦਾਸਾ ਵਿਧਵੰਸ ਕੀਤਾ, ਨਾਸ ਕੀਤਾ ਸੀ। ਦੈਂਤ ਸੰਘਾਰੇ ਬਿਨ ਭਗਤ ਅਭਿਆਸਾ, ਬਿਨਾਂ ਵਾਹਿਗੁਰੂ ਦੀ ਭਗਤੀ ਦੇ ਅਭਿਆਸ ਤੋਂ, ਪਰਮਾਤਮਾ ਦੀ ਭਗਤੀ ਦੇ ਅਭਿਆਸ ਤੋਂ ਬਗੈਰ ਜਿਹੜੇ ਦੈਂਤ ਸੀ, ਭਾਵ ਭਗਤੀ ਦੇ ਅਭਿਆਸ ਤੋਂ ਖਾਲੀ ਹੋਣ ਕਰਕੇ ਇਹਨਾਂ ਨੂੰ ਪਰਮੇਸ਼ਰ ਨੇ ਵਿਧ ਬਣਾ ਕੇ ਕਿਸੇ ਨੂੰ ਕਿਸੇ ਦੁਆਰਾ, ਕਿਸੇ ਨੂੰ ਕਿਸੇ ਦੁਆਰਾ ਸੰਘਾਰਿਆ, ਨਾਸ ਕੀਤਾ ਹੈ। ਹੋਰ ਸੱਚੇ ਪਾਤਸ਼ਾਹ ਜ਼ਿਕਰ ਕਰ ਰਹੇ ਨੇ, ਜਰਾਸੰਧ ਕਾਲ ਜਮਨ ਸੰਘਾਰੇ। ਜਿਹੜਾ ਜਰਾਸੰਧ ਸੀ ਕ੍ਰਿਸ਼ਨ ਜੀ ਦੇ ਮਾਮਾ ਜੀ ਜਿਹੜੇ ਸੀ, ਕੰਸ ਮਾਮਾ ਸੀ ਨਾ ਕ੍ਰਿਸ਼ਨ ਜੀ ਦਾ, ਇਹਨੇ ਕ੍ਰਿਸ਼ਨ ਦੇ ਪਹਿਲਾਂ ਜਿਹੜੇ 7 ਭਰਾ ਕੇ 8 ਮਾਰੇ ਸੀ, ਤੇ ਇਹਨੂੰ ਕਿਸੇ ਨੇ ਦੱਸਿਆ ਸੀ ਨਜੂਮੀ ਨੇ ਵੀ ਤੇਰੀ ਭੈਣ ਜਿਹੜੀ ਹੈ ਦੇਵਕੀ, ਉਹਦੀ ਕੁੱਖ ਤੋਂ ਜਿਹਨੇ ਪੈਦਾ ਹੋਣਾ ਉਹਨੇ ਤੈਨੂੰ ਖਤਮ ਕਰਨਾ। ਤੇ ਇਹ ਜਨਮ ਵੇਲੇ ਸਾਰਿਆਂ ਨੂੰ ਮਾਰ ਦਿੰਦਾ ਰਿਹਾ। ਫਿਰ ਕ੍ਰਿਸ਼ਨ ਦੀ ਜਿਹੜੀ ਮਾਤਾ ਸੀ ਉਹ ਜਾ ਕੇ ਯਸ਼ੋਦਾ ਨੂੰ ਸੌਂਪਤਾ ਸੀ ਉਸਨੇ ਜਮਨਾ ਤੋਂ ਪਾਰ, ਤੇ ਫਿਰ ਉਹ ਯਸ਼ੋਦਾ ਤੇ ਨੰਦ ਜਿਹੜੇ ਸੀ ਉਹਨਾਂ ਨੇ ਪਾਲਿਆ ਕ੍ਰਿਸ਼ਨ ਜੀ ਨੂੰ, ਵਿਧ ਬਣਨੀ ਸੀ ਪਰਮੇਸ਼ਰ ਵੱਲੋਂ। ਸੋ ਇਸ ਕ੍ਰਿਸ਼ਨ ਨੇ ਫਿਰ ਕੰਸ ਨੂੰ ਮਾਰਿਆ ਸੀ, ਤੇ ਜਿਹੜਾ ਕੰਸ ਦਾ ਸਹੁਰਾ ਸੀ ਉਹਦਾ ਨਾਂ ਜਰਾਸੰਧ ਹੈ। ਸੋ ਇਸ ਦੇ ਤਾਈਂ ਭੀਮ ਸੈਨ ਨੇ ਜੰਗ ਕਰਕੇ ਮਾਰਿਆ ਸੀ। ਜਰਾਸੰਧ ਕਾਲ ਜਮਨ, ਇਹ ਵੀ ਇੱਕ ਰਾਖਸ਼ ਹੋਇਆ, ਬੜਾ ਬਲੀ ਸੀ, ਇਹਨੂੰ ਵੀ ਸੰਘਾਰੇ ਨਾਸ ਕੀਤਾ। ਜਰਾਸੰਧ ਤੇ ਕਾਲ ਜਮਨ ਵਰਗੇ ਸੰਘਾਰੇ ਗਏ। ਰਖਤ ਬੀਜ ਕਾਲ ਨੇਮ ਬਿਦਾਰੇ, ਰਖਤ ਬੀਜ ਤਾਂ ਇਸ ਨੂੰ ਕਿਹਾ ਜਾਂਦਾ ਜਦੋਂ ਇਹਦੇ ਕੋਈ ਸੱਟ ਵੱਜਦੀ ਸੀ, ਸ਼ਸਤਰ ਚੱਲਦਾ ਸੀ, ਇਹਦਾ ਖੂਨ ਧਰਤੀ 'ਤੇ ਡਿੱਗਦਾ ਸੀ, ਉੱਥੋਂ ਫਿਰ ਦੈਂਤ ਪੈਦਾ ਹੋ ਜਾਂਦਾ ਸੀ। ਤੇ ਇਹ ਜਿਸ ਵੇਲੇ ਸਤਯੁਗ ਦੇ ਵਿੱਚ ਜੰਗ ਹੋਇਆ ਇਹਦੇ ਨਾਲ ਦੁਰਗਾ ਦਾ, ਔਰ ਦੁਸ਼ਟ ਦਮਨ ਜੀ ਨੇ ਵੀ ਮਦਦ ਕੀਤੀ ਸੀ ਦੁਰਗਾ ਦੀ। ਤੇ ਇਸੇ ਪ੍ਰਕਾਰ ਫਿਰ ਦੁਰਗਾ ਨੇ ਜਦੋਂ ਵੇਖਿਆ ਵੀ ਇਹ ਜਿੱਥੇ ਇਹਦਾ ਖੂਨ ਦੀ ਰਤ ਦੀ ਕੋਈ ਬੂੰਦ ਡਿੱਗਦੀ ਆ ਉੱਥੋਂ ਹੀ ਇਹ ਰਾਖਸ਼ ਪੈਦਾ ਹੋ ਜਾਂਦੇ ਆ,
फिर उसने अपने मत्थे दे विचों अपने तेज नाल काली देवी जिहड़ी सी कालका प्रगट कीती। वो फिर खप्पर लै के इहदा खून धरती ते नहीं सी डिगण दिंदी, वो पींदी सी। ते इस तरह रक्त बीज नूं भी मारिया। काल नेम भी एक दैंत सी, उहनूं भी बदारे नाश कीते दोवें, रक्त बीज ते काल नेम। दैंत संघार संत निस्तारे, ये सारियां विधां बनाउण वाला परमेश्वर ही है। ते जिहड़े इहो ਜਿਹੇ दैंत पैदा होए आ उन्हां नूं परमेश्वर ने संघार के जिहड़े संत लोग सी उन्हां नूं निस्तारिया, दुनिया तो पार कीता, रखिया कीती। इत्थे भी मात लोक ते भी ते प्रलोक विच भी उन्हां नूं तार के परमेश्वर ने अपने चरनां 'च निवास बख्शिया। इउं दैंतां नूं संघार के संतां नूं निस्तारिया है। आपे सतगुर शब्द विचारे, आप ही वाहिगुरु परमात्मा सतगुरु रूप होया है। ते आप ही शब्द बोलण वाला है, आप ही शब्द ब्रह्म रूप है, आप ही अपने आप दी विचार कराउण वाला करन वाला है, आप ही सतगुरु हन शब्द उपदेश देण वाले, ते आप ही सेवक बन के विचारन वाले हन गुरां दे शब्द नूं। आप ही आप है परमेश्वर, भाव सारियां विधां बनाउण वाला आप ही है। आप ही सतगुरु महाराज दे स्वरूप च प्रगट हुंदा है। आप ही अपने सेवकां दे अंदर ऐसी बुੱਧ पाउंदा, सतगुरु दे शब्द नाल जुड़दे आ ते गुरु दे शब्द नूं विचारदे हन। दूजा भाए दैंत संघारे, जिहड़े संसार दे खोटे भाज प्रेम च लगे हन, पदार्थां च अपनी मैं हंगता नूं वड्डी समझ के, अपने आप नूं वड्डा समझ के भैड़ियां कर्मां च लगना, ये दूजा भाव है। सो इस प्रकार दुरजन दूजा भाव है, विछोड़ा हौमै रोग। दुरजन पुणा भैड़ा कर्म करना, ये दूजे भाव करके ही हुंदा है। माया का जिहड़ा खोटा प्रेम इहदे च लगन करके जिहड़े दैंत सी वो परमेश्वर ने संघारे हन, नाश कीते हन। गुरमुख साच भगत निस्तारे, जिहड़े गुरां दे सन्मुख हो के चलण वाले हन, गुरमुख सुभाਅ वाले, वो सच नाल जुड़े ते परमेश्वर की सच्ची भगती करके संसार समुंदर तो तारे हन वाहिगुरू जी ने, निसप्रपंच तो तारे हन। बूढ़ा दुर्योधन पत खोई, दुर्योधन बड़ा वड्डा बादशाह कहाउंदा सी, धृतराष्ट्र दा वड्डा पुत्र, पर हंकार की वजह करके भी डुबिया है। जिस प्रकार इहदे भरा ही लगदे सी, पंजे पांडव भरा, उन्हां नूं कृष्ण जी ने कहा सी इस दुर्योधन नूं भी थोड़ी जी जमीन 5 पिंड ही दे दे उन्हां नूं, वो भी अपना सुख भोगदे रहण, तेरे भरा लगदे। कहण लगा सूई दे नक्के जिन्नी भी नहीं दे सकदा। सो इस प्रकार फिर जुआ खेड के शकुनी की सहायता नाल उन्हां नूं इन्हें जूए जित लिया सारा कुछ जो कुछ है सी कोल। वो जिहड़ी द्रौपदी सी वो भी दाऽ ते ला बैठे सी, ते वो भी इन्हें जित ली सी। ते एडा हंकारी सी, एडा दुराचारी सी, एडा दुष्ट सी कि वो द्रौपदी की भी इज्जत जिहड़ी सी संसार च बर्बाद करनी चाहुंदा सी, चीर हरण करना चाहुंदा सी, नगन करना चाहुंदा सी। पर वखरी गल है कि वो भगती दे प्रताप करके बच गई सी। सो इस प्रकार भाई गुरदास ने इस दुर्योधन बारे ते कृष्ण जी बारे वचन लिखिया है कि आया सुनिया बिदरदे बोले दुर्योधन होए रुखा, घर असाडे छड्ड के गोले दे घर जाहे के सुखा। भीष्म द्रोणा करण ताज सबना दे जी अंदर तुखा, झुंगी जाए विलायन। सो इस प्रकार भीष्म द्रोणा करन ताज सभा सिंगार वड्डे मनुखा, झुंगी जाए विलायन सबना दे जी अंदर तुखा। हस बोले भगवान जी सुन हो राजा होए सनमुखा, तेरे भाव ना दिसई मेरे नाही अपदा दुखा। भाव जिवे है बिदर दे होरी दे चित चाओ ना चोखा, गोबिंद भाव भगत दा भुखा। सो अंतर दर्शाया है इस शब्द च भाई गुरदास ने भई जिस वेले कृष्ण जी आए सी दुर्योधन नूं मिलण वास्ते, ते दुर्योधन ने विचारिया कि जे इत्थे सभा च मैं रहा, उठ के सत्कार कीता ते मेरी लहाई मैं नीवां, ते जे मैं उठ के ना सत्कार किया फिर कृष्ण जी नाराज़ हो जाणगे, भी गल नहीं ठीक। सो इस प्रकार जुगती चलाकी वरती ते घोड़ियां हाथियां दे तबेले वाल चला गया भी उत्थे मैं कृष्ण नूं मिल के उत्थों ही वापस तोर देवांगा। ते कृष्ण जी अंतरजामी सी, उन्हां दे दिल दी गल जाण लई। ते कृष्ण जी बिदर भगत जिहड़ा सी, दासी गरीबणी माई दा पुੱਤ सी, इहदी नौकरी करदा सी दुर्योधन दी, ਉਹਦੀ ਝੁੱਗੀ चले गए सी। ते उत्थे ही परमेश्वर दे जस दीयां गल्लां बातां करदियां, वाहिगुरू दी वडियाई करदियां सुणदियां उस भगत दी ਝੁੱਗੀ 'ਚ सारी रात गुजारी सी, अलूणा साग खाधा सी। ते इस प्रकार जदों कृष्ण जी सवेरे मिले तो इन्हें प्रश्न किया सी दुर्योधन ने भी तुसीं क्यों नहीं आए मेरे दरबार 'ਚ, ते तुसीं महिलां 'ਚ रात गुजारनी सी, तुसीं ਉਹ गोले दे घर जाके की सुख माणिया, ਉਹਦੀ ਝੁੱਗੀ 'ਚ सारी रात तुसीं गुजारी है। मेरे सभासद जिहड़े हन भीष्म
पितामह द्रोणाचार्य आ कर्ण वर्गे उन्होंने इस गल की चिंता ਜ਼ਾਹਰ की है। वो सभा के शिंगार हैं, तुसीं उन्हां बारे भी नहीं सोचा। इस तरह ये जिहड़ा सी छल करन लगा कृष्ण जी नाल। तां उस वेले कृष्ण जी ने कहा सी कि राजा तेरे हिरदे च भोरा मात्र भी प्रेम नहीं है, तो जिहो जिहा बिदर दे हिरदे प्रेम है तुहाडे चों किसी दे अंदर भी है नहीं सी, तो मैं किसी दे बिपता विच नहीं पिया होया। जब तुहाडे अधीन होवां भी मैं दुखी हाँ तो मैं फरियाद करना वां, तो गोबिंद परमेश्वर ते उहदे प्यारे भगत जन अवतारी पुरुष प्रेमा भगती दे भुखे हुंदे ने, ये दर्शाया सी। सो इस प्रकार जिवें सतगुरु नानक देव जी मलक भागो दे घर नहीं सी जांदे ते जिहड़ा भाई लालो सी उहदे घर दा ही भोजन ग्रहण करदे सन बड़ी खुशी नाल। सो इस प्रकार हंकारी सी बड़ा दुर्योधन, बूढ़ा दुर्योधन हंकार की वजह करके डुब गया दुर्योधन, पत खोई। आखिर नूं इहदी पत जिहड़ी सी नाश होई। भीमसेन ने गुरजां मार मार के मारिया सी इसनूं। राम ना जानिया करता सोई, उही जो करता परमात्मा है। वाहिगुरू अकाल पुरख उन्होंने राम नूं नहीं सी जानिया, उसकी महिमा नूं नहीं सी पछाणिया, आप ही वड्डा बन बैठा सी। जन कहो दुख पचै दुख होई। जदों परमेश्वर के प्यारिਆਂ जनां नूं कोई दुख दिंदा है ते उस दुख देण वाले नूं परमेश्वर खुआर करदा है। भगतां जनां नूं दुख देण करके दुख देण वाला पचै खुआर हुंदा ते दुख भी बहुत पहुँचता है। क्योंकि संतन दुख पाए ते दुखी, सुख पाए साधन के सुखी। रब दे संत जनां नूं दुख दवे कोई ते परमेश्वर नूं दुख पहुँचता है, ते जे संतन सुख पाउण संत जन ते परमेश्वर मानो सुखी है। सो इस तरह जिहड़ा रब दे संतां नूं दुख देना इहदे नाल परमात्मा नाराज़ हुंदा है, तो फिर वो वाहिगुरू परमात्मा जिहदे पक्ष च हो जाए उहदी सहायता करदा, ते जिहड़ा इहो जिहा दुष्ट हुंदा फिर उस दे नाल बड़ी दुर्गति हुंदी है। जनमेजै गुर शब्द ना जानिया। पांडवां दी वंश दा अखीरला राजा जिहड़ा होया जनमेजा राजे परिषद दा पुੱਤ सी जनमेजा राजा। ਇਹਦੇ बारे भी हजूर ने बचन किया, राजा जनमेजा दे मत्ती बरज ब्यास पढ़ाया, तिन कर जग 18 घाए किरत न चलै चलाया। सो इस प्रकार ਇਹਦਾ गुरु सी ਜਿਹੜੇ सन ब्यास ऋषि जी। सो इस प्रकार उन्होंने समझाया सी, बहुत इन्हां नूं चंगी तरह समझाया सी, वरजिया सी, कहा सी भी राजा तेरे तबेले चों घोड़े मर जाने हैं, तो जो घोड़े विकण आउणगे तो चीने रंग की घोड़ी ना खरीदी, जे खरीद ली तो सवार ना हो, जे सवार होया तो दखण की बाही ना जाए, जे गया उत्थे कोई औरत मिली तो उन्होंने लियावी ना, जे लैन दी तो फिर विआह ना कराई, जे विआह किया तो जिहड़े होणगे धार्मिक लोग उन्हां नाल गुस्से राजी हो के कतल ना कर देवें, जे कतल हो गया तैनूं फिर कोड़ हो जाना, तो फिर तू मेरे को आना, फिर मैनू कहना कथा सुना, फिर कथा सुनावांगा पर 7 वचन कही जाई। जे कथा जाके तू किसी भी वचन ते नक सकोड़िया तेरे नक ते कोड़ रह जाना, उहदे नाल तेरी मौत होनी है। इस तरह सारा कुछ दस्सिया सी व्यास जी ने। पर जदों तक परमेश्वर सहाई नहीं हुंदा, इस तरह मनुख भरम च पै जांदा, गलती कर जांदा। और गुर शब्द व्यास ऋषि दे वचन नूं नहीं सी जाणिया, उहदी महिमा नूं, ते जिथों वरजिया सी वो सारा कुछ इन्हें कीता सी राजे जनमेजे ने। और इस तरह घोड़ी विकणे आई सी, इन्हें खरीद ली एहलकारां दे कहण ते, फिर सवार भी होया, फिर दखण की बाही भी शिकार दे मगर गया, उत्थे औरत मिली लियांदी, उहदे नाल स्वंबर रचिया, विआह कराया, तो जदों भंडारा किया तो 18 गोत्रां दे ब्राह्मण आए सी। सो वो किसी कारण तो थोड़ा हस पे, हवा दे नाल कईयां लिखिया भी जिहड़ी राणी सी उहदा कपड़ा उड्डिया, तो इस करके उन्होंने हासा आया। इन्हें गुस्से च आ के सारियां दा कतल करता, फिर उन्होंने ब्रह्म हत्या लगी, कोड़ हो गया सी। फिर व्यास ऋषि नूं बेनती की, वो कथा सुना रहे सी, तो 7 वचन कही गया। एक थां जाके जदों कहा उन्होंने भी भीमसेन वर्गे तुहाडे वड्डे वडेरे एडे सूरमे होए है, उन्हें पूछां तो फड़ फड़ हाथी समान नूं चलाया, अजे तक थले नहीं डिगे। तो उस वेले ने नक सकोड़िया, कहण लगा नहीं इदां नहीं हो सकता, उत्ते कुंडे लगे हुए ने। तो फिर उन्हें करंग थले डेग के विखाए, फिर कहण लगा हाँ ठीक है मैं मनदा। कहण लगा हुण मन जां ना मन, पर तू कथा करदियां 7 वचन नहीं किया सुणदियां। इस कारण करके उस कोड़ दे नाल ही राजे जनमेजे की मृत्यु हुई सी। तो गुरु महाराज कहते हैं जनमेजा गुर शब्द ना जानिया, गुरु शब्द की महिमा नूं ना जानिया, उपदेश नूं वचन नूं क्यों सुख पावै भरम भुलानिया।
ਜਿਹੜਾ ਭਰਮ ਭਟਕਣਾ 'ਚ ਪੈ ਕੇ ਭੁੱਲ ਗਿਆ परमेश्वर ਦੇ ਰਸਤੇ ਨੂੰ, ਭਾਵ ਭਗਤੀ ਦੇ ਰਸਤੇ ਤੋਂ ਖੁੰਝ ਗਿਆ, ਕੁਰਾਹੇ ਪੈ ਗਿਆ ਜੀਵ, ਉਹ ਕਿਸ ਤਰ੍ਹਾਂ ਸੁਖ ਪਾਉਂਦਾ ਫਿਰ। ਇੱਕ ਤਿਲ ਭੁੱਲੇ ਬਹੁਰ ਪਛਤਾਨਿਆ, ਇੱਕ ਤਿਲ ਮਾਤਰੀ ਭੁੱਲਾ ਸੀ, ਕਥਾ ਵਿੱਚ 7 ਵਚਨ ਨਹੀਂ ਸੀ ਕਿਹਾ ਤੇ ਨੱਕ ਸਕੋੜਿਆ, ਕਹਿੰਦਾ ਇਹ ਨਹੀਂ ਮੈਂ ਮੰਨ ਸਕਦਾ, ਤੇ ਬਹੁਰ ਪਛਤਾਨਿਆ, ਫਿਰ ਕੋੜ ਰਹਿ ਗਿਆ ਸੀ, ਫਿਰ ਪਛਤਾਉਂਦਾ ਹੀ ਮਰਿਆ। ਫਿਰ ਕੰਸ ਕੇਸ ਝਾਂਡੂਰ ਨਾ ਕੋਈ, ਕੰਸ ਜਿਹੜਾ ਸੀ ਕ੍ਰਿਸ਼ਨ ਜੀ ਦਾ ਮਾਮਾ ਹੰਕਾਰੀ ਸੀ, ਉਹ ਵੀ ਨਹੀਂ ਰਿਹਾ। ਫਿਰ ਉਹਦੇ 2 ਪਹਿਲਵਾਨ ਸੀ, ਕੇਸੀ ਤੇ ਚੰਡੂਰ, ਉਹ ਉਹਨਾਂ 'ਚ ਵੀ ਕੋਈ ਨਹੀਂ ਰਿਹਾ। ਰਾਮ ਨ ਚੀਨੇ ਆਪਣੀ ਪਤ ਖੋਈ, ਕਿਸੇ ਨੇ ਵੀ ਭਾਵ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕੀਤੀ, ਕੋਈ ਵੀ ਰੱਬ ਦੇ ਦਰਗਾਹ 'ਚ ਪ੍ਰਵਾਨ ਨਹੀਂ ਚੜ੍ਹਿਆ। ਰਾਮ ਨ ਚੀਨੇ ਆਪਣੀ ਪਤ ਖੋਈ, ਜਿਨ੍ਹਾਂ ਨੇ ਰਾਮ ਪਰਮੇਸ਼ਰ ਦੀ ਮਹਾਨਤਾ ਨੂੰ ਨਾ ਚੀਨਿਆ, ਜਾਣਿਆ ਨਹੀਂ ਹੈ, ਰਾਮ ਨੂੰ ਨਹੀਂ ਜਾਣਿਆ, ਆਪਣੀ ਪਤ ਖੋਈ। ਆਖਰ ਆਪਣੀ ਪਤ ਇੱਜ਼ਤ ਖੋਈ, ਬਰਬਾਦ ਕੀਤੀ, ਨਾਸ ਕੀਤੀ ਉਹਨਾਂ ਲੋਕਾਂ ਨੇ। ਬਿਨ ਜਗਦੀਸ਼ ਨਾ ਰਾਖੈ ਕੋਈ, ਬਿਨਾਂ ਜਗਦੀਸ਼ ਜਗਤ ਨੂੰ, ਜਗਤ ਦਾ ਜੋ ਈਸ਼ਰ ਹੈ ਪਰਮਾਤਮਾ, ਉਸ ਦੇ ਭਜਨ ਕਰਨ ਤੋਂ ਬਗੈਰ, ਉਹਦੀ ਸ਼ਰਨ ਪੈਣ ਤੋਂ ਬਗੈਰ, ਉਸ ਵਾਹਿਗੁਰੂ ਤੋਂ ਬਗੈਰ ਨਾ ਰਾਖਿਆ ਕੋਈ, ਕੋਈ ਨਹੀਂ ਬਚਾ ਸਕਦਾ, ਕੋਈ ਨਹੀਂ ਰੱਖਿਆ ਕਰ ਸਕਦਾ। ਬਿਨ ਗੁਰ ਗਰਬ ਨਾ ਮੇਟਿਆ ਜਾਏ, ਬਿਨਾਂ ਸਤਿਗੁਰੂ ਦੀ ਸ਼ਰਨ ਤੋਂ, ਉਪਦੇਸ਼ ਤੋਂ ਜਿਹੜਾ ਹਿਰਦੇ ਦਾ ਗਰਭ ਗੁਮਾਨ ਹੈ ਨਾ, ਇਹ ਮੇਟਿਆ ਨਹੀਂ ਜਾਂਦਾ ਹੈ। ਗੁਰਮਤਿ ਧਰਮ ਧੀਰਜ ਹਰ ਨਾਏ, ਗੁਰਮਤਿ ਗੁਰਾਂ ਦੀ ਮੱਤ ਸਿੱਖਿਆ ਧਾਰਨ ਕਰਕੇ ਤੇ ਹਰੀ ਦੇ ਨਾਮ ਨੂੰ ਜਪ ਕੇ ਹੀ ਅਸੀਂ ਧੀਰਜ ਵਾਲੇ ਬਣ ਸਕਦੇ ਹਾਂ। ਔਰ ਧੀਰਜ ਤੇ ਧਰਮ ਅੰਦਰ ਟਿਕਿਆ ਹੋਣਾ ਚਾਹੀਦਾ। ਜੇ ਹਰੀ ਦਾ ਨਾਮ ਜਪੀਏ ਤਾਂ ਧਰਮ ਤੇ ਧੀਰਜ ਅੰਦਰ ਆ ਜਾਂਦਾ। ਧਰਮ ਧੀਰਾ ਕਲ ਅੰਦਰੇ ਪਾਪੀ ਮੂਲ ਨ ਤੱਗੈ। ਸੋ ਇਸ ਪ੍ਰਕਾਰ ਗੁਰਮਤਿ ਧਰਮ ਧੀਰਜ ਹਰ ਨਾਏ, ਗੁਰੂ ਦੀ ਮੱਤ ਸਿੱਖਿਆ ਦੁਆਰਾ ਹਰੀ ਦੇ ਨਾਮ ਜਪਣ ਨਾਲ ਹੀ ਅੰਦਰ ਧਰਮ ਆਉਂਦਾ। ਹਰੀ ਦੇ ਨਾਮ ਦੁਆਰਾ ਹੀ ਅੰਦਰ ਧੀਰਜ ਟਿਕਦਾ ਆ ਕੇ। ਨਾਨਕ ਨਾਮ ਮਿਲੇ ਗੁਣ ਗਾਏ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਹਨ ਕਿ ਇਹੋ ਇੱਛਾ ਰੱਖਣੀ ਚਾਹੀਦੀ ਹੈ ਕਿ ਮਹਾਰਾਜ ਤੁਹਾਡਾ ਨਾਮ ਸਾਨੂੰ ਪ੍ਰਾਪਤ ਹੋਏ, ਤੁਹਾਡੇ ਗੁਣ ਗਾਉਂਦੇ ਰਹੀਏ। ਨਾਮ ਮਿਲ ਜਾਏ ਤੇ ਗੁਣ ਗਾਉਂਦਿਆਂ ਹੋਇਆਂ ਹੀ ਤਰਿਆ ਜਾ ਸਕਦਾ, ਇਹੀ ਵੱਡਾ ਧਰਮ ਹੈ। ਗੌੜੀ ਮਹੱਲਾ ਪਹਿਲਾ। ਗੌੜੀ ਰਾਗਣੀ ਅੰਦਰ ਗੁਰਦੇਵ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਬਚਨ ਫਰਮਾ ਰਹੇ। ਚੋਵਾ ਚੰਦਨ ਅੰਕ ਚੜਾਵੋ, ਸਾਡੀ ਸੰਸਾਰੀਆਂ ਦੀ ਹਾਲਤ ਬਿਆਨ ਕਰ ਰਹੇ ਨੇ ਸਤਿਗੁਰੂ ਮਹਾਰਾਜ ਕਿ ਅਸੀਂ ਕਿੰਨਾ ਕੰਮਾਂ 'ਚ ਉਲਝੇ ਹੋਏ ਹਾਂ। ਅਸੀਂ ਸਰੀਰ ਨੂੰ ਸਵਾਰਨ ਸ਼ਿੰਗਾਰਨ 'ਚ, ਸੋਹਣੇ ਕੱਪੜੇ ਪਾਉਣ 'ਚ, ਔਰ ਇਸ ਤਰ੍ਹਾਂ ਗਹਿਣੇ ਆਦਿਕ ਧਾਰਨ ਕਰਨੇ, ਸੁੰਦਰ ਵਿਛਾਈਆਂ 'ਤੇ ਸੌਣਾ, ਸੁੰਦਰ ਛੇਜਾ ਮਖਮਲੀ ਮੰਨਣੀਆਂ। ਸੋ ਇਸ ਪ੍ਰਕਾਰ ਇੱਛਾ ਹੈ ਮਰਦਾਂ ਦੀ ਵੀ ਸੁੰਦਰ ਇਸਤਰੀ ਹੋਣੀ ਚਾਹੀਦੀ ਹੈ, ਸੋਹਣੇ ਨੇਤਰਾਂ ਵਾਲੀ, ਅਤੇ ਉਹਨੇ 16 ਸ਼ਿੰਗਾਰ ਕੀਤੇ ਹੋਏ ਹੋਣ ਆਦਿਕ। ਸੋ ਇਸ ਤਰ੍ਹਾਂ ਫੁੱਲਾਂ ਦੀ ਛੇਜ ਹੋਵੇ, ਘੋੜੇ ਹਾਥੀ ਹੋਣ, ਔਰ ਬੜੀਆਂ ਫੌਜਾਂ ਦੇ ਮਾਲਕ ਹੋਈਏ, ਅਤੇ ਛਤਰ ਸਾਡੇ ਸਿਰ 'ਤੇ ਹੋਵੇ, ਤਾਜ ਸਾਡੇ ਸਿਰ 'ਤੇ ਹੋਏ ਆਦਿਕ। ਇਉਂ ਸਤਿਗੁਰੂ ਮਹਾਰਾਜ ਇਹ ਸਾਰਾ ਕੁਝ ਜਿਹੜਾ ਸੰਸਾਰੀ ਹੈ ਨਾ, ਸੰਸਾਰੀ ਐਸ਼ਵਰਜ, ਇਸ ਨੂੰ ਤੁੱਛ ਵਿਖਾ ਰਹੇ ਨੇ ਸਤਿਗੁਰੂ ਮਹਾਰਾਜ। ਚੋਵਾ ਚੰਦਨ ਅੰਕ ਚੜਾਵੋ, ਕਿ ਇਹ ਜੀਓ ਰੱਬ ਦੇ ਬੰਦੇ ਹੋ, ਜੇ ਤੁਸੀਂ ਚੰਦਨ ਚਵਾ ਚਵਾ ਕੇ ਸਰੀਰਾਂ 'ਤੇ ਮਲੋ, ਚੋਆ ਅਤਰ ਆਦਿਕ ਅਤੇ ਚੰਦਨ ਮਲ ਲਓ ਸਰੀਰ 'ਤੇ। ਅੰਕ, ਅੰਕ ਨਾਮ ਸਰੀਰ ਦਾ, ਅੰਗ ਆਪਣੇ ਅੰਗਾਂ 'ਤੇ ਚੜ੍ਹਾ ਲਓ, ਜੇ ਸਾਰੇ ਸਰੀਰ 'ਤੇ ਮਲ ਲਓ ਖੁਸ਼ਬੂਆਂ। ਪਾਟ ਪਟੰਬਰ ਪਹਿਰ ਹੰਢਾਵੋ, ਪਟ ਰੇਸ਼ਮ ਦੇ, ਰੇਸ਼ਮ ਹੰਢਾਓ ਸਰੀਰ 'ਤੇ, ਰੇਸ਼ਮ ਦੇ ਦੁਕੂਲ ਪੱਲੇ ਹੋਣ, ਅਤੇ ਪਟੰਬਰ ਪਟ ਰੇਸ਼ਮ ਦੇ ਅੰਬਰ ਕੱਪੜੇ ਹੋਣ ਸਾਰੇ। ਸੋ ਇਸੇ ਪ੍ਰਕਾਰ ਪਟ ਰੇਸ਼ਮ ਦੇ ਅਤੇ ਇਸੇ ਤਰ੍ਹਾਂ ਜਰੀਦਾਰ ਆਦਿਕ ਹੋਰ ਕੱਪੜੇ ਸਾਰੇ ਜਿਹੜੇ ਪਸ਼ਮੀਨੇ ਦੇ ਹੋਣ, ਪਹਿਰ ਪਹਿਰ ਕੇ ਹੰਢਾਈਏ ਉਹਨਾਂ ਨੂੰ ਚੰਗੀ ਤਰ੍ਹਾਂ। ਬਿਨ ਹਰ ਨਾਮ ਕਹਾਂ ਸੁਖ ਪਾਵੋ, ਬਿਨਾਂ ਹਰੀ ਪ੍ਰਮਾਤਮਾ ਦੇ ਨਾਮ ਨਾਲ ਜੁੜਨ ਤੋਂ ਕਹਾਂ ਕਿੱਥੇ ਸੁਖ ਪ੍ਰਾਪਤ ਕਰੋਗੇ ਤੁਸੀਂ। ਕਿਆ ਪਹਿਰਾਓ ਕਿਆ ਓੜ ਦਿਖਾਓ, ਕੀ ਪਹਿਰਨਾ ਹੈ ਸੋਹਣਿਆਂ ਮਖਮਲੀ ਮਹਿੰਗੀਆਂ ਕੱਪੜਿਆਂ ਨੂੰ, ਕੀ ਓੜ ਕੇ ਪਹਿਰ ਪਹਿਰ ਕੇ ਵਿਖਾਉਣਾ, ਲੋਕਾਂ ਨੂੰ ਵਿਖਾਵਾ ਕਰਨਾ ਵੀ ਮੇਰੇ ਕੋਲ ਬੜੇ ਮਹਿੰਗੇ ਕੱਪੜੇ, ਮੈਂ ਬੜਾ ਅਮੀਰ ਹਾਂ। ਬਿਨ ਜਗਦੀਸ਼ ਕਹਾਂ ਸੁਖ ਪਾਵੋ, ਜਗਦੀਸ਼ ਅਕਾਲ ਪੁਰਖ ਪਰਮਾਤਮਾ ਦੇ ਸਿਮਰਨ ਤੋਂ ਬਗੈਰ ਕਿੱਥੇ ਤੁਸੀਂ ਆਤਮਿਕ ਸੁਖ, ਅੰਦਰਲਾ ਸੁਖ ਜਿਹੜਾ ਸਦੀਵੀ ਰਹਿਣ ਵਾਲਾ, ਉਹ ਪ੍ਰਾਪਤ ਕਰ ਸਕਦੇ ਹੋ। ਭਾਵ ਵਾਹਿਗੁਰੂ ਦੇ ਸਿਮਰਨ ਤੋਂ ਬਗੈਰ, ਉਹਦੀ ਸ਼ਰਨ ਤੋਂ ਬਗੈਰ ਕਿੱਥੇ ਸੁਖ ਪਾਓਗੇ, ਭਾਵ ਨਹੀਂ ਸੁਖ ਪਾਓਗੇ। ਰਹਾਓ ਕਾਨੀ ਕੁੰਡਲ ਗਲ ਮੋਤੀਆਂ ਕੀ ਮਾਲਾ, ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ, ਜੌਬਨ ਬਹਿਕਰਮ ਕਨਕ ਕੁੰਡਲ ਹੈ। ਜਵਾਨੀ ਦੀ ਉਮਰ ਵਿੱਚ ਕਣਕ ਸੋਨੇ ਦੇ ਕੁੰਡਲ ਪਾਉਂਦਾ ਬੰਦਾ। ਕਬੀਰ ਜੀ ਨੇ ਕਿਹਾ, ਕਬੀਰ ਕੰਚਨ ਕੇ ਕੁੰਡਲ ਬਨੇ, ਉੱਪਰ ਲਾਲ ਜੜਾਓ,
दिसह दादे कान जो जनमन नाही नाओ। सो कबीर जी कहते हैं कि हे कबीर, कंचन सोने के बने हुए कुंडल मनुख पहनता है, उन्होंने कुंडलों के उपर लालों के हीरियां के जड़ाओ जड़े हुए होण ते वो मनुख पहरे होण लोगों ने। तो इस प्रकार जिन्हों के मन च परमेश्वर का नाम नहीं है, सो वो तो इंज ही सानू कुंडलों वाले लोग जो दिसदे गहणियां वाले, जिवें अग दे नाल सड़िया होया काना धुप विच लिशकदा है। बाहरों बड़ी लिशक पुशक है पर विच उहदे भंगार ही सुआह ही हुंदी है। सो इस प्रकार के जो लोग हैं अंदरों खाली हैं, बाहरों विखावा बड़ा करते हैं। कानी कुंडल गल मोतियन की माला, गल च बड़े महंगे मोतियां दी माला जिवें राजे महाराजे धारण करते हैं। हुण विआहां शादियां च कई वारी माला लिया के पाउंदे मुंडियां नूं। लाल निहाली फूल गुलाला, लाल रंग दियां निहाली मखमली छेजा होण, लाल रंग सोहना बहुता मन्निया। तो इस तरह उत्ते गुलाल पोस्त आदि के जिहड़े गुला लाल एक बूटा जिहड़ा दे फुੱਲ ते विछाए जांदे होण। बिन जगदीश कहाँ सुख भाला, बिना वाहिगुरू परमात्मा की शरण तो सिमरन तो बगैर कित्थे सुख भालिया जा सकता। जिन्ना मर्जी भालो सुख नहीं लभ सकता। नैन सलोनी सुंदर नारी, बहुते वधिया नेत्रां वाली, सलोने सोहणे सुंदर नेत्रां वाली, तो इस प्रकार सुंदर स्वरूप वाली स्त्री भी प्राप्त हो जाए। खोड़ शिंगार करे अत प्यारी, 16 शिंगार रोज़ करती होवे शरीर ते, बड़ी अत्यंत प्यारी लगती होवे। बिन जगदीश भजे नित खुआरी, जो मर्जी ये सुंदर मखमली छेजा मान लवो, स्त्रियों का संग कर लवो, वाहिगुरू परमात्मा अकाल पुरख दे जगदीश दे भजन तो बगैर नित खुआरी। इस दुनिया जिउंदियां भी खुआरी पल्ले पैनी है। मन खुआर ही होवेगा, अगले जहान भी खुआरियां ही पल्ले पैणगियां। दर घर महला सेज सुखाली, बड़े सोहणे उच्चे दरवाजियां वाले घर होण, बड़े बड़े तकड़े महल होण, जंज कह लो महल माड़ियां होण, ते बड़ी सुखाली छेज बराजण वास्ते होवे, सुखमई छेज। जिवें अदम नां दा राजा सी ते उहदे छेज दे उपर रोज़ आके माली फुੱਲ विछाउंदे सी बड़े बड़े सुंदर। तो एक दिन किते दासी जिहड़ी नौकरानी सी, उहनूं छेज बड़ी सोहणी लगी, वो उत्ते पै गई। तां राजा आ गया ते उहने उहदे चाबकां मारियां, सट्टां मारियां सोटियां, ते वो रोई ते हस्सी भी। उन्होंने पुछ लिया भी हे दासी, तू रोई भी ते हस भी पई, दा की कारण? कहण लगी तू मेरे सोटियां मारियां, रोना तो आउणा ही सी, पीड़ा हुई सी। हस्सी मैं इस करके हाँ भई मैं घड़ी दो घड़ियां इस छेज ते सुत्ती है तो मैनूं सोटियां वजियां सज़ा मिली है। जिहड़ा नित इत्थे सौंदा उहदा की हाल होऊ, जिहड़ा इस मखमली छेज ते इन्ने सुख लैंदा फिर उहदा की हाल होऊगा। इस करके मैनूं हासा आया। फिर यदों राजा जिहड़ा बरागी हो के भगती करन वास्ते चला गया सी। सो इस प्रकार हजूर कहते दर घर महला सेज सुखाली, बड़े उच्चे दरवाजियां सोहणे दरवाजियां वाले घर होण, महल होण, सुंदर मखमली सुखालियां छेजा होण। एहन सफूल विछावै माली, नित ही माली लिया लिया के रोज़ दिने भी ते रात नूं भी फुੱਲ विछाउंदा होवे उन्हां छेजां ते। बिन हर नाम सो दे दुखाली, हरी दे नाम तो बगैर क्योंकि मन दुखी रहिंदा चिंता च, इस करके मन नूं देह भी दुख दे सहत ही रहिंदी है। देह भी दुख वाली रहिंदी है, हमेशा दुखी रहिंदी है। हैवर गैवर नेजे वाजे, है घोड़े वर श्रेष्ठ, श्रेष्ठ घोड़े ते गै हाथी वर श्रेष्ठ। सुंदर सोहणे श्रेष्ठ घोड़े होण सवारियां लई, गैवर हाथी होण, ते नेजे बरदार होण, नेजियां वालियां फौजां सिपाही नेजे लैके पैरे ते खड़दे होण। वाजे फौजियां वाले वाजे वजदे होण, जस दे वाजे ਜਦੋਂ जंग ਨੂੰ ਚੜ੍ਹਨਾ मारू वाजे वजाउण वाले नाल होण। लश्कर नेब खवासी पाजे, सो इस प्रकार ਜਿਹੜੇ लश्कर फौजी ਹਨ फौज नाल होवे। ਤੇ ਇਸੇ ਤਰ੍ਹਾਂ नेब नायब होण, सलाहकार ਐਲਕਾਰ। ਤੇ ਇਸੇ प्रकार ਖਵਾਸੀ ਜਿਹੜੇ शाही नौकर ਹਨ ਉਹ ਵੀ ਸਾਰੇ ਹੋਣ, ਅੱਗੇ ਪਿੱਛੇ ਭੱਜਣ ਫਿਰਨ ਵਾਲੇ, सेवा ਕਰਨ ਵਾਲੇ। ਇਹ ਸਾਰਾ ਕੁਝ ਮਹਾਰਾਜ ਕਹਿੰਦੇ ਪਾਜੇ ਝੂਠੇ ਹੀ ਹੈ सब कुछ। रब के नाम तो बगैर सब कुछ है तो झूठा ही, नासवंत। शरीर भी अपना झूठा था, सच्चे किवें हो गए। बिन जगदीश झूठे दिवाजे, बिना परमात्मा के सिमरन तो जीवन में जगदीश नहीं है, वाहिगुरू का भजन नहीं है, तो सारे जिहड़े विखावे हैं ये दिवाजे झूठे ही हैं। सारे दिवाजे का अर्थ है विखावा, अडंबर। सारे अडंबर झूठे ही हैं। सिद्ध कहावो रिद्ध सिद्ध बुलाओ, जे तुसीं बड़े पुगे होए जोगी बन जाओ, सिद्ध कहा लो अपने आप नूं।
ਰਿੱਧੀ ਜਦੋਂ ਆਵਾਜ਼ ਮਾਰੋ ਯਾਦ ਕਰੋ ਰਿੱਧੀ ਆਨੰਦ ਦੀ ਤੋੜਤਾ ਪ੍ਰਾਪਤ ਹੋ ਜਾਏ। ਤੇ ਸਿੱਧੀ 18 ਪ੍ਰਕਾਰ ਦੀ ਮਾਨਸਿਕ ਸ਼ਕਤੀ ਵਿੱਚ ਕੋਲ ਬੁਲਾ ਲਵੋ। ਤਾਜ ਕੁਲ ਹੈ ਸਿਰ ਛਤਰ ਬਣਾਵੋ। ਤਾਜ ਜਿਵੇਂ ਅੰਗਰੇਜ਼ ਲੋਕ ਤਾਜ ਰੱਖਦੇ ਸਿਰ 'ਤੇ, ਤਾਜ ਵਰਗੀ ਟੋਪੀ। ਅਤੇ ਇਸੇ ਤਰ੍ਹਾਂ ਜਿਹੜੇ ਮੁਸਲਮਾਨ ਸੀ ਉਹ ਉੱਪਰੋਂ ਲੰਮੀ ਜੀ ਉੱਪਰ ਨੂੰ ਕੁੱਲਾ, ਉਹਨੂੰ ਕੁੱਲਾ ਕਹਿੰਦੇ ਸੀ, ਉਹ ਸਿਰ 'ਤੇ ਰੱਖਦੇ ਸੀ। ਜਿਵੇਂ ਸ਼ਾਨ ਦਾ ਪ੍ਰਤੀਕ ਮੰਨਿਆ ਕੁੱਲਾ। ਅਤੇ ਇਸੇ ਤਰ੍ਹਾਂ ਜਿਵੇਂ ਬਚਨਾ ਕੁੱਲ੍ਹਾਂ ਦਿੰਦੇ ਬਾਬਲੇ ਲੈਂਦੇ ਵੱਡੇ ਨਲੱਜ। ਇਸ ਤਰ੍ਹਾਂ ਇੱਕ ਰਾਜਾ ਨੂੰ ਦੂਜੇ ਰਾਜੇ ਨੂੰ ਦਿੰਦਾ ਸੀ ਗੱਦੀ, ਉਹ ਕੁੱਲਾ ਬੰਨ੍ਹਦੇ ਸੀ, ਦੂਜੇ ਦੇ ਸਿਰ 'ਤੇ ਰੱਖਦੇ ਸੀ। ਜਾਂ ਫਕੀਰਾਂ 'ਚ ਵੀ ਚੱਲੀ ਆਉਂਦਾ ਰਿਵਾਜ਼ ਸੀ, ਮੁਸਲਮਾਨਾਂ 'ਚ ਕੁੱਲਾ ਦਿੰਦੇ ਸੀ ਦੂਸਰੇ ਨੂੰ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਕਿ ਤਾਜ ਵੀ ਸਿਰ 'ਤੇ ਹੋਵੇ, ਕੁੱਲਾ ਵੀ ਹੋਵੇ, ਸਿਰ ਛਤਰ ਬਣਾਓ ਅਤੇ ਸਿਰ 'ਤੇ ਛਤਰ ਵੀ ਹੋਣ। ਇਹ ਸਾਰੇ ਬਨਾਵਟ ਜੇ ਬਣਾ ਲਈਏ। ਬਿਨ ਜਗਦੀਸ਼ ਕਹਾਂ ਸੱਚ ਪਾਓ। ਜਗਦੀਸ਼ ਪਰਮਾਤਮਾ ਦੇ ਸਿਮਰਨ ਭਜਨ ਤੋਂ ਬਗੈਰ ਕਿੱਥੇ ਸੱਚ ਦੀ ਪ੍ਰਾਪਤੀ ਹੁੰਦੀ ਹੈ। ਵਾਹਿਗੁਰੂ ਜਗਦੀਸ਼ ਦੇ ਭਜਨ ਤੋਂ ਬਗੈਰ ਕਿੱਥੇ ਸੱਚ ਸਰੂਪ ਪਰਮੇਸ਼ਰ ਦਾ ਗਿਆਨ ਪ੍ਰਾਪਤ ਹੁੰਦਾ ਹੈ। ਖਾਨ ਮਲੂਕ ਕਹਾਵੋ ਰਾਜਾ। ਪਠਾਣਾਂ ਦੇ ਜਿਹੜੇ ਸਰਦਾਰ ਆ ਉਹਨਾਂ ਨੂੰ ਖਾਨ ਸਾਹਿਬ ਕਹਿੰਦੇ ਆ। ਜੇ ਉਹ ਖਾਨ ਕਹਾ ਲਈਏ ਆਪਣੇ ਆਪ ਨੂੰ। ਅਤੇ ਇਸੇ ਤਰ੍ਹਾਂ ਮਲੂਕ ਜਿਹੜੇ ਬਲੋਚ ਆ ਉਹਨਾਂ ਦੇ ਵਿੱਚ ਲੰਬੜਦਾਰ ਨੂੰ, ਜਿਹੜਾ ਨੰਬਰਦਾਰ ਹੁੰਦਾ ਉਹਨੂੰ ਮਲੂਕ ਕਹਿੰਦੇ ਨੇ। ਵੈਸੇ ਮਲਕ ਬਾਦਸ਼ਾਹ ਨੂੰ ਕਹਿੰਦੇ ਆ, ਪਰ ਇੱਥੇ ਜਿਹੜਾ ਸੰਪਰਦਾਈ ਅਰਥ ਹੈ ਉਹ ਬਲੋਚਾਂ ਦੇ ਜਿਹੜੇ ਨੰਬਰਦਾਰ ਆ ਉਹਨਾਂ ਵਾਸਤੇ ਹੈ। ਅਤੇ ਇਸੇ ਤਰ੍ਹਾਂ ਜੇ ਰਾਜਾ ਵੀ ਕਹਾ ਲਈਏ, ਅਵੇ ਤਵੇ ਕੂੜੇ ਹੈ ਪਾਜਾ। ਅਤੇ ਇਸ ਤਰ੍ਹਾਂ ਖਾਨ ਸਰਦਾਰ ਅਤੇ ਇਸੇ ਤਰ੍ਹਾਂ ਨੰਬਰਦਾਰ ਅਤੇ ਰਾਜੇ ਕਹਾਉਂਦੇ ਹੋਈਏ ਅਤੇ ਆਪਣੇ ਨੌਕਰਾਂ ਚਾਕਰਾਂ ਅਹਿਲਕਾਰਾਂ ਨੂੰ ਕਹੀ ਅਵੇ ਹੁਣ ਨਹੀਂ ਕਰਦਾ ਅਤੇ ਤਵੇ ਕਰੇਗਾ ਜਦੋਂ ਜੇਲ੍ਹ 'ਚ ਪਾ ਦਿੱਤਾ ਜਾਏਗਾ। ਅਵਾ ਤਵਾ ਬੋਲਣਾ, ਇਹਨੂੰ ਆਮ ਕਹਾਵਤ ਹੈ ਲੋਕਾਂ ਦੀ, ਅਵਾ ਤਵਾ ਬੋਲਦਾ। ਸੋ ਇਸ ਪ੍ਰਕਾਰ ਅਵੇ ਤਵੇ ਬੋਲਣਾ ਅਤੇ ਇਸ ਤਰ੍ਹਾਂ ਵੱਧ ਘੱਟ ਬੋਲਣਾ ਜਿਹੜਾ ਇਹ ਵੀ ਪ੍ਰਾਪਤ ਹੋਵੇ। ਕੂੜੇ ਹੈ ਪਾਜਾ। ਇਹ ਸਾਰਾ ਕੁਝ ਕੂੜ ਹੀ ਹੈ, ਪਾਜ ਮੁਲੰਮਾ ਹੀ ਹੈ, ਸਾਰਾ ਵਿਖਾਵਾ ਕੂੜ ਹੀ ਹੈ ਸਾਰਾ ਕੁਛ। ਬਿਨ ਗੁਰ ਸ਼ਬਦ ਨਾ ਸਬਰਸ ਕਾਜਾ। ਗੁਰਾਂ ਦੇ ਸ਼ਬਦ ਉਪਦੇਸ਼ ਨਾਲ ਜੁੜਨ ਤੋਂ ਬਗੈਰ ਜਿਹੜਾ ਕਾਜਾ ਕਾਰਜ ਹੈ ਨਾ, ਸਵਰਦਾ ਨਹੀਂ ਹੈ। ਕੋਈ ਕਾਰਜ ਨਹੀਂ ਸਵਰਦੇ, ਅਧੂਰੇ ਹੀ ਰਹਿ ਜਾਂਦੇ ਆ। ਭਾਵ ਮਨੁੱਖਾ ਜਨਮ ਦਾ ਜਿਹੜਾ ਮੁੱਖ ਪ੍ਰਯੋਜਨ ਕਾਰਜ ਹੈ ਉਹ ਮੁਕਤ ਹੋਣ ਦਾ, ਕਲਿਆਣ ਪ੍ਰਾਪਤ ਕਰਨ ਦਾ। ਗੁਰੂ ਸ਼ਬਦ ਨਾਲ ਜੁੜਨ ਤੋਂ ਬਗੈਰ ਜਿਹੜਾ ਆਤਮਿਕ ਕਾਰਜ ਹੈ, ਮਾਨਸਿਕ ਕਾਰਜ, ਉਹ ਸਵਰਦਾ ਨਹੀਂ ਹੈ, ਪਰਮਾਰਥਕ ਕਾਰਜ ਨਹੀਂ ਪੂਰਾ ਹੁੰਦਾ। ਹਉਮੈ ਮਮਤਾ ਗੁਰ ਸ਼ਬਦ ਵਿਸਾਰੀ। ਇਉਂ ਲੋਕਾਂ ਨੂੰ, ਜੀਆਂ ਨੂੰ ਹੰਗਤਾ ਅਤੇ ਮਮਤਾ ਚੰਬੜੀ ਹੋਈ ਹੈ। ਹਉਮੈ ਮੈਂ ਵੱਡਾ, ਮਮਤਾ ਪਦਾਰਥਾਂ ਦੀ ਜਿਹੜੀ ਮੇਰ ਹੈ ਇਹ ਗੁਰੂ ਦੇ ਸ਼ਬਦ ਨਾਲ ਜਿਹੜਾ ਜੁੜਿਆ ਹੈ, ਗੁਰੂ ਦੇ ਸ਼ਬਦ ਦੇ ਪ੍ਰਤਾਪ ਦੁਆਰਾ ਉਸਨੇ ਜਿਹਨੇ ਵਿਸਾਰ ਦਿੱਤੀ ਹੈ ਹੰਗਤਾ ਅਤੇ ਮਮਤਾ। ਗੁਰਮਤਿ ਜਾਣਿਆ ਹਿਰਦੈ ਮੁਰਾਰੀ। ਅਤੇ ਗੁਰਾਂ ਦੀ ਮੱਤ ਸਿੱਖਿਆ ਦੁਆਰਾ ਆਪਣੇ ਹਿਰਦੇ ਵਿੱਚ ਮੁਰਾਰੀ ਪਰਮੇਸ਼ਰ ਨੂੰ ਉਸਨੇ ਜਾਣ ਲਿਆ। ਪ੍ਰਣਵਤ ਨਾਨਕ ਸ਼ਰਨ ਤੁਮਾਰੀ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਕਿ ਮਹਾਰਾਜ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਜਿਹੜੇ ਐਸੇ ਗੁਰਮੁਖ ਨੇ ਨਾ, ਜਿਨ੍ਹਾਂ ਗੁਰਮਤ ਦੁਆਰਾ ਹਿਰਦੇ 'ਚ ਮੁਰਾਰੀ ਆਪ ਜੀ ਨੂੰ ਜਾਣ ਲਿਆ, ਉਹ ਤੁਹਾਡੀ ਸ਼ਰਨ 'ਚ ਹੀ ਪੈ ਰਹਿੰਦੇ ਨੇ। ਅਥਵਾ ਬੇਨਤੀ ਕਰਦੇ ਹਾਂ ਕਿ ਮਹਾਰਾਜ ਅਸੀਂ ਤਾਂ ਆਪ ਦੀ ਸ਼ਰਨ ਵਿੱਚ ਹੀ ਹਾਂ। ਗੌੜੀ ਮਹੱਲਾ ਪਹਿਲਾ। ਗੌੜੀ ਰਾਗਣੀ ਅੰਦਰ ਗੁਰਦੇਵ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਬਚਨ ਫਰਮਾਉਂਦੇ ਨੇ, ਸੇਵਾ ਏਕ ਨਾ ਜਾਣਸ ਅਵਰੇ। ਜੋ ਗੁਰਮੁਖ ਪਿਆਰਾ ਹੈ ਉਹ ਇੱਕ ਪ੍ਰਮਾਤਮਾ ਦੀ ਸੇਵਾ ਕਰਨੀ ਉਹਦੇ ਜੀਵਨ ਦਾ ਪ੍ਰਯੋਜਨ ਹੈ। ਜਿਵੇਂ ਦਸਮ ਪਾਤਸ਼ਾਹ ਨੇ ਕਿਹਾ, ਪਾਏ ਗਏ ਜਬ ਤੇ ਤੁਮਰੇ ਤਬ ਤੇ ਕੂ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨਿਓ। ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਇਸੇ ਪ੍ਰਕਾਰ ਹਜ਼ੂਰ ਕਹਿੰਦੇ ਨੇ ਉਹ ਇੱਕ ਪਰਮੇਸ਼ਰ ਦੀ ਸੇਵਾ ਭਗਤੀ ਕਰਦਾ ਗੁਰਮੁਖ ਪਿਆਰਾ। ਨਾ ਜਾਣਸ ਅਵਰੇ। ਅਵਰੇ ਹੋਰਨਾਂ ਨੂੰ ਕੁਛ ਨਹੀਂ ਉਹ ਜਾਣਦਾ, ਹੋਰਨਾਂ ਨੂੰ ਪਰਮੇਸ਼ਰ ਦੇ ਬਰਾਬਰ ਦਾ ਸ਼ਰੀਕ ਨਹੀਂ ਕਿਸੇ ਨੂੰ ਸਮਝਦਾ, ਨਾ ਹੀ ਕਿਸੇ ਦੀ ਬੰਦਗੀ ਉਹ ਕਰਦਾ ਹੈ। ਪਰਪੰਚ ਬਿਆਦ ਤਿਆਗਿਆ ਕਵਰੇ। ਜਿਹੜਾ ਇਹ ਪ੍ਰਪੰਚ ਸੰਸਾਰ ਹੈ ਨਾ, ਛਲ ਰੂਪ, ਇਹ ਸੰਸਾਰ ਛਲ ਰੂਪ ਜੋ ਹੈ, ਇਹਦੇ ਅੰਦਰ ਜਿਹੜੇ ਭੋਗ ਹਨ ਸੰਸਾਰ ਦੇ ਪਦਾਰਥਾਂ ਦੇ ਭੋਗ, ਵਿਕਾਰਾਂ ਦੇ ਭੋਗ, ਇਹਨਾਂ ਨੂੰ ਵਿਆਧੀ ਜਾਣ ਕੇ, ਰੋਗ ਰੂਪ ਜਾਣ ਕੇ ਅਤੇ ਕਵੜੇ ਖਿਨਮੈ ਕੌੜੇ ਹੋਏਗੇ ਜਿਤੜੇ ਮਾਇਆ ਭੋਗ, ਇਸ ਤਰ੍ਹਾਂ ਕਵਰੇ ਕੌੜੇ ਜਾਣ ਕੇ ਉਹ ਗੁਰਮੁਖ ਪਿਆਰਾ ਤਿਆਗ ਦਿੰਦਾ ਮਨ ਵਿੱਚੋਂ। ਇਹਨਾਂ ਦੀ ਲਾਲਸਾ ਤਿਆਗ ਦਿੰਦਾ। ਮਤਲਬ ਭਾਏ ਮਿਲੈ ਸੱਚ ਸਾਚੈ ਸਚਰੇ। ਇਹ ਟਕਸਾਲੀ ਪਾਠ ਸਚਰੇ ਇਕੱਠਾ ਹੈ। ਅਤੇ ਵਿਆਹ ਕਰਨ ਵਾਲੇ ਜਿਹੜੇ ਪ੍ਰੋਫੈਸਰ ਸਾਹਿਬ ਸਿੰਘ ਜੀ ਆਦਿਕ ਹਨ, ਉਹਨਾਂ ਨੇ ਸੱਚ ਦੇ ਚੱਚੇ ਰੂੰਕੜ ਹੋਣ ਕਰਕੇ ਰੇ ਵੱਖਰਾ ਕੀਤਾ। ਪਰ ਸਭਨਾ ਥਾਵਾਂ 'ਤੇ ਵਿਆਹ ਕਰਨ ਦੇ ਨਿਯਮ ਲਾਗੂ ਨਹੀਂ ਹੁੰਦੇ ਹਨ ਗੁਰੂ ਗ੍ਰੰਥ ਸਾਹਿਬ ਵਿੱਚ।
ਰਸਨਾ ਏਕ ਜਸ ਗਾਏ ਨਾ ਸਾਕੈ, ਬਹੁ ਕੀਜੈ ਬਹੁ ਰਸਨ ਥੇ। ਉੱਥੇ ਵੀ ਸੱਸੇ ਨੂੰ ਔਂਕੜ ਲੱਗਾ ਹੋਇਆ, ਪਰ ਜੇ ਰਸ ਨਾ ਥੇ ਜਾਂ ਰਸ ਨਥੇ ਪਾਠ ਕਰੀਏ ਤਾਂ ਬਿਲਕੁਲ ਗਲਤ ਅਰਥ ਕੋਈ ਬਣਦਾ ਹੀ ਨਹੀਂ, ਅਤੇ ਉਹ ਰਸਨਾ ਦਾ ਹੀ ਵਾਚਕ ਹੈ ਪਰ ਸੱਸੇ ਨੂੰ ਔਂਕੜ ਲੱਗਾ ਹੋਇਆ। ਇਸ ਤਰ੍ਹਾਂ ਹੋਰ ਵੀ ਬਹੁਤ ਬਚਨ ਹਨ ਗੁਰਬਾਣੀ ਵਿੱਚ ਜਿੱਥੇ ਵਿਆਕਰਨ ਨਹੀਂ ਟੁਕਦਾ। ਸੋ ਇਸ ਤਰ੍ਹਾਂ ਹਜ਼ੂਰ ਕਹਿੰਦੇ ਨੇ ਭਾਏ ਮਿਲੈ ਸੱਚ, ਸੱਚ ਹੈ ਸੱਚ ਰੇ। ਭਾਏ ਜਿਹੜਾ ਪ੍ਰੇਮ ਹੈ, ਪ੍ਰੇਮ ਦੁਆਰਾ ਜਿਹੜੇ ਸੱਚ ਸਰੂਪ ਪਰਮੇਸ਼ਰ ਨੂੰ ਜਿਹੜਾ ਮਿਲਦਾ ਹੈ, ਉਹ ਸੱਚੇ ਅਕਾਲ ਪੁਰਖ ਦੇ ਵਿੱਚ ਹੀ ਸੱਚਰੇ ਸੱਚੇ ਨੂੰ ਹੀ ਆਪਣੇ ਹਿਰਦੇ ਅੰਦਰ ਸੰਚ ਲੈਂਦੇ ਹਨ। ਸੱਚੇ ਦੇ ਨਾਮ ਦਾ ਸੰਚਾਰ ਕਰ ਲੈਂਦੇ, ਸੰਚ ਲੈਂਦੇ ਆ, ਇਕੱਠਾ ਕਰ ਲੈਂਦੇ ਨਾਮ ਨੂੰ। ਇਸੇ ਪ੍ਰਕਾਰ ਭਾਏ ਮਿਲਿਆ ਸੱਚ, ਸੱਚ ਹੈ ਸੱਚ ਰੇ। ਸੋ ਇਸ ਤਰ੍ਹਾਂ ਭੇਦ ਹੀ ਹੋ ਜਾਂਦੇ ਆ ਸੱਚ ਸਰੂਪ ਅਕਾਲ ਪੁਰਖ ਵਿੱਚ। ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਪ੍ਰੇਮ ਵਿੱਚ ਮਿਲ ਕੇ ਉਹ ਸੱਚੇ ਅਕਾਲ ਪੁਰਖ ਦੇ ਵਿੱਚ ਹੀ ਸੱਚਰੇ ਅਭੇਦ ਹੋ ਜਾਂਦੇ ਹਨ। ਉਹ ਭੇਦ ਹੋ ਜਾਂਦਾ ਗੁਰਮੁਖ ਪਿਆਰਾ। ਐਸਾ ਰਾਮ ਭਗਤ ਜਨ ਹੋਈ। ਇਹੋ ਜਿਹਾ ਰਾਮ ਰਵੇਂ ਹੋਏ ਪਰਮਾਤਮਾ ਦਾ ਭਗਤ ਜਨ ਸੇਵਕ ਜੋ ਹੈ ਉਹ ਹੁੰਦਾ ਹੈ। ਇਹੋ ਜਿਹਾ ਰਾਮ ਦਾ ਭਗਤ ਵਾਹਿਗੁਰੂ ਦਾ ਸੇਵਕ ਹੁੰਦਾ ਹੈ। ਹਰ ਗੁਣ ਗਾਏ ਮਿਲੈ ਮਲ ਧੋਈ। ਹਰੀ ਅਕਾਲ ਪੁਰਖ ਦੇ ਗੁਣਾਨਵਾਦ ਨੂੰ ਗਾਉਂਦਾ ਹੋਇਆ, ਰੱਬ ਦੇ ਗੁਣ ਪਤਤ ਪਾਵਨ ਹੈ, ਭਗਤ ਵਸ਼ਲ ਹੈ, ਦੀਨ ਦਿਆਲ ਹੈ, ਅਨਾਥਾਂ ਦਾ ਨਾਥ ਹੈ, ਇਤਿਆਦਿਕ ਰੱਖਿਅਕ ਸਰੂਪ ਹੈ। ਇਹ ਜਿਹੜੇ ਗੁਣ ਹਨ ਪਰਮੇਸ਼ਰ ਦੇ, ਵਡਿਆਈ ਕਰਨੀ, ਜਸ ਗਾਉਣਾ, ਇਹ ਗਾਉਂਦਾ ਹੋਇਆ ਮਿਲਦਾ ਪਰਮੇਸ਼ਰ ਨੂੰ ਅਤੇ ਆਪਣੀ ਸਾਰੀ ਮੈਲ ਧੋ ਲੈਂਦਾ। ਕਿਉਂ ਹਰੀ ਦੇ ਗੁਣ ਗਾ ਗਾ ਕੇ ਆਪਣੇ ਮਨ ਦੀ ਮੈਲ ਧੋ ਕੇ ਫਿਰ ਪਰਮੇਸ਼ਰ ਨੂੰ ਮਿਲਦਾ ਹੈ। ਉਹੀ ਅਸਲੀ ਵਾਹਿਗੁਰੂ ਦਾ ਭਗਤ ਹੈ। ਰਹਾਓ ਊਂਦੋ ਕਵਲ ਸਗਲ ਸੰਸਾਰ ਹੈ। ਜਿਹੜਾ ਸਾਰਾ ਸੰਸਾਰ ਹੈ ਨਾ, ਇਹ ਊਂਦਾ ਕਵਲ ਹੈ, ਪੁੱਠਾ ਕਵਲ। ਭਾਵ ਇਹਨਾਂ ਸਾਰਿਆਂ ਜੀਆਂ ਦੇ ਜਿਹੜੇ ਹਿਰਦੇ ਹਨ ਉਹ ਪੁੱਠੇ ਕਵਲ ਦੀ ਨਿਆਈ ਹਨ। ਜਿਵੇਂ ਕਮਲ ਫੁੱਲ ਪੁੱਠਾ ਹੁੰਦਾ, ਪੁੱਠਾ ਕਰ ਦਈਏ ਤਾਂ ਇਸ ਤਰ੍ਹਾਂ ਇਹਨਾਂ ਦੇ ਹਿਰਦੇ ਕਵਲ ਜਿਹੜੇ ਪੁੱਠੇ ਹਨ, ਭਾਵ ਸੰਸਾਰ ਵਾਲੇ ਪਾਸੇ ਹੀ ਹੈ। ਝੂਠਾ ਜਿਹੜਾ ਸੰਸਾਰ ਹੈ, ਇਹ ਸਮੱਗਰੀ, ਇਹ ਪਦਾਰਥ, ਇਹਨਾਂ 'ਚ ਹੀ ਖਚਤ ਹਨ। ਦੁਰਮਤ ਯਗਨ ਜਗਤ ਪ੍ਰਜਾਰੈ। ਜਿਹੜੀ ਦੁਰਮਤ ਖੋਟੀ ਮੱਤ ਵਾਲੀ ਅਗਨੀ ਹੈ ਨਾ, ਉਹਦੇ ਵਿੱਚ ਸਾਰਾ ਜਗਤ ਹੀ ਸੜਦਾ ਪਿਆ। ਜਿਹੜੀ ਦੁਰਮਤ ਹੈ ਜੀਆਂ ਦੇ ਅੰਦਰ, ਖੋਟੀ ਮੱਤ, ਇਹ ਮਾਨੋ ਅੱਗ ਬਣ ਕੇ ਸਾਰੇ ਜਗਤ ਨੂੰ ਪ੍ਰਜਵਲਿਤ ਹੋ ਕੇ ਬਲਦੀ ਹੋਈ, ਮੱਚਦੀ ਹੋਈ, ਪਰ ਵਿਸ਼ੇਸ਼ ਕਰਕੇ ਜਾਲਦੀ ਪਈ ਹੈ ਸਾਰੇ ਜਗਤ ਨੂੰ। ਸੋ ਉਬਰੈ ਗੁਰ ਸ਼ਬਦ ਵਿਚਾਰੈ। ਉਹ ਉਬਰਦਾ ਬਚਦਾ ਇਸ ਅੱਗ ਤੋਂ ਜਿਹੜਾ ਗੁਰਾਂ ਦੇ ਸ਼ਬਦ ਨੂੰ ਹਿਰਦੇ ਅੰਦਰ ਵਿਚਾਰਦਾ ਰਹਿੰਦਾ ਹੈ। ਗੁਰੂ ਦੇ ਸ਼ਬਦ ਦੀ ਵਿਚਾਰ ਜਿਹਦੇ ਹਿਰਦੇ 'ਚ ਵਸ ਜਾਂਦੀ ਹੈ, ਵਿਚਾਰਦਾ ਗੁਰਾਂ ਦੇ ਉਪਦੇਸ਼ ਨੂੰ, ਉਹ ਉਬਰੈ ਬਚ ਵੀ ਜਾਂਦਾ ਹੈ। ਭ੍ਰਿੰਗ ਪਤੰਗ ਕੁੰਚਰ ਅਰਮੀਨਾ। ਜਿਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਆਉਂਦਾ ਹੈ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਪੰਚ ਦੋਖ ਸਾਧ ਜਾਮੈ ਤਾਗੀ ਕੇਤਕ ਆਸ। ਇਹਨਾਂ ਪੰਜਾਂ ਬਾਰੇ ਆਇਆ ਵੀ ਇਹ ਸ਼ਬਦ ਸਪਰਸ਼ ਰੂਪ ਰਸ ਗੰਧ, ਇੱਕ ਇੱਕ ਦੋਸ਼ ਇਹਨਾਂ ਅੰਦਰ ਹੈ ਜਿਹੜੇ ਇਹ ਜੀਵ ਹਨ। ਭ੍ਰਿੰਗ ਭੌਰਾ ਅਤੇ ਪਤੰਗ ਪਤੰਗਾ, ਕੁੰਚਰ ਹਾਥੀ, ਅਰ ਬੌੜੋ ਅਤੇ ਮੀਨਾ ਮੱਛੀ, ਅਤੇ ਅੱਗੇ ਮਿਰਗ ਮਰੈ ਸਹਿ ਆਪਣਾ ਕੀਨਾ। ਮਿਰਗ ਜਿਹੜਾ ਹਿਰਨ ਹੈ ਉਹ ਵੀ ਇੱਕ ਦੋਸ਼ ਕਰਕੇ ਹੀ ਮਰਦਾ ਹੈ। ਜਿਵੇਂ ਭ੍ਰਿੰਗ ਭੌਰਾ ਹੈ, ਇਹ ਕਮਲ ਫੁੱਲ ਦੇ ਉੱਪਰ ਆ ਕੇ ਬੈਠਦਾ, ਖੁਸ਼ਬੂ ਦਾ ਪ੍ਰੇਮੀ ਹੈ, ਅਤੇ ਸ਼ਾਮਾਂ ਨੂੰ ਸੂਰਜ ਅਸਤ ਹੋਣ ਵੇਲੇ ਕਮਲ ਫੁੱਲ ਬੰਦ ਹੋ ਜਾਂਦਾ। ਇਹ ਗਲਤਾਨ ਹੋਇਆ ਮਕਰੰਦ ਰਸ ਵਿੱਚੇ ਵਿਚਾਰਾ ਰਾਤ ਰਾਤ ਮਰ ਜਾਂਦਾ ਹੈ। ਅਤੇ ਇਸ ਤਰ੍ਹਾਂ ਜੀਵਨ ਲੀਲਾ ਸਮਾਪਤ ਹੋਈ। ਪਤੰਗਾ ਦੀਵੇ ਦੀ ਲਾਟ ਦਾ ਆਸ਼ਿਕ ਹੈ, ਉੱਥੇ ਦੀਵੇ ਦੀ ਲਾਟ 'ਤੇ ਆ ਕੇ ਮਰਦਾ। ਕੁੰਚਰ ਜਿਹੜਾ ਹਾਥੀ, ਇਹਦੇ ਅੰਦਰ ਸਪਰਸ਼ ਦਾ ਦੋਸ਼ ਹੈ। ਜਿਵੇਂ ਬਚਨ ਹਨ, ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ ਚਲ ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ ਚਲਤ ਰਚਿਓ ਜਗਦੀਸ਼, ਕਾਮ ਸਵਾਇ ਗਜ ਬਸ ਪਰੇ ਮਨ ਬੌਰਾ ਰੇ ਅੰਕ ਸਹਿਓ ਸੀਸ। ਵਿਖੈ ਬਾਜ ਹਰ ਰਾਜ ਸਮਝ ਮਨ ਬੌਰਾ ਰੇ, ਨਿਰਭੈ ਹੋਏ ਨਾ ਹਰ ਭਜੇ ਮਨ ਬੌਰਾ ਰੇ, ਗਹਿਓ ਨਾ ਰਾਮ ਜਹਾਜ, ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹਾਥ ਪਸਾਰ, ਛੂਟਣ ਕੋ ਸਹਿਸਾ ਪਰਿਓ ਮਨ ਬੌਰਾ ਰੇ, ਨਾਚਿਓ ਘਰ ਘਰ ਬਾਰ। ਐਸੇ ਬਚਨ ਬਹੁਤ ਆਏ ਹਨ ਬਾਣੀ ਅੰਦਰ। ਅਤੇ ਕਾਗਜ਼ਾਂ ਦੀ ਹਥਣੀ ਬਣਾ ਕੇ, ਟੋਆ ਪੁੱਟ ਕੇ ਉੱਤੇ ਛੋਟੀਆਂ ਲੱਕੜਾਂ ਰੱਖ ਕੇ, ਘਾਹ ਫੂਸ ਰੱਖ ਕੇ ਉੱਪਰ ਕਾਗਜ਼ਾਂ ਦੀ ਹਥਣੀ ਖੜੀ ਕਰ ਦਿੰਦੇ ਆ। ਇਹਦੇ ਕਮਜ਼ੋਰੀ ਦਾ ਪਤਾ, ਹਾਥੀ ਦੀ ਕਮਜ਼ੋਰੀ ਦਾ। ਅਤੇ ਜਿਸ ਵੇਲੇ ਆਉਂਦਾ ਸਪਰਸ਼ ਦੀ ਇੱਛਾ ਲੈ ਕੇ, ਅਤੇ ਭਾਰ ਸਰੀਰ ਦਾ ਜ਼ਿਆਦਾ ਹੋਣ ਕਰਕੇ ਲੱਕੜਾਂ ਟੁੱਟ ਜਾਂਦੀਆਂ, ਟੋਏ 'ਚ ਡਿੱਗਦਾ, ਅਤੇ ਫਿਰ ਇਸ ਨੂੰ ਇੰਨਾ ਮਨਾ ਕੇ ਭੁੱਖਾ ਧਿਆਇਆ ਰੱਖ ਕੇ ਅਤੇ ਬਾਹਰ ਕੱਢਦੇ। ਫਿਰ ਇਹਦੇ ਸਿਰ 'ਤੇ ਬੈਠ ਕੇ ਕੁੰਡੇ ਇਹਦੇ ਮਾਰਦੇ ਆ, ਸਾਰੀ ਉਮਰ ਕੁੰਡੇ ਸਹਾਰਦਾ।
इस तरह हजूर जिक्र कर रहे हैं कि भृंग भौरा, पतंग पतंगा, कुंचर हाथी, अर बौड़ो अते मीना मच्छी इनू जमान के चस्के का दोष है। ਜਦੋਂ ਮਾਸ ਦਾ ਟੁਕੜਾ ਜਾਂ ਭੋਜਨ ਦਾ ਟੁਕੜਾ ਲਾ ਕੇ ਕੁੰਡੀ ਸੁੱਟਦੇ ਆ, ਇਹ ਮੂੰਹ 'ਚ ਪਾ ਲੈਂਦੀ ਹੈ ਅਤੇ ਉਹ ਖਿੱਚਦੇ ਆ ਜਿਸ ਵੇਲੇ ਤੇ ਇਹਦਾ ਮੂੰਹ ਪਾਟ ਜਾਂਦਾ, ਵਿੰਨੀ ਜਾਂਦੀ ਹੈ ਅਤੇ ਫਿਰ ਬਾਹਰ ਸੁੱਟ ਕੇ ਤੜਫਦੀ ਨੂੰ ਮਾਰ ਕੇ ਫਿਰ ਇਹਦਾ ਜਿਹੜਾ ਕੀਮਾ ਕਰਕੇ ਬਣਾ ਕੇ ਭੋਜਨ ਖਾਂਦੇ ਹਨ ਅਗਲੇ। ਮਿਰਗ ਮਰੈ, ਮਿਰਗ ਜਿਹੜਾ ਹਿਰਨ ਹੈ ਇਹਦੇ ਅੰਦਰ ਦੋਸ਼ ਹੈ ਸ਼ਬਦ ਦਾ, ਅਤੇ ਇੱਕ ਘੜੇ ਦੇ ਉੱਪਰ ਕਾਗਜ਼ ਰੱਖ ਕੇ ਜਾਂ ਚਮੜਾ ਰੱਖ ਕੇ ਛੇਕ ਕਰਕੇ ਧਾਗੇ ਨਾਲ ਖੰਭ ਬੰਨ੍ਹ ਕੇ ਹੇਠਾਂ ਉੱਪਰ ਖਿੱਚਦੇ ਆ, ਨਾਲੇ ਇੱਕ ਗੀਤ ਗਾਉਂਦੇ ਨੇ ਅਤੇ ਹਿਰਨ ਭੱਜਾ ਆਉਂਦਾ ਘੜੇ ਨਾਲ ਕੰਨ ਲਾਉਣ ਦੀ ਇੱਛਾ, ਅਤੇ ਉਹ ਫਿਰ ਤੀਰ ਜਾਂ ਬੰਦੂਕ ਦੀ ਗੋਲੀ ਮਾਰ ਕੇ ਮਾਰ ਲੈਂਦੇ ਹਨ। ਇਸ ਤਰ੍ਹਾਂ ਮਿਰਗ ਵੀ ਮਰ ਜਾਂਦਾ ਹੈ। ਸਹਿ ਆਪਣਾ ਕੀਨਾ, ਆਪਣਾ ਕੀਤਾ ਜਿਹੜਾ ਨਾ ਉਸ ਨੂੰ ਸਹਿ ਸਹਾਰ ਕੇ, ਆਪਣਾ ਜਿਹੜਾ ਕੀਤਾ ਕਰਮ ਹੈ ਉਹਨੂੰ ਸਹਾਰ ਕੇ ਇਸ ਤਰ੍ਹਾਂ ਮਿਰਗ ਵੀ ਮਰਿਆ ਅਤੇ ਦੂਜੇ ਵੀ ਚਾਰੇ ਮਰੇ। ਤ੍ਰਿਸ਼ਨਾ ਰਾਚ ਤਤ ਨਹੀਂ ਬੀਨਾ, ਤ੍ਰਿਸ਼ਨਾ 'ਚ ਰਚ ਕੇ ਜਿਹੜਾ ਤਤ ਨਿਚੋੜ ਰੂਪ ਹੈ ਪਰਮੇਸ਼ਰ ਵਾਹਿਗੁਰੂ, ਉਸ ਦਾ ਸਿਮਰਨ ਜਿਹੜਾ ਨਹੀਂ ਬੀਨਾ ਨਹੀਂ ਦੇਖਿਆ। ਬੀਨਾ ਮੈਨੇ ਵੇਖਣਾ ਹੁੰਦਾ ਫਾਰਸੀ 'ਚ। ਸੋ ਇਸ ਪ੍ਰਕਾਰ ਤਤ ਨਹੀਂ ਵੇਖਿਆ ਜ਼ਿੰਦਗੀ ਵਿੱਚ ਵੀ ਤਤ ਕੀ ਨਿਚੋੜ ਕੇ ਸਾਡੇ ਜੀਵਨ 'ਚ ਸਾਨੂੰ ਕਰਨਾ ਕੀ ਚਾਹੀਦਾ। ਇਸ ਤਰ੍ਹਾਂ ਜੀਵਨ ਇਹਨਾਂ ਪੰਜਾਂ ਦੀ ਤਰ੍ਹਾਂ ਜਿਹੜੇ ਜੀਵ ਹਨ ਉਹਨਾਂ ਅੰਦਰ ਪੰਜੇ ਹੀ ਦੋਸ਼ ਹਨ, ਅਤੇ ਇਹਨਾਂ ਪੰਜਾਂ ਦੋਸ਼ਾਂ ਦੀ ਤ੍ਰਿਸ਼ਨਾ 'ਚ ਰਚ ਕੇ ਜਿਹੜਾ ਤਤ ਸਿਧਾਂਤ ਰੂਪ ਹੈ ਪਰਮੇਸ਼ਰ ਅਕਾਲ ਪੁਰਖ ਉਹਨੂੰ ਨਹੀਂ ਵੇਖਿਆ, ਉਸ ਨੂੰ ਜਾਣਿਆ ਨਹੀਂ। ਕਾਮ ਚਿੱਤਾ ਕਾਮਣ ਹਿਤਕਾਰੀ, ਜਿਹੜਾ ਵਿਅਕਤੀ ਕਾਮਣ ਇਸਤਰੀਆਂ ਦਾ ਹਿਤਕਾਰੀ ਪ੍ਰੇਮੀ ਹੈ ਉਹਦੇ ਚਿੱਤ ਦੇ ਅੰਦਰ ਹਮੇਸ਼ਾ ਚਿਤਵਨੀ ਕਾਮ ਵਾਸ਼ਨਾ ਦੀ ਚੱਲਦੀ ਹੈ। ਕ੍ਰੋਧ ਬਿਨਾਸਾ ਸਗਲ ਵਿਕਾਰੀ, ਸਾਰੇ ਜਿਹੜੇ ਵਿਕਾਰੀ ਲੋਕ ਨੇ ਕਾਮ ਦੇ ਅਧੀਨ ਉਹਨਾਂ ਨੂੰ ਬਹੁਤਾ ਕ੍ਰੋਧ ਚੰਬੜਦਾ ਹੈ ਅਤੇ ਕ੍ਰੋਧ ਬਿਨਾਸਾ ਨਾਸ ਕਰ ਦਿੰਦਾ ਸਾਰੇ ਵਿਕਾਰੀਆਂ ਜੀਆਂ ਦਾ। ਪਤ ਮਤ ਖੋਵਹਿ ਨਾਮ ਵਿਸਾਰੀ, ਕਿਉਂਕਿ ਉਹਨਾਂ ਵਾਹਿਗੁਰੂ ਦਾ ਨਾਮ ਵਿਸਾਰਿਆ ਹੋਇਆ, ਆਪਣੀ ਪੱਤ ਵੀ ਖੋਵੈ ਨਾਸ ਕਰਦੇ ਹਨ। ਮੱਤ ਵੀ ਨਹੀਂ ਚੰਗੀ ਉਹਨਾਂ ਪਾਸ ਆਉਂਦੀ, ਮੱਤ ਵੀ ਆਪਣੀ ਖੋਵੈ ਨਾਸ ਕਰ ਲੈਂਦੇ, ਅਕਲ ਨਹੀਂ ਰਹਿਣ ਦਿੰਦੇ ਕਾਮ ਕ੍ਰੋਧ। ਪਰ ਘਰ ਚੀਤ ਮਨ ਮੁਖ ਡੋਲਾਏ, ਮਨ ਦੇ ਪਿੱਛੇ ਲੱਗਣ ਵਾਲਾ ਮਨਮੁਖਤਾ ਕਰਕੇ ਇਹ ਜੀਵ ਪਰਾਇਆ ਘਰਾਂ ਵਿੱਚ ਆਪਣਾ ਚਿੱਤ ਜਿਹੜਾ ਡੁਲਾਉਂਦਾ, ਪਰਾਇਆ ਧਨ ਵੀ ਵੇਖਦਾ, ਪਰਾਇਆ ਤਨ ਵੇਖਦਾ। ਆਪਣੇ ਘਰ ਭਾਵੇਂ ਸਭ ਕੁਛ ਹੋਵੇ, ਇਹਦੇ ਬਾਵਜੂਦ ਜਿਹੜਾ ਮਨ ਦੇ ਪਿੱਛੇ ਲੱਗਣ ਵਾਲਾ ਗੁਰਾਂ ਦੇ ਅਨੁਸਾਰ ਨਹੀਂ ਚੱਲਦਾ, ਇਹ ਮਨਮੁਖ ਬੰਦਾ ਪਰਾਇਆ ਘਰਾਂ ਵਿੱਚ ਆਪਣੇ ਚਿੱਤ ਨੂੰ ਡਲਾਉਂਦਾ ਹੈ। ਗਲ ਜੇਵਰੀ ਧੰਦਾ ਲਪਟਾਏ, ਮਨ ਉਹਦੇ ਅੰਤਸ਼ਕਰਨ ਰੂਪੀ ਗਲ ਦੇ ਜੇਵੜੀ ਰੱਸੀ ਪਈ ਹੋਈ ਹੈ ਅਤੇ ਧੰਦਿਆਂ ਵਿੱਚ ਹੀ ਲੰਪਟ ਹੋ ਰਿਹਾ, ਖਚਤ ਹੋ ਰਿਹਾ, ਧੰਦਿਆਂ 'ਚ ਹੀ ਲਪਟਾ ਰਿਹਾ। ਇਹ ਸੰਸਾਰ ਵੀ ਧੰਦਾ ਰੂਪ ਹੀ ਹੈ। ਸੋ ਇਸ ਪ੍ਰਕਾਰ ਧੰਦੇ 'ਚ ਹੀ ਲੰਪਟ ਹੋ ਰਿਹਾ, ਫਸਿਆ ਹੋਇਆ ਹੈ, ਜਮਾਂ ਦੀ ਰੱਸੀ ਗਲ 'ਚ ਪਈ ਹੋਈ ਹੈ। ਗੁਰਮੁਖ ਛੂਟ ਹਰ ਗੁਣ ਗਾਏ, ਜੋ ਗੁਰਾਂ ਦੇ ਅਨੁਸਾਰੀ ਚੱਲਣ ਵਾਲਾ, ਗੁਰੂ ਦੇ ਸਨਮੁਖ ਹੋਣ ਵਾਲਾ ਹੈ, ਗੁਰੂ ਮੁਖ ਤੋਂ ਉਪਦੇਸ਼ ਲੈ ਕੇ ਕਮਾਉਣ ਵਾਲਾ, ਉਹ ਹਰੀ ਦੇ ਗੁਣ ਗਾਉਂਦਾ ਹੋਇਆ ਛੁੱਟ ਜਾਂਦਾ ਹੈ ਵਿਕਾਰਾਂ ਦੇ ਬੰਧਨਾਂ ਤੋਂ, ਔਰ ਛੁੱਟ ਜਾਂਦਾ ਜਮਾਂ ਦੇ ਬੰਧਨਾਂ ਤੋਂ, ਛੁੱਟ ਜਾਂਦਾ ਜੰਮਣ ਮਰਨ ਦੇ ਬੰਧਨਾਂ ਤੋਂ। ਅੱਗੇ ਹਜ਼ੂਰ ਜ਼ਿਕਰ ਕਰਦੇ ਨੇ, ਜਿਉ ਤਨ ਵਿਧਵਾ ਪਰ ਕਉ ਦੇਈ, ਜਿਸ ਤਰ੍ਹਾਂ ਕੋਈ ਇਸਤਰੀ ਵਿਧਵਾ ਰੰਡੀ ਹੋ ਜਾਂਦੀ ਹੈ ਅਤੇ ਉਹ ਵੇਸਵਾ ਬਣ ਕੇ ਆਪਣਾ ਜਿਹੜਾ ਤਨ ਹੈ ਪਰ ਕੋ ਪਰਾਏ ਮਰਦਾਂ ਦੇ ਤਾਈਂ ਅਰਪਣ ਕਰਦੀ ਹੈ। ਕਾਮ ਦਾਮ ਚਿੱਤ ਪਰ ਵਸ ਸੇਈ, ਜਿੱਥੇ ਉਹਦੇ ਮਨ ਅੰਦਰ ਕਾਮ ਵਾਸ਼ਨਾ ਦੀ ਭੁੱਖ ਹੈ, ਸੋ ਇਸੇ ਤਰ੍ਹਾਂ ਦਾਮ ਦਮੜਿਆਂ ਦੀ ਇੱਛਾ ਵੀ ਮੈਨੂੰ ਪਰਾਏ ਮਰਦਾਂ ਦਾ ਸੰਗ ਕਰਕੇ ਦਮੜੇ ਮਿਲਣਗੇ, ਅਤੇ ਚਿੱਤ ਪਰ ਵਸ ਸੇਈ, ਆਪਣਾ ਮਨ ਜਿਹੜਾ ਚਿੱਤ ਹੈ ਉਹ ਵੀ ਪਰਾਏ ਵਸ ਪਾ ਦਿੰਦੀ ਹੈ। ਸੋ ਇਸ ਤਰ੍ਹਾਂ ਸੇਈ ਉਹ ਇਸਤਰੀ ਦਾ ਜਿਹੜਾ ਚਿੱਤ ਆ ਉਹ ਵੀ ਪਰ ਵਸ ਦੂਜਿਆਂ ਦੇ ਵਸ 'ਚ ਹੁੰਦਾ ਹੈ। ਬਿਨ ਪਿਰ ਤ੍ਰਿਪਤ ਨਾ ਕਬਹੂ ਹੋਈ, ਭਾਵੇਂ ਸਭ ਕੁਝ ਇੰਜ ਕਰਦੀ ਆ ਉਹ, ਪਰ ਪਿਰ ਪਤੀ ਤੋਂ ਬਗੈਰ ਜਿਸ ਤਰ੍ਹਾਂ ਕੋਈ ਤ੍ਰਿਪਤੀ ਨਹੀਂ ਹੋ ਸਕਦੀ ਉਸ ਨੂੰ। ਇਸੇ ਪ੍ਰਕਾਰ ਜਿਹੜੇ ਜੀਵ ਪਰਮੇਸ਼ਰ ਅਕਾਲ ਪੁਰਖ ਨੂੰ ਛੱਡ ਕੇ ਹੋਰਨਾਂ ਦੀ ਪਾਸ਼ਨਾ 'ਚ ਲੱਗਦੇ, ਉਹਨਾਂ ਦੀ ਇਹ ਹਾਲਤ ਹੈ। ਪੜ੍ਹ ਪੜ੍ਹ ਪੋਥੀ ਸਿਮਰਤ ਪਾਠਾ, ਕੋਈ ਪੜ੍ਹ ਪੜ੍ਹ ਕੇ ਪੋਥੀਆਂ ਅਤੇ ਸਿਮਰਤੀਆਂ ਦੇ ਪਾਠ, ਵੇਦ ਪੁਰਾਣ ਪੜ੍ਹੈ ਸੁਣ ਥਾਟਾ, ਅਤੇ ਵੇਦ ਜਿਹੜੇ ਚਾਰੇ ਹਨ ਅਤੇ ਪੁਰਾਣ 18 ਪੁਰਾਣੇ ਗ੍ਰੰਥ ਉਹਨਾਂ ਨੂੰ ਪੜ੍ਹਦਾ ਹੈ ਅਤੇ ਸੁਣ ਕੇ ਥਾਟਾ। ਸੋ ਇਸ ਪ੍ਰਕਾਰ ਉਹਨਾਂ ਦੀ ਬਨਾਵਟ ਸਾਰੀ ਜਿਹੜੀ ਰਚਨਾ ਵੇਦਾਂ ਸ਼ਾਸਤਰਾਂ ਪੁਰਾਣਾਂ ਦੀ, ਉਹ ਥਾਟਾ ਰਚਨਾ ਉਹਨੂੰ ਸੁਣਦਾ ਹੈ। ਅਤੇ ਜੇ ਬਿਨ ਰਸ ਰਾਤੇ ਮਨ ਬਹੁ ਨਾਟਾ, ਜੇ ਵਾਹਿਗੁਰੂ ਪਰਮਾਤਮਾ ਦੇ ਰਸ ਵਿੱਚ ਨਹੀਂ ਰੰਗਿਆ ਗਿਆ, ਨਾਮ ਦੇ ਰਸ ਵਿੱਚ ਨਹੀਂ ਰੰਗਿਆ ਗਿਆ, ਤਾਂ ਮਨ ਬਹੁ ਨਾਟਾ, ਮਨ ਬਹੁਤਾ ਨਾਟਾ ਨਾਚ ਕਰਦਾ ਹੈ, ਚੰਚਲ ਰਹਿੰਦਾ ਮਨ, ਭਾਵ ਨਠਿਆ ਹੀ ਫਿਰਦਾ, ਨਾਟ ਹੀ ਕਰਦਾ ਹੈ, ਨਿਰਤਕਾਰੀ ਕਰਦਾ ਰਹਿੰਦਾ ਮਨ, ਟਿਕਦਾ ਨਹੀਂ ਹੈ।
ਜਿਉ ਚਾਤਰਿਕ ਜਲ ਪ੍ਰੇਮ ਪਿਆਸਾ। ਹਜੂਰ ਦ੍ਰਿਸ਼ਟਾਂਤ ਦੇ ਰਹੇ ਨੇ, ਜਿਸ ਤਰ੍ਹਾਂ ਚਾਤਰਿਕ ਪੀਏ ਨੂੰ ਜਲ ਦੇ ਨਾਲ ਪ੍ਰੇਮ ਹੁੰਦਾ ਤੇ ਇਸ ਪ੍ਰਕਾਰ ਜਲ ਦੀ ਹੀ ਪਿਆਸ ਹੁੰਦੀ ਹੈ। ਜੋ ਮੀਨਾ ਜਲ ਮਾਹੇ ਉਲਾਸਾ। ਜਿਸ ਤਰ੍ਹਾਂ ਮੀਨਾ ਮੱਛੀ ਨੂੰ ਜਲ ਦੇ ਵਿੱਚ ਛੱਡੋ ਤਾਂ ਬੜੀ ਖੁਸ਼ ਪ੍ਰਸੰਨ ਰਹਿੰਦੀ ਹੈ, ਜਲ ਤੋਂ ਬਾਹਰ ਕੱਢੋ ਤੜਫ ਤੜਫ ਮਰ ਜਾਂਦੀ ਹੈ। ਇਸ ਤਰ੍ਹਾਂ ਜਲ ਦੇ ਵਿੱਚ ਹੀ ਉਹਨੂੰ ਉਲਾਸ ਉਤਸ਼ਾਹ ਹੁੰਦਾ, ਜਲ ਵਿੱਚ ਰਹਿਣ ਦੀ ਖੁਸ਼ੀ ਹੁੰਦੀ ਹੈ। ਨਾਨਕ ਹਰ ਰਸ ਪੀ ਤ੍ਰਿਵਤਾਸਾ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਇਸੇ ਤਰ੍ਹਾਂ ਜਿਹੜਾ ਵਾਹਿਗੁਰੂ ਦਾ ਜਨ ਭਗਤ ਹੈ, ਹਰੀ ਦੇ ਨਾਮ ਰਸ ਨੂੰ ਪੀ ਕੇ ਤ੍ਰਿਵਤ ਹੋਇਆ ਰਹਿੰਦਾ। ਅਥਵਾ ਅਸੀਂ ਤਾਂ ਭਾਈ ਹਰੀ ਦੇ ਨਾਮ ਰਸ ਨੂੰ ਪੀ ਕੇ ਤ੍ਰਿਵਤ ਹੋਏ ਹਾਂ। ਅਤੇ ਭਾਵ ਸਾਨੂੰ ਪ੍ਰੇਰਨਾ ਦਿੰਦੇ ਆ, ਭਾਈ ਤੁਸੀਂ ਵੀ ਵਾਹਿਗੁਰੂ ਦੇ ਨਾਮ ਜਲ ਨੂੰ ਛਕੋ, ਉਸ ਦੇ ਰਸ ਵਿੱਚ ਹੀ ਤੁਸੀਂ ਤ੍ਰਿਪਤ ਹੋਵੋਗੇ। ਗੌੜੀ ਮਹੱਲਾ ਪਹਿਲਾ। ਗੌੜੀ ਰਾਗਣੀ ਦੇ ਅੰਦਰ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਬਚਨ ਫਰਮਾ ਰਹੇ ਨੇ, ਹਠ ਕਰ ਮਰੈ ਨਾ ਲੇਖੈ ਪਾਵੈ। ਇੱਥੇ ਹਠ ਦਾ ਅਰਥ ਹੈ ਮਨ ਦੀ ਜਿੱਦ, ਮਨ ਦਾ ਹਠ, ਵੀ ਗੁਰੂ ਦੇ ਆਖੇ ਨਾਲ ਲੱਗਣਾ ਅਤੇ ਮਨ ਦਾ ਹਠ ਕਰਨਾ। ਇੱਕ ਸਿਰੜ ਹੁੰਦਾ, ਜਿਵੇਂ ਮੈਦਾਨੇ ਜੰਗ 'ਚ ਸੂਰਮਾ ਜੂਝਦਾ, ਜੇ ਉੱਥੇ ਮੈਦਾਨੇ ਜੰਗ 'ਚ ਆਪਣਾ ਸਿਰੜ ਛੱਡ ਦੇ, ਹਠ ਛੱਡ ਦੇ ਤੇ ਮਾਰਿਆ ਜਾਏਗਾ, ਨਾ ਜਿੱਤ ਪ੍ਰਾਪਤ ਹੋਣੀ, ਨਾ ਸ਼ਹੀਦਾਂ 'ਚ ਗਿਣਿਆ ਜਾਣਾ ਉਸਨੇ। ਸੋ ਇਸ ਪ੍ਰਕਾਰ ਹੀ ਜਿਹੜਾ ਗੁਰੂ ਦੇ ਆਖੇ ਲਾ ਕੇ ਚੱਲਣਾ ਨੇ, ਭਗਤੀ ਭਾਵਨਾ ਸੇਵਾ ਸਿਮਰਨ ਦੇ ਮਾਰਗ 'ਤੇ, ਇਹ ਨਹੀਂ ਹੱਠ ਛੱਡਣਾ ਚਾਹੀਦਾ। ਸੋ ਇਸ ਪ੍ਰਕਾਰ ਮਨ ਦਾ ਹੱਠ ਕਰਨਾ, ਹੰਕਾਰ ਵੀ ਅੰਦਰ ਹੋਣਾ ਅਤੇ ਜਿੱਦ ਕਰਨੀ, ਮਨ ਕਰਕੇ ਹੱਠ ਕਰਨਾ, ਅਤੇ ਹੱਠ ਕਰਕੇ ਤਪੱਸਿਆ ਜਿਵੇਂ ਲੋਕ ਕਰਦੇ ਆ ਵੀ ਸਰੀਰ ਨੂੰ ਕੋਈ ਜਾਣਾ, ਦੁੱਖ ਦੇਈ ਜਾਣਾ, ਭੁੱਖੇ ਧਿਆਏ ਰਹਿਣਾ, ਵਰਤ ਰੱਖੀ ਜਾਣੇ। ਇਸ ਹੱਠ ਕਰਕੇ ਜਿਹੜੇ ਕਰਮ ਕਮਾਉਂਦਾ ਜੀ, ਉਹਦੇ ਬਾਰੇ ਕਹਿ ਰਹੇ ਨੇ ਹਜ਼ੂਰ। ਹੱਠ ਕਰ ਕਰਕੇ ਜਿਹੜਾ ਮਰਦਾ ਖਪਦਾ ਹੈ, ਨਾ ਲੇਖੈ ਪਾਵੈ। ਉਹਦਾ ਕੋਈ ਕਰਮ ਲੇਖੇ 'ਚ ਨਹੀਂ ਪਾਉਂਦਾ ਪ੍ਰਮਾਤਮਾ, ਪ੍ਰਵਾਨ ਨਹੀਂ ਚੜ੍ਹਦਾ ਕੋਈ ਕਰਮ ਉਸਦਾ। ਵੇਸ ਕਰੈ ਬਹੁ ਭਸਮ ਲਗਾਵੈ। ਬੜੇ ਲਿਬਾਸ ਵੱਖਰੇ ਵੱਖਰੇ ਧਾਰਨ ਕਰਦਾ, ਮੈਂ ਜੋਗੀ ਬਣ ਗਿਆ ਹਾਂ, ਮੈਂ ਸੰਨਿਆਸੀ ਹਾਂ, ਮੈਂ ਫਲਾਨਾ ਹਾਂ, ਅਤੇ ਭਸਮ ਜਿਹੜੀ ਸੁਆਹ ਉਹ ਬੜੀ ਮਲਦਾ ਪਿੰਡੇ 'ਤੇ। ਨਾਮ ਵਿਸਾਰ ਬਹੁਰ ਪਛਤਾਵੈ। ਇਹ ਕਰਮ ਤਾਂ ਇੰਝ ਹੀ ਹੈ, ਵਰਮੀ ਮਾਰੀ ਸਾਪ ਨਾ ਮੂਆ। ਵਰਮੀ ਢਾਈ ਜਾਓ ਅਤੇ ਸੱਪ ਪਕੜਿਆ ਹੀ ਨਾ ਜਾਏ। ਸੱਪ ਹੈ ਮਨ, ਵਰਮੀ ਦੀ ਨਾ ਹੀ ਸਰੀਰ ਹੈ। ਸਰੀਰ ਨੂੰ ਇੰਨਾ ਕਸ਼ਟਾਂ 'ਚ ਪਾਉਣ ਦਾ ਕੋਈ ਲਾਭ ਨਹੀਂ। ਹਜ਼ੂਰ ਕਹਿੰਦੇ ਨੇ, ਵਾਹਿਗੁਰੂ ਦਾ ਨਾਮ ਤਾਂ ਵਿਸਾਰਿਆ ਹੋਇਆ, ਅਤੇ ਇਹ ਹੱਠ ਕਰਕੇ ਇਹੋ ਜਿਹੇ ਕਰਮ ਕੀਤੇ ਕਿਸ ਕੰਮ। ਨਾਮ ਨੂੰ ਵਿਸਾਰ ਕੇ ਬਹੁਰੋ ਫਿਰ ਜੀਵ ਪਛਤਾਉਂਦਾ ਹੀ ਹੈ। ਤੂੰ ਮਨ ਹਰ ਜੀਓ ਤੂੰ ਮਨ ਸੂਖ। ਹਜ਼ੂਰ ਸੱਚੇ ਪਾਤਸ਼ਾਹ ਸਾਨੂੰ ਸਿੱਖਿਆ ਦੇ ਰਹੇ ਨੇ ਕਿ ਹੇ ਜੀਵ, ਤੂੰ ਆਪਣੇ ਮਨ ਦੇ ਅੰਦਰ ਹਰੀ ਪਰਮਾਤਮਾ ਨੂੰ ਵਸਾ, ਅਤੇ ਤੂੰ ਆਪਣੇ ਮਨ ਦੇ ਅੰਦਰ ਸੁਖ ਸਰੂਪ ਪਰਮਾਤਮਾ ਨੂੰ ਵਸਾ। ਤੇਰੇ ਮਨ ਦੇ ਅੰਦਰ ਸੁਖ ਤਾਂ ਹੀ ਹੋਵੇਗਾ ਜੇ ਹਰੀ ਵਾਹਿਗੁਰੂ ਨੂੰ ਤੂੰ ਮਨ 'ਚ ਵਸਾਏਂਗਾ ਤਾਂ। ਨਾਮ ਵਿਸਾਰ ਸਹ ਹੈ ਜਮ ਦੂਖ। ਹੇ ਜੀਵ, ਜੇ ਤੂੰ ਪਰਮੇਸ਼ਰ ਦੇ ਨਾਮ ਨੂੰ ਵਿਸਾਰ ਛੱਡਿਆ ਤੇ ਤੈਨੂੰ ਜਮਾਂ ਦਾ ਡੰਡਾ ਸਹਾਰਨਾ ਪਵੇਗਾ, ਹੋਰ ਬੜੇ ਦੁੱਖ ਸਹਾਰਨੇ ਪੈਣਗੇ। ਜਮਾਂ ਦਾ ਦੁੱਖ ਤੈਨੂੰ ਜ਼ਰੂਰ ਸਹਾਰਨਾ ਪਵੇਗਾ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਕੇ। ਰਹਾਓ। ਚੋਆ ਚੰਦਨ ਅਗਰ ਕਪੂਰ। ਚੋਆ ਅਤਰ, ਚੰਦਨ ਅਤੇ ਅਗਰ ਅਤੇ ਕਪੂਰ ਮੁਸ਼ਕ ਕਫੂਰ ਜਿਹੜਾ ਹੁੰਦਾ, ਇਹ ਸਾਰੀਆਂ ਖੁਸ਼ਬੂਆਂ ਜੇ ਸਰੀਰ 'ਤੇ ਮਲ ਲਈਆਂ। ਅਤੇ ਮਾਇਆ ਮਗਨ ਪਰਮ ਪਦ ਦੂਰ। ਮਾਇਆ ਵਿੱਚ ਹੀ ਅਨੇਕਾਂ ਤਰ੍ਹਾਂ ਦੀ ਮਾਇਆ ਹੈ। ਇਹ ਸਰੀਰ ਨੂੰ ਸਵਾਰਨਾ, ਸ਼ਿੰਗਾਰਨਾ, ਕੱਪੜੇ ਸੋਹਣੇ ਪਾਉਣੇ, ਖਵਾਉਣਾ ਪਿਆਉਣਾ ਸਰੀਰ ਨੂੰ, ਇਸੇ ਤਰ੍ਹਾਂ ਸੰਸਾਰ ਦੇ ਭੋਗ ਭੋਗਣੇ, ਸਭ ਮਾਇਆ ਹੈ। ਇਸ ਤਰ੍ਹਾਂ ਮਾਇਆ 'ਚ ਮਗਨ ਹੋਣ ਕਰਕੇ ਜਿਹੜੀ ਪਰਮ ਪਦਵੀ ਹੈ, ਆਤਮ ਗਿਆਨ ਦੀ ਪਦਵੀ, ਉੱਚੀ ਆਤਮਿਕ ਅਵਸਥਾ, ਇਹ ਇਸ ਤੋਂ ਦੂਰ ਰਹਿੰਦਾ ਜੀ। ਇਸ ਪਰਮ ਪਦਵੀ ਤੋਂ ਦੂਰੀ ਬਣੀ ਰਹਿੰਦੀ ਹੈ। ਨਾਮ ਵਿਸਾਰਿਆ ਸਭ ਕੂੜੋ ਕੂਰ। ਹਜ਼ੂਰ ਕਹਿੰਦੇ ਪ੍ਰਮਾਤਮਾ ਦੇ ਨਾਮ ਨੂੰ ਵਿਸਾਰਨ ਕਰਕੇ ਜਿਹੜਾ ਕੂੜ ਝੂਠ ਆ ਪਸਾਰਾ, ਇਹਦੇ 'ਚ ਖਚਿਤ ਹੋ ਕੇ ਆਪ ਵੀ ਜੀਵ ਕੂੜਾ ਕੂੜ ਰੂਪ ਹੀ ਹੋ ਜਾਂਦਾ ਹੈ। ਨਾਮ ਵਿਸਾਰ ਕੇ ਸਭ ਕੂੜੋ ਕੂੜ। ਜੇ ਰੱਬ ਦਾ ਨਾਮ ਵਿਸਾਰਿਆ ਹੈ ਤਾਂ ਸਾਰਾ ਕੁਝ ਜੀਵਨ 'ਚ ਕੂੜ ਹੀ ਕੂੜ ਰਹਿ ਜਾਂਦਾ, ਝੂਠ ਹੀ ਝੂਠ ਰਹਿ ਜਾਂਦਾ। ਨਾਨਕ ਵਖਾਣਾ ਬੇਨਤੀ ਤੁਧ ਬਾਝ ਕੂੜੋ ਕੂੜ। ਨੇਜੇ ਵਾਜੇ ਤਖਤ ਸਲਾਮ। ਜੇ ਅਗਰ ਤਖਤ ਦਾ ਵਾਰਸ ਬਣ ਜਾਵੇ ਅਤੇ ਨੇਜੇ ਬਰਦਾਰ, ਅਤੇ ਇਸੇ ਤਰ੍ਹਾਂ ਫੌਜੀ ਜਿਹੜੇ ਵਾਜੇ ਵਜਾਉਂਦੇ ਆ, ਉਹ ਸਾਰੇ ਵਾਜਿਆਂ ਵਜਾਉਣ ਵਾਲੇ ਵਾਜੇ ਵਜਾ ਕੇ ਤੈਨੂੰ ਸਲਾਮਾਂ ਕਰਨ। ਨੇਜੇ ਬਰਦਾਰ ਤੈਨੂੰ ਨੇਜੇ ਝੁਕਾ ਕੇ ਸਲਾਮਾਂ ਕਰਨ, ਤੂੰ ਤਖਤ 'ਤੇ ਬੈਠਾ ਹੋਵੇਂ। ਅਤੇ ਇਹਦੇ ਨਾਲ ਕੀ ਮਿਲੇਗਾ? ਅਧਕੀ ਤ੍ਰਿਸ਼ਨਾ ਵਿਆਪੈ ਕਾਮ। ਤ੍ਰਿਸ਼ਨਾ ਅਧਕੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਅਤੇ ਜੇ ਇੱਕ ਇਲਾਕੇ ਦਾ ਰਾਜ ਹੈ, ਹੋਰ ਇਲਾਕਾ ਜਿੱਤ ਲਈਏ, ਦੂਜੀ ਰਿਆਸਤ ਵੀ ਖੋਹ ਲਈਏ, ਦੂਜਾ ਰਾਜ ਵੀ ਖੋਹ ਲਈਏ, ਇਸ ਤਰ੍ਹਾਂ ਤ੍ਰਿਸ਼ਨਾ ਵੱਧਦੀ ਹੈ। ਅਤੇ ਵਿਆਪੈ ਕਾਮ, ਕਾਮਨਾਵਾਂ ਵੱਧਦੀਆਂ ਹਨ।
काम वासना वधदी है, विकार वध जांदा, व्याप दा जोर पाउंदा है। बिन हर जाचे भगत ना नाम, हरि अकाल पुरख दे दर तो। सो जे नाम मंगीए ते भगती ते नाम प्राप्त किधरों नहीं हुंदा। हरि अकाल पुरख दे पासों जाचे मंगण करके भगती ते नाम प्राप्त हुंदा। ते जिहड़ा वाहिगुरू पासों नहीं जाचदा मंगदा ये दात, ਉਹਨੂੰ ना भगती जीवन च प्राप्त हुंदी है, ना नाम प्राप्त हुंदा, ना प्रेम भगती प्राप्त हुंदी है, ना नाम ही प्राप्त हुंदा। वाद अहंकार ना ही प्रभ मेला। वाद जिहड़ा झगड़ा करना, झगड़े झांजे संसार दे, इस तरह वतंडावाद बनना, विद्या पढ़ के वतंडावादी बन जाना, वादां चर्चे करने हैं ते हंकार करना है। ये जिहड़े हंकार दे सहित हो के वादां चर्चा करनियां हैं, इन्हां नाल परमेश्वर दा मिलाप नहीं हुंदा। मन दे पावह नाम सुहेला। जिहड़ा सुखदाई नाम है वो किस तरह है जीव तो प्राप्त करेगा? अपना मन भेटा करके। जिवें सतगुरु महाराज नूं नमस्कार करीदी है ना, नमस्कार झुकण दा, मत्था टेकण दा प्रयोजन ये है कि हे सतगुरु महाराज, मैं अपना सारा कुछ तुहाडे अगे निछावर करदा, अपने मन की मर्जी छड्ड के तुहाडे अनुसार चलना चाहुंदा, मैं अपनी मत त्यागदा हां। पर असीं सरीरक तौर ते इकल्ला सिर नवाउने आ, सीस निवाया क्या थी जां हृदय कसुद्धे जाहे। हजूर ने बार बार उपदेश दिता है कि मन भी भेटा करो। मन दे पावह नाम सुहेला। ਜਿਹੜੇ अपना मन दे ਦਿੰਦੇ ਆ सतगुरु महाराज ਨੂੰ, ਉਹ ਪਾ ਲੈਂਦੇ ਆ ਸੁਖਦਾਈ ਨਾਮ ਦੀ ਪ੍ਰਾਪਤੀ ਕਰ ਲੈਂਦੇ ਹਨ। ਦੂਜਾ ਭਾਏ ਅਗਿਆਨ ਦੁਹੇਲਾ। ਜਿਹੜਾ ਸੰਸਾਰ ਦਾ ਭਾਉ ਹੈ ਨਾ, ਮਾਇਆ ਦਾ ਪ੍ਰੇਮ ਭਾਵ, ਇਹ ਅਗਿਆਨ ਹੀ ਅਗਿਆਨ ਹੈ ਤੇ ਦੁਹੇਲਾ ਦੁਖਦਾਈ ਹੈ। ਇਹ ਦੁਖੀ ਕਰਨ ਵਾਲਾ ਗਿਆਨ ਹੀ ਚੰਬੜਿਆ ਹੋਇਆ, ਇਸ ਅਗਿਆਨ ਕਰਕੇ ਦੂਜਾ ਭਾਉ ਹੈ। ਬਿਨ ਦਮ ਕੇ ਸੌਦਾ ਨਹੀਂ ਹਾਟ। ਜਿਵੇਂ ਕਿਸੇ ਕੋਲ ਦਮੜੇ ਤਾਂ ਹੋਣ ਹੀ ਨਾ, ਤੇ ਹੱਟੀ ਤੇ ਸੌਦਾ ਲੈਣ ਜਾਏ, ਹੱਟ ਤੋਂ ਸੌਦਾ ਨਹੀਂ ਮਿਲ ਸਕਦਾ ਦਮੜਿਆਂ ਮਾਇਆ ਤੋਂ ਬਗੈਰ। ਬਿਨ ਬੋਹਿਤ ਸਾਗਰ ਨਹੀਂ ਵਾਟ। ਸਾਗਰ ਸਮੁੰਦਰ ਦਾ ਜਿਹੜਾ ਵਾਟ ਰਸਤਾ ਹੈ ਉਹ ਤੈਅ ਨਹੀਂ ਹੋ ਸਕਦਾ ਬਿਨਾਂ ਬੋਹਿਤ ਜਹਾਜ਼ ਤੋਂ। ਸਮੁੰਦਰੀ ਜਿਹੜਾ ਜਹਾਜ਼ ਹੈ, ਸ਼ਿਪ ਹੈ, ਉਸ ਦੀ ਸਹਾਇਤਾ ਨਾਲ ਹੀ ਸਮੁੰਦਰ ਵਿਚਲਾ ਰਸਤਾ ਅਸੀਂ ਨਾਪ ਸਕਦੇ, ਤੈਅ ਕਰ ਸਕਦੇ, ਲੰਘ ਸਕਦੇ ਹਾਂ। ਇਸ ਤਰ੍ਹਾਂ ਜਿਵੇਂ ਬੋਹਿਤ ਜਹਾਜ਼ ਤੋਂ ਬਗੈਰ ਸਾਗਰ ਵਿਚਲੀ ਜਿਹੜੀ ਵਾਟ ਆ ਉਹ ਨਹੀਂ ਤੈਅ ਹੁੰਦੀ, ਉਹ ਵਾਟ ਰਸਤਾ ਨਹੀਂ ਅਸੀਂ ਅਖਤਿਆਰ ਕਰ ਸਕਦੇ। ਬਿਨ ਗੁਰ ਸੇਵੇ ਘਾਟੇ ਘਾਟ। ਬਿਨਾਂ ਸਤਿਗੁਰੂ ਮਹਾਰਾਜ ਦੀ ਸੇਵਾ ਭਗਤੀ ਸਿਮਰਨ ਤੋਂ ਜੀਵ ਦੇ ਜੀਵਨ ਅੰਦਰ ਘਾਟ ਹੀ ਘਾਟ ਹੈ। ਸੋ ਇਸ ਪ੍ਰਕਾਰ ਅਧੂਰਾ ਪਾਣੀ ਹੈ, ਘੱਟ ਹੀ ਘੱਟ ਹੈ ਸਾਰਾ ਕੁਝ। ਤਿਸ ਕੋ ਵਾਹ ਵਾਹ ਜੇ ਵਾਟ ਦਿਖਾਵੇ, ਉਹ ਸਤਿਗੁਰੂ ਮਹਾਰਾਜ ਨੂੰ ਵਾਹ ਵਾਹ ਕਰਕੇ ਸਲਾਹੁਣਾ ਚਾਹੀਦਾ ਹੈ, ਜਿਹੜਾ ਸਤਿਗੁਰੂ परमेश्वर की प्राप्ति का वाट रस्ता विखा दिंदा है। तिसको वाह वाह जो शब्द सुनावे, उस सतगुरु नूं वाह वाह करके सलाहुणा चाहिदा है, जिहड़ा अपना शब्द उपदेश सानूं सुणाउंदा है। तिसको वाह वाह जो मेल मिलावे, ऐसे सतगुरु नूं वाह वाह करके सलाहुणा चाहिदा है, जो मेल के सतसंगत विच सानूं परमेश्वर नाल मिला दिंदा है। वाह वाह तिसको जिसका इह जियो। फिर उस परमात्मा नूं भी वाह वाह ਉਹਦੀ ਸਿਫਤ ਸਲਾਘਾ ਕਰਨੀ ਚਾਹੀਦੀ ਹੈ, ਬੋਲਣਾ ਚਾਹੀਦਾ ਪਰਮਾਤਮਾ ਦੇ ਤਾਈਂ ਜਿਸ ਦਾ ਇਹ ਜੀਓ ਜਿੰਦ ਆਤਮਾ ਹੈ ਸਾਡੇ ਪਾਸ। ਗੁਰ ਸ਼ਬਦੀ ਮੱਥ ਅੰਮ੍ਰਿਤ ਪੀਓ। ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਆਪਣੇ ਹਿਰਦੇ ਨੂੰ ਮੱਥ ਰਿੜਕ ਕੇ, ਆਪਣੇ ਹਿਰਦੇ ਅੰਦਰ ਵਿਚਾਰ ਕੇ ਪਰਮੇਸ਼ਰ ਦਾ ਨਾਮ ਅੰਮ੍ਰਿਤ ਜਿਹੜਾ ਨਾ, ਇਸ ਨੂੰ ਪੀਣਾ ਚਾਹੀਦਾ। ਨਾਮ ਵਡਾਈ ਤੁਧ ਭਾਣਿਆਂ ਦੀਓ। ਸੋ ਇਸ ਪ੍ਰਕਾਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਨਾਮ ਦੀ ਵਡਿਆਈ ਮਹਾਰਾਜ ਜੀ ਤੁਸੀਂ ਆਪਣੇ ਭਾਣੇ ਅੰਦਰ ਹੀ ਬਖਸ਼ਦੇ ਹੋ। ਨਾਮ ਵਡਾਈ ਤੁਧ ਭਾਣਿਆਂ ਦੀ। ਜਿਹਨੂੰ ਵੀ ਤੁਸੀਂ ਨਾਮ ਦੀ ਵਡਿਆਈ ਬਖਸ਼ੀ, ਆਪਣੇ ਭਾਣੇ ਅੰਦਰ ਹੀ ਬਖਸ਼ੀ ਹੈ। ਨਾਮ ਬਿਨਾ ਕਿਉਂ ਜੀਵਾ ਮਾਏ। ਸਤਿਗੁਰੂ ਮਹਾਰਾਜ ਕਹਿੰਦੇ, ਹੇ ਮੇਰੀ ਮਾਂ, ਵਾਹਿਗੁਰੂ ਦੇ ਨਾਮ ਤੋਂ ਬਗੈਰ ਕਿਵੇਂ ਮੈਂ ਜਿਉਂਦਾ ਰਹਿ ਸਕਦਾ, ਕਿਵੇਂ ਮੈਨੂੰ ਆਤਮਿਕ ਜੀਵਨ ਪ੍ਰਾਪਤ ਹੋ ਸਕਦਾ ਹੈ। ਅਨੰਦਨ ਜਪਤ ਰਹੋ ਤੇਰੀ ਸਰਣਾਏ। ਮੈਂ ਤਾਂ ਕਹਿੰਦਾ, ਹੈ ਵਾਹਿਗੁਰੂ ਜੀ, ਰਾਤ ਦਿਨ ਤੇਰੀ ਸ਼ਰਨ 'ਚ ਪੈ ਕੇ ਮੈਂ ਤੇਰਾ ਨਾਮ ਹੀ ਜਪਦਾ ਰਵਾਂ। ਨਾਨਕ ਨਾਮ ਰਤੇ ਪਤ ਪਾਏ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਕਿ ਭਾਈ ਜਿਹੜੇ ਨਾਮ ਵਿੱਚ ਰੰਗੇ ਹੋਏ ਨੇ ਨਾ, ਵਾਹਿਗੁਰੂ ਦੇ ਨਾਮ ਰਤੇ ਹਨ, ਉਹਨਾਂ ਨੇ ਪਤ ਪ੍ਰਾਪਤ ਕੀਤੀ ਹੈ। ਉਹ ਪਤ ਇੱਜ਼ਤ ਪ੍ਰਾਪਤ ਕਰਦੇ ਹਨ, ਇਸ ਜਹਾਨ ਦੀ, ਅਗਲੇ ਜਹਾਨ ਦੀ। ਅਸਲੀ ਸੱਚੀ ਪਤ ਇੱਜ਼ਤ ਉਹਨਾਂ ਨੂੰ ਮਿਲਦੀ ਹੈ। ਗੌੜੀ ਮਹੱਲਾ ਪਹਿਲਾ। ਗੌੜੀ ਰਾਗਣੀ ਅੰਦਰ ਗੁਰਦੇਵ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਮੁਬਾਰਕ ਵਚਨ ਫਰਮਾਉਂਦੇ ਨੇ,
ਹਉਮੈ ਕਰਤ ਭੇਖੀ ਨਹੀਂ ਜਾਣਿਆ। ਜੇ ਕੋਈ ਭੇਖ ਬਣਾ ਲਵੇ ਜੀਵ, ਲਿਬਾਸੀ ਹੋਵੇ, ਭੇਖੀ ਹੋਵੇ, ਭਾਵੇਂ ਸੰਤ ਵਾਲਾ ਲਿਬਾਸ ਬਣਾਇਆ ਹੈ, ਸਾਧੂ ਵਾਲਾ, ਜੋਗੀਆਂ ਵਾਲਾ, ਸੰਨਿਆਸੀਆਂ ਵਾਲਾ, ਬ੍ਰਹਮਚਾਰੀਆਂ ਵਾਲਾ, ਕੋਈ ਵੀ, ਤਾਂ ਹਉਮੈ ਕਰਤ, ਹਿਰਦੇ 'ਚ ਹਉਮੈ ਹੈ ਤੇ ਹਉਮੈ ਜੀ ਸਾਰੇ ਕਰਮ ਕਮਾਉਂਦਾ। ਐਸੇ ਭੇਖੀ ਨੇ ਪਰਮੇਸ਼ਰ ਨੂੰ ਨਹੀਂ ਜਾਣਿਆ ਹੈ, ਕਦੇ ਵੀ ਨਹੀਂ। ਗੁਰਮੁਖ ਭਗਤ ਵਿਰਲੇ ਮਨ ਮਾਨਿਆ। ਜਿਹੜੇ ਗੁਰਾਂ ਦੇ ਸਨਮੁਖ ਨੇ ਉਹ ਵਿਰਲੇ ਟਾਵਿਆਂ ਨੂੰ ਪਰਮਾਤਮਾ ਦੀ ਭਗਤੀ 'ਚ ਮਨ ਮੰਨਿਆ ਹੈ। ਵਿਰਲੇ ਟਾਵਿਆਂ ਦਾ ਮਨ ਪਰਮਾਤਮਾ ਦੀ ਭਗਤੀ ਵਿੱਚ ਮੰਨ ਗਿਆ ਹੈ, ਗਿੱਝ ਗਿਆ ਹੈ। ਹਉ ਹਉ ਕਰਤ ਨਹੀਂ ਸੱਚ ਪਾਈਐ। ਮੈਂ ਵੱਡਾ ਇੰਜ ਕਰਦਿਆਂ ਕਦੇ ਵੀ ਸੱਚ ਪਰਮੇਸ਼ਰ ਦੀ ਸੱਚੇ ਨਾਮ ਦੀ ਪ੍ਰਾਪਤੀ ਨਹੀਂ ਅਸੀਂ ਕਰ ਸਕਦੇ। ਹਉਮੈ ਜਾਏ ਪਰਮ ਪਦ ਪਾਈਐ। ਹੰਗਤਾ ਚਲੀ ਜਾਏ ਤਾਂ ਹੀ ਪਰਮ ਪਦਵੀ, ਉਤਕ੍ਰਿਸ਼ਟ ਪਦਵੀ, ਆਤਮ ਪਦਵੀ, ਆਤਮ ਗਿਆਨ। ਸੋ ਇਸ ਪ੍ਰਕਾਰ ਉੱਚੀ ਆਤਮਿਕ ਅਵਸਥਾ ਵਾਲੀ ਪਦਵੀ ਅਸੀਂ ਪ੍ਰਾਪਤ ਕਰ ਸਕਦੇ ਹਾਂ। ਰਹਾਓ ਹਉਮੈ ਕਰ ਰਾਜੇ ਬਹੁ ਧਾਵਹਿ। ਹੰਗਤਾ ਕਰ ਕਰਕੇ ਬੜੇ ਰਾਜੇ ਧਾਵਣੀਆਂ ਧਾਉਂਦੇ ਹਨ, ਦੌੜ ਭੱਜ ਕਰਦੇ, ਅਗਲਾ ਦੇਸ਼ ਜਿੱਤ ਲਈਏ, ਅਗਲਾ ਦੇਸ਼ ਜਿੱਤ ਲਈਏ, ਜਿਵੇਂ ਸਿਕੰਦਰ ਬਾਦਸ਼ਾਹ ਦੁਨੀਆ ਜਿੱਤਣ ਤੁਰਿਆ ਸੀ। ਹਉਮੈ ਖਪਹਿ ਜਨਮ ਮਰ ਆਵਹਿ। ਆਖਰ ਹੰਗਤਾ ਵਿੱਚ ਹੀ ਖੱਪ ਮਰ ਜਾਂਦੇ ਹਨ ਅਤੇ ਜਨਮਦੇ ਹਨ, ਮਰ ਮਰ ਕੇ ਫਿਰ ਆਉਂਦੇ ਹਨ। ਹਉਮੈ ਨਿਵਰੈ ਗੁਰ ਸ਼ਬਦ ਵਿਚਾਰੈ। ਗੁਰੂ ਦੇ ਸ਼ਬਦ ਦੀ ਜੋ ਵਿਚਾਰ ਕਰਦਾ ਉਹਦੀ ਹਉਮੈ ਨਿਵਰਦੀ, ਦੂਰ ਹੁੰਦੀ ਹੈ। ਚੰਚਲ ਮਤ ਤਿਆਗੈ ਪੰਚ ਸੰਘਾਰੈ। ਜਿਹੜੀ ਚਲਾਇਮਾਨ ਕਰਨ ਵਾਲੀ ਹੈ ਨਾ ਮਤ, ਚੰਚਲ ਮਤ, ਦੌੜ ਭੱਜ ਕਰਨ ਵਾਲੀ, ਨਾ ਟਿਕਣ ਵਾਲੀ ਮਤ, ਉਹ ਤਿਆਗ ਦਿੰਦਾ ਅਤੇ ਪੰਜ ਜਿਹੜੇ ਕਾਮ, ਕ੍ਰੋਧ, ਮੋਹ, ਹੰਕਾਰ ਹਨ ਇਹਨਾਂ ਨੂੰ ਸੰਘਾਰ ਲੈਂਦਾ, ਨਾਸ਼ ਕਰ ਲੈਂਦਾ। ਅੰਤਰ ਸਾਚ ਸਹਿਜ ਘਰ ਆਵੈ। ਸੋ ਇਸ ਪ੍ਰਕਾਰ ਜਿਨ੍ਹਾਂ ਦੇ ਅੰਦਰ ਸੱਚ ਹੈ ਉਹ ਸਹਿਜ ਦੇ ਘਰ ਵਿੱਚ, ਭਾਵ ਸਹਿਜ ਵਾਲੀ ਅਵਸਥਾ ਵਿੱਚ ਆ ਜਾਂਦੇ ਹਨ। ਰਾਜਨ ਜਾਣ ਪਰਮਗਤ ਪਾਵੈ। ਪਰਮੇਸ਼ਰ ਅਕਾਲ ਪੁਰਖ ਨੂੰ ਰਾਜਨ ਜਾਣ ਕੇ, ਰਾਜਾ ਸਾਰੀ ਸ੍ਰਿਸ਼ਟੀ ਦਾ ਮਾਲਕ ਜਾਣ ਕੇ ਉਹਦੇ ਨਾਮ ਨਾਲ ਜੁੜੇ ਰਹਿੰਦੇ ਹਨ ਅਤੇ ਪਰਮ ਗਤੀ ਨੂੰ ਪ੍ਰਾਪਤ ਕਰਦੇ ਹਨ। ਸੱਚ ਕਰਨੀ ਗੁਰ ਭਰਮ ਚੁਕਾਵੈ। ਸੱਚ ਸਰੂਪ ਪਰਮੇਸ਼ਰ ਦੀ ਨਾਮ ਰੂਪ ਕਰਨੀ, ਸਤਿਗੁਰਾਂ ਦੀ ਦੱਸੀ ਹੋਈ ਨਾਮ ਰੂਪ ਕਰਨੀ ਨੂੰ ਸੱਚੇ ਪਰਮਾਤਮਾ ਦੀ ਭਗਤੀ ਰੂਪੀ ਕਰਨੀ ਦੁਆਰਾ ਉਹ ਗੁਰ ਭਰਮ ਚੁਕਾਵੈ। ਜਿਹੜੀ ਕਰਨੀ ਸਤਿਗੁਰਾਂ ਦੱਸੀ ਹੈ ਉਹ ਕਰਦੇ ਹਨ ਅਤੇ ਸਤਿਗੁਰੂ ਮਹਾਰਾਜ ਉਹਨਾਂ ਦਾ ਭਰਮ ਦੂਰ ਕਰ ਦਿੰਦੇ ਹਨ। ਨਿਰਭਉ ਕਹਿ ਘਰ ਤਾੜੀ ਲਾਵੈ। ਉਹ ਗੁਰਮੁਖ ਪਿਆਰਾ ਜੋ ਹੈ ਨਿਰਭਉ ਸਰੂਪ ਅਕਾਲ ਪੁਰਖ ਦੇ ਘਰ ਵਿੱਚ, ਭਾਵ ਉਹਦੇ ਸਰੂਪ ਵਿੱਚ ਚਿੱਤ ਜੋੜ ਕੇ ਆਪਣੇ ਮਨ ਦੀ ਤਾੜੀ ਸਮਾਧੀ ਲਾ ਲੈਂਦਾ ਹੈ। ਹਉ ਹਉ ਕਰ ਮਰਨਾ ਕਿਆ ਪਾਵੈ। ਮੈਂ ਵੱਡਾ ਇੰਜ ਕਰ ਕਰਕੇ ਮਰ ਖਪ ਜਾਣਾ ਜੀਆਂ ਨੇ, ਕੀ ਪ੍ਰਾਪਤ ਕਰੇਗਾ ਇਹ ਜੀ। ਪੂਰਾ ਗੁਰ ਭੇਟੇ ਸੋ ਝਗਰ ਚੁਕਾਵੈ। ਜਿਹੜਾ ਪੂਰੇ ਗੁਰੂ ਦਾ ਮਿਲਾਪ ਹਾਸਲ ਕਰਦਾ ਹੈ ਉਹ ਆਪਣੇ ਹਿਰਦੇ ਅੰਦਰੋਂ ਇਹਨਾਂ ਵਿਕਾਰਾਂ ਦਾ ਜਿਹੜਾ ਝਗੜਾ ਨਾ, ਨੜੱਤਪੁਣਾ, ਖਿੰਜੋ ਤਾੜਾ, ਇਹ ਸਾਰਾ ਹੀ ਸਿਆਪਾ ਜਿਹੜਾ ਜੰਮਣ ਮਰਨ ਦਾ ਝਗੜਾ ਦੂਰ ਕਰ ਲੈਂਦਾ ਹੈ। ਜੇਤੀ ਹੈ ਤੇਤੀ ਕਿਹੋ ਨਾਹੀ। ਜਿੰਨੀ ਵੀ ਸ੍ਰਿਸ਼ਟੀ ਹੈ, ਜਿੰਨੀ ਵੀ ਸਮੱਗਰੀ ਹੈ ਸੰਸਾਰ ਦੀ ਦਿਸਰੀ ਮਹਾਰਾਜ, ਤੇਤੀ ਉਨੀ ਕੁਛ ਵੀ ਨਹੀਂ ਹੈ। ਵਾਹਿਗੁਰੂ ਤੋਂ ਬਗੈਰ ਹੋਰ ਜਿੰਨੀ ਦਿਸਦੀ ਹੈ ਨਾ ਸਮੱਗਰੀ, ਕੁਦਰਤ, ਕੁਛ ਵੀ ਨਹੀਂ ਹੈ। ਗੁਰਮੁਖ ਗਿਆਨ ਭੇਟ ਗੁਣ ਗਾਹੀ। ਜਿਹੜੇ ਗੁਰਮੁਖ ਪਿਆਰੇ ਹਨ ਉਹ ਗੁਰਾਂ ਦੇ ਗਿਆਨ ਦਾ ਭੇਟ ਵਾਰਤਾ ਕਰਕੇ, ਗੁਰੂ ਦਾ ਗਿਆਨ ਪ੍ਰਾਪਤ ਕਰਕੇ ਭੇਟ ਗੁਰਾਂ ਦੇ ਗਿਆਨ ਨਾਲ ਮਿਲ ਕੇ ਗੁਣ ਗਾਹੇ। ਵਾਹਿਗੁਰੂ ਪਰਮਾਤਮਾ ਵਿੱਚ ਮਿਲੇ ਹੋਏ ਵਾਹਿਗੁਰੂ ਦੇ ਗੁਣਾਂ ਦੇ ਗਾਹਕ ਬਣਦੇ ਨੇ, ਗੁਣ ਗ੍ਰਾਹੀ ਬਣ ਜਾਂਦੇ, ਗੁਣ ਗਾਉਂਦੇ ਹਨ ਵਾਹਿਗੁਰੂ ਦੇ। ਹਉਮੈ ਬੰਧਨ ਬੰਧ ਭਵਾਵੈ। ਜਿਹੜੇ ਹੰਗਤਾ ਦੇ ਬੰਧਨ ਜੀਆਂ ਨੂੰ ਪਏ ਹੋਏ ਨੇ, ਇਹ ਇਸ ਤਰ੍ਹਾਂ ਬੰਨ੍ਹ ਕੇ ਜੀਆਂ ਨੂੰ ਭਵਾਉਂਦਾ ਹੈ। ਜਿਹੜਾ ਹੰਗਤਾ ਹੈ ਬੰਧਨਾਂ 'ਚ ਬੰਨ੍ਹ ਕੇ ਜੀਆਂ ਨੂੰ ਭਵਾਉਂਦੀ ਹੈ, ਜੰਮਣ ਮਰਨ ਦੇ ਚੱਕਰ 'ਚ ਪਾਈ ਫਿਰਦੀ। ਨਾਨਕ ਰਾਮ ਭਗਤ ਸੁਖ ਪਾਵੈ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਕਿ ਰਾਮ ਰਵੇਂ ਹੋਏ ਪਰਮਾਤਮਾ ਦੀ ਭਗਤੀ ਦੁਆਰਾ ਹੀ ਜੀਵ ਸੁਖ ਪ੍ਰਾਪਤ ਕਰਦਾ ਹੈ। ਗੌੜੀ ਮਹੱਲਾ ਪਹਿਲਾ। ਗੌੜੀ ਰਾਗਣੀ ਅੰਦਰ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਬਚਨ ਫਰਮਾਉਂਦੇ ਹਨ, ਅਸ਼ਟਪਦੀ ਵਿਚਾਰਦੇ ਹਨ। ਪ੍ਰਥਮੇ ਬ੍ਰਹਮਾ ਕਾਲੈ ਘਰ ਆਇਆ। ਹਜ਼ੂਰ ਦੱਸ ਰਹੇ ਨੇ ਕਿ ਵਾਹਿਗੁਰੂ ਪਰਮਾਤਮਾ ਤੋਂ ਬਗੈਰ ਜਿੰਨੀ ਸ੍ਰਿਸ਼ਟੀ ਹੈ ਇਹ ਕਾਲ ਦੇ ਘਰ ਵਿੱਚ ਹੈ। ਜਿੰਨੀ ਵੀ ਸ੍ਰਿਸ਼ਟੀ ਹੈ ਅਕਾਲ ਪੁਰਖ ਤਾਂ ਉਸ ਨੂੰ ਕਿਹਾ ਜਾਂਦਾ, ਉਹ ਕਾਲ ਦੇ ਅਧੀਨ ਨਹੀਂ ਹੈ। ਬਾਕੀ ਸਾਰੇ ਕਾਲ ਦੇ ਅਧੀਨ ਹਨ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵ ਜੀ ਉਤਰਾ। ਪ੍ਰਥਮੇ ਬ੍ਰਹਮਾ ਕਾਲੈ ਘਰ। ਸਭ ਤੋਂ ਪਹਿਲਾਂ ਬ੍ਰਹਮਾ ਜਿਹੜਾ ਸੀ ਇਹ ਕਾਲ ਦੇ ਘਰ ਵਿੱਚ ਆਇਆ ਹੈ, ਸਮੇਂ ਦੇ ਪ੍ਰਭਾਵ ਅਧੀਨ ਹੋਇਆ ਹੈ। ਬ੍ਰਹਮ ਕਮਲ ਪਿਆਲ ਨਾ ਪਾਇਆ। ਕਾਲ ਮੌਤ ਦਾ ਵੀ ਅਰਥ। ਸੋ ਇਸ ਤਰ੍ਹਾਂ ਕਾਲ ਮੌਤ ਦੇ ਘਰ ਵਿੱਚ ਬ੍ਰਹਮਾ ਆਇਆ ਹੈ।
ਬ੍ਰਹਮ ਕਮਲ ਪਾਇਆਲ ਨਾ ਪਾਇਆ। ਬ੍ਰਹਮਾ ਨੇ ਜਿਹੜਾ ਕਮਲ ਫੁੱਲ ਸੀ ਉਹਦੇ ਵੱਲ ਵੇਖ ਕੇ ਮਾਣ ਕੀਤਾ ਵੀ ਮੈਂ ਇਹਦੇ ਚੋਂ ਕਿਵੇਂ ਪੈਦਾ ਹੋਇਆ, ਮੇਰੇ ਸਾਹਮਣੇ ਕੀ ਹੈ, ਮੈਂ ਆਪ ਹੀ ਹਾਂ, ਇਹ ਕਮਲ ਫੁੱਲ ਕੁਛ ਨਹੀਂ ਹੈ। ਤਾਂ ਇਸ ਤਰ੍ਹਾਂ ਉਹਨੇ ਕਮਲ ਫੁੱਲ ਨੂੰ ਲੱਤ ਮਾਰੀ ਸੀ ਅਤੇ ਪ੍ਰਮਾਤਮਾ ਨੇ ਕਮਲ ਦੀ ਨਾਲੀ 'ਚ ਪਾ ਤਾ ਇਹਨੂੰ। ਤਾਂ 18 ਯੁੱਗ ਘੁੰਮਦਾ ਰਿਹਾ, ਪੈਰ ਹੀ ਨਾ ਲੱਗਣ। ਕਮਲ ਫੁੱਲ ਦੀ ਨਾਲੀ ਦਾ ਪਤਾਲ ਜਿਹੜਾ ਸੀ ਹੇਠਲਾ ਸਿਰਾ ਨਾ ਪ੍ਰਾਪਤ ਕੀਤਾ। ਆਗਿਆ ਨਹੀਂ ਲੀਨੀ ਭਰਮ ਭੁਲਾਇਆ। ਅਤੇ ਇਸ ਪ੍ਰਕਾਰ ਪਰਮੇਸ਼ਰ ਅਕਾਲ ਪੁਰਖ ਦੀ ਆਗਿਆ ਲੈਂਦਾ ਵੀ ਮੈਂ ਇਸ ਕਮਲ ਫੁੱਲ ਦਾ ਅੰਤ ਵੇਖਣਾ ਚਾਹੁੰਦਾ, ਫਿਰ ਤਾਂ ਸ਼ਾਇਦ ਪ੍ਰਾਪਤ ਕਰ ਲੈਂਦਾ, ਪਰ ਵਾਹਿਗੁਰੂ ਦੀ ਆਗਿਆ ਨਹੀਂ ਲਈ ਹੈ, ਭਰਮ ਭੁਲਾਇਆ। ਇਸ ਕਰਕੇ ਪਰਮੇਸ਼ਰ ਨੇ ਭਰਮ 'ਚ ਪਾ ਕੇ ਭੁਲਾ ਦਿੱਤਾ ਇਸ ਨੂੰ। ਜੋ ਉਪਜਿਆ ਸੋ ਕਾਲ ਸੰਘਾਰਿਆ। ਜੋ ਵੀ ਜੀਵ ਉਪਜਦਾ ਹੈ ਉਸ ਨੂੰ ਆਖਰ ਕਾਲ ਨੇ ਸੰਘਾਰਿਆ, ਨਾਸ ਕੀਤਾ ਹੈ। ਕਿਉਂਕਿ ਜੋ ਜੰਮਿਆ ਉਸਨੇ ਮਰਨਾ ਹੈ, ਜੋ ਪੈਦਾ ਹੋਇਆ, ਜੋ ਰਚਿਆ ਹੈ ਉਸਨੇ ਖਤਮ ਹੋਣਾ ਹੈ। ਹਮ ਹਰ ਰਾਖੇ ਗੁਰ ਸ਼ਬਦ ਵਿਚਾਰਿਆ। ਕਾਲ ਦਾ ਪ੍ਰਭਾਵ ਨਾ ਪੈਣਾ। ਇਹ ਕਹਿ ਪਈ ਸਰੀਰਕ ਤੌਰ 'ਤੇ ਮਰਨਾ ਤਾਂ ਸਾਧੂਆਂ ਸੰਤਾਂ ਗੁਰਮੁਖਾਂ ਅਵਤਾਰਾਂ ਸਭ ਨੇ, ਸਰੀਰ ਤਾਂ ਨਹੀਂ ਰਹਿਣਾ, ਪਰ ਕਾਲ ਦਾ ਪ੍ਰਭਾਵ ਨਾ ਹੋਣਾ। ਜਿਵੇਂ ਬਚਨਾ ਜੰਮਣ ਮਰਨਾ ਮਿਟ ਗਿਆ, ਜੰਮਣ ਮਰਨਾ ਮਿਟ ਗਿਆ, ਕਾਲੈ ਕਾ ਕਿਛ ਨਾ ਵਸਾਏ। ਕਾਲ ਦਾ ਕੁਝ ਵਸ ਨਹੀਂ ਉਹਨਾਂ 'ਤੇ ਚੱਲਦਾ। ਹਮ ਹਰ ਰਾਖੇ ਗੁਰ ਸ਼ਬਦ ਵਿਚਾਰਿਆ। ਸਤਿਗੁਰੂ ਜੀ ਕਹਿੰਦੇ ਭਾਈ ਅਸੀਂ ਹਰੀ ਪਰਮਾਤਮਾ ਨੇ ਰੱਖ ਲਏ ਹਾਂ, ਭਾਵ ਸਾਨੂੰ ਵਾਹਿਗੁਰੂ ਨੇ ਰੱਖਿਆ, ਬਚਾ ਲਿਆ ਕਾਲ ਤੋਂ, ਕਿਉਂਕਿ ਗੁਰੂ ਦਾ ਸ਼ਬਦ ਅਸੀਂ ਵਿਚਾਰਿਆ ਹੈ। ਜਿਨ੍ਹਾਂ ਨੇ ਗੁਰੂ ਦਾ ਸ਼ਬਦ ਵਿਚਾਰਿਆ ਉਹ ਹਮ ਤਮਾਮ ਸਾਰੇ ਹਰੀ ਨੇ ਰੱਖ ਲਏ, ਬਚਾ ਲਏ। ਰਹਾਓ ਮਾਇਆ ਮੋਹੇ ਦੇਵੀ ਸਭ ਦੇਵਾ। ਇਸ ਤਰ੍ਹਾਂ ਸਾਰੀਆਂ ਦੇਵੀਆਂ ਜਿਹੜੀਆਂ 9 ਕਰੋੜ ਅਤੇ ਦੇਵਾ ਦੇਵਤੇ ਜਿਹੜੇ 33 ਕਰੋੜ ਹਨ, ਸਭ ਮਾਇਆ 'ਚ ਹੀ ਮੋਹੇ ਹੋਏ ਨੇ। ਕਾਲ ਨਾ ਛੋੜੈ ਬਿਨ ਗੁਰ ਕੀ ਸੇਵਾ। ਕਾਲ ਆਪਣਾ ਪ੍ਰਭਾਵ ਪਾਉਣੋਂ ਨਹੀਂ ਹਟਦਾ, ਕਾਲ ਇਹਨਾਂ ਨੂੰ ਛੱਡਦਾ ਨਹੀਂ ਹੈ। ਬਿਨ ਗੁਰ ਕੀ ਸੇਵਾ, ਬਿਨਾਂ ਗੁਰਾਂ ਦੀ ਸੇਵਾ ਭਗਤੀ ਕਰਨ ਤੋਂ, ਗੁਰਾਂ ਦੀ ਟਹਿਲ ਤੋਂ ਬਗੈਰ ਕਾਲ ਇਹਨਾਂ ਦਾ ਪਿੱਛਾ ਨਹੀਂ ਛੱਡਦਾ ਜੀਆਂ ਦਾ। ਉਹ ਅਬਿਨਾਸੀ ਅਲਖ ਭੇਵਾ। ਉਹ ਅਕਾਲ ਪੁਰਖ ਜੋ ਅਬਿਨਾਸੀ ਨਾਸ ਤੋਂ ਰਹਿਤ ਹੈ, ਅਲਖ ਲਖਿਆ ਨਹੀਂ ਜਾਂਦਾ, ਅਭੇਵਾ ਭੇਦ ਨਹੀਂ ਜਿਸ ਦਾ ਪਾਇਆ ਜਾਂਦਾ। ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣਾ। ਭਾਵ ਅਕਾਲ ਪੁਰਖ ਹੀ ਕਾਲ ਤੋਂ ਰਹਿਤ ਹੈ, ਅਬਿਨਾਸੀ ਹੈ, ਅਲਖ ਹੈ, ਅਭੇਵ ਹੈ। ਅਤੇ ਬਾਕੀ ਜਿੰਨੇ ਵੀ ਹਨ ਉਹਨਾਂ ਬਾਰੇ ਫਿਰ ਗਿਣ ਰਹੇ ਸਤਿਗੁਰੂ ਕਿ ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣਾ। ਆਪਣੇ ਆਪ ਨੂੰ ਸੁਲਤਾਨ ਕਹਾਉਣ ਵਾਲੇ, ਪਠਾਨ ਜਿਹੜੇ ਹਨ ਉਹਨਾਂ ਦੇ ਖਾਨ ਸਰਦਾਰ ਕਹਾਉਣ ਵਾਲੇ, ਬਾਦਸ਼ਾਹ ਕਹਾਉਣ ਵਾਲੇ ਕਿਸੇ ਨੇ ਵੀ ਨਹੀਂ ਰਹਿਣਾ ਹੈ। ਨਾਮੋਂ ਭੁੱਲੈ ਜਮ ਕਾ ਦੁੱਖ ਸਹਿਣਾ। ਜਿਹੜੇ ਵਾਹਿਗੁਰੂ ਦੇ ਨਾਮ ਵੱਲੋਂ ਭੁੱਲੇ ਹੋਏ ਨੇ, ਨਾਮ ਨੂੰ ਭੁੱਲ ਕੇ ਆਖਰ ਜਮਾਂ ਦਾ ਦੁੱਖ ਹੀ ਸਹਿਣਾ ਪੈਂਦਾ, ਸਹਾਰਨਾ ਪੈਂਦਾ। ਮੈਂ ਧਰ ਨਾਮ ਜਿਉ ਰਾਖੋ ਰਹਿਣਾ। ਵਾਹਿਗੁਰੂ ਦੇ ਸਨਮੁਖ ਬੇਨਤੀ ਕਰਨੀ ਚਾਹੀਦੀ ਹੈ ਕਿ ਹੇ ਵਾਹਿਗੁਰੂ ਜੀ, ਮੈਨੂੰ ਤਾਂ ਤੁਹਾਡੇ ਨਾਮ ਦਾ ਹੀ ਧਰ ਆਸਰਾ ਹੈ, ਮੈਨੂੰ ਨਾਮ ਦਾ ਆਸਰਾ ਬਖਸ਼ੋ। ਫਿਰ ਜਿਵੇਂ ਵੀ ਤੁਸੀਂ ਰੱਖਣਾ ਚਾਹੋ ਉਸੇ ਤਰ੍ਹਾਂ ਮੈਂ ਰਹਿਣਾ ਹੈ। ਮੈਂ ਤੁਹਾਡੇ ਹੁਕਮ ਵਿੱਚ ਹਾਂ, ਪਰ ਮੈਨੂੰ ਆਪਣੇ ਨਾਮ ਦਾ ਧਰ ਆਸਰਾ ਬਖਸ਼ਿਸ਼ ਕਰੋ। ਚੌਧਰੀ ਰਾਜੇ ਨਹੀਂ ਕਿਸੇ ਮੁਕਾਮ। ਜਿੰਨੇ ਵੀ ਮੁਸਲਮਾਨ ਸਰਦਾਰ ਹਨ, ਚੌਧਰੀ ਕਹਾਉਣ ਵਾਲੇ, ਰਾਜੇ ਕਹਾਉਣ ਵਾਲੇ, ਸਨਾਤਨੀ ਵੀਰ ਰਜਵਾੜੇ ਆਦਿਕ, ਨਹੀਂ ਕਿਸੇ ਮੁਕਾਮ। ਕਿਸੇ ਦਾ ਵੀ ਕੋਈ ਮੁਕਾਮ ਟਿਕਾਣਾ ਪੱਕਾ ਨਹੀਂ ਇਸ ਦੁਨੀਆ 'ਤੇ। ਸਾਹ ਮਰਹਿ ਸੰਚਹਿ ਮਾਇਆ ਦਾਮ। ਜਿਹੜੇ ਸ਼ਾਹੂਕਾਰ ਸ਼ਾਹ ਕਹਾਉਣ ਵਾਲੇ ਲੋਕ ਹਨ, ਮਾਇਆ ਦਮੜਿਆਂ ਨੂੰ ਸੰਚੈ ਇਕੱਤਰ ਕਰੀ ਜਾਂਦੇ ਹਨ, ਉਹ ਵੀ ਇਸ ਤਰ੍ਹਾਂ ਮਾਇਆ ਇਕੱਠੀ ਕਰਦੇ ਹੀ ਮਰ ਜਾਂਦੇ ਆ। ਮੈਂ ਧਨ ਦੀਜੈ ਹਰ ਅੰਮ੍ਰਿਤ ਨਾਮ। ਹੇ ਵਾਹਿਗੁਰੂ ਜੀ, ਮੈਨੂੰ ਵੀ ਇੱਕ ਧਨ ਬਖਸ਼ੋ। ਹੇ ਹਰੀ ਜੀ, ਤੁਹਾਡਾ ਜਿਹੜਾ ਅੰਮ੍ਰਿਤ ਨਾਮ ਹੈ ਨਾ, ਆਤਮਿਕ ਮੌਤ ਨੂੰ ਭਜਾ ਦੇਣ ਵਾਲਾ ਨਾਮ, ਆਤਮਿਕ ਜ਼ਿੰਦਗੀ ਦੇਣ ਵਾਲਾ ਮਿੱਠਾ ਅੰਮ੍ਰਿਤ ਨਾਮ, ਉਹ ਮੈਨੂੰ ਤੁਸੀਂ ਬਖਸ਼ੋ। ਰਈਅਤ ਮਹਿਰ ਮੁਕੱਦਮ ਸਿਕਦਾਰ ਹੈ। ਰਈਅਤ ਜਿਹੜੀ ਪ੍ਰਜਾ ਹੈ, ਰਈਅਤ ਵੀ, ਅਤੇ ਮਹਿਰ ਜਿਹੜੇ ਮੁਖੀਏ ਲੋਕ ਹਨ, ਜਿਵੇਂ ਪਟਵਾਰੀ ਆਦਿਕ ਹੁੰਦੇ ਹਨ, ਉਹਨਾਂ ਨੂੰ ਮਹਿਰ ਕਹਿ ਦਿੰਦੇ ਆ। ਸੋ ਇਸ ਪ੍ਰਕਾਰ ਮੁਖੀਏ ਦਾ ਅਰਥ ਹੈ। ਅਤੇ ਮੁਕੱਦਮੇਬਾਜ਼, ਮੁਕੱਦਮਿਆਂ ਦੇ ਫੈਸਲੇ ਕਰਨ ਵਾਲੇ, ਅਤੇ ਸਿਕਦਾਰ ਹੈ ਜਿਹੜੇ ਸਰਦਾਰ ਹਨ। ਨਿਹਚਲ ਕੋਈ ਨਾ ਦਿਸੈ ਸੰਸਾਰ ਹੈ। ਅਤੇ ਕੋਈ ਵੀ ਸੰਸਾਰ ਦੇ ਵਿੱਚ ਨਿਹਚਲ ਅਚਲ ਨਹੀਂ ਦਿਖਾਈ ਦਿੰਦਾ ਸਾਨੂੰ ਵੀ ਕੋਈ ਟਿਕਿਆ ਰਹੇਗਾ। ਅਫਰਿਓ ਕਾਲ ਕੂੜ ਸਿਰ ਮਾਰੈ। ਜਿਹੜਾ ਅਫਰਿਓ ਅਮੋੜ ਕਾਲ ਹੈ ਨਾ, ਇਹ ਸਿਰ ਤੋਂ ਮਾਰਦਾ ਸਾਰਿਆਂ ਨੂੰ। ਜਿਹੜੇ ਕੂੜ ਝੂਠ ਦੇ ਪੁਜਾਰੀ ਲੋਕ ਹੈ, ਝੂਠ ਰੂਪ ਵੀ ਹੋਏ ਨੇ ਸੰਸਾਰ ਦੇ ਲੋਕ, ਇਹਨਾਂ ਨੂੰ ਅਮੋੜ ਜਿਹੜਾ ਅਵੈੜਾ ਕਾਲ ਹੈ, ਇਹਨਾਂ ਦੇ ਸਿਰ 'ਤੇ ਸੱਟ ਮਾਰਦਾ ਹੈ। ਸਿਰ 'ਤੇ ਬਹਿ ਕੇ ਮਾਰਦਾ, ਸਿਰੋਂ ਮਾਰਦਾ। ਨਿਹਚਲ ਏਕ ਸੱਚਾ ਸੱਚ ਸੋਈ।
ਇੱਕੋ ਇੱਕ ਪਰਮਾਤਮਾ ਪਿੱਛੇ ਵੀ ਨਿਹਚਲ ਸੀ, ਚੱਲ ਸੀ, ਸੱਚ ਸਰੂਪ ਸੀ, ਹੁਣ ਵੀ ਸੱਚ ਹੈ, ਸੋਈ ਅੱਗੇ ਨੂੰ ਵੀ ਉਹੀ ਹੋਵੇਗਾ। ਪਿੱਛੇ ਵੀ ਸੱਚ ਸੀ, ਹੁਣ ਵੀ ਸੱਚ ਹੈ, ਸੋਈ ਉਹੀ ਅੱਗੇ ਨੂੰ ਹੋਵੇਗਾ। ਜਿਨ ਕਰ ਸਾਜੀ ਤਨਹਿ ਸਭ ਗੋਈ, ਜਿਸ ਪਰਮਾਤਮਾ ਨੇ ਕਰਕੇ ਮਾਇਆ ਰਚ ਕੇ ਤੇ ਸਾਜੀ ਹੈ ਸ੍ਰਿਸ਼ਟੀ, ਤਿਨਹਿ ਸਭ ਗੋਈ। ਉਸੇ ਪਰਮਾਤਮਾ ਨੇ ਸਾਰੀ ਅੰਤ ਨੂੰ ਸਮਾਪਤ ਕੀਤੀ ਹੈ, ਗੋਈ ਕਰਨੀ ਹੈ। ਉਸ ਦੁਆਰਾ ਇਹ ਸਾਰੀ ਸ੍ਰਿਸ਼ਟੀ ਰਚਨਾ ਦਾ ਨਾਸ ਹੁੰਦਾ। ਉਹ ਗੁਰਮੁਖ ਜਾਪੈ ਤਾਂ ਪਤ ਹੋਈ। ਤੇ ਜਿਹੜਾ ਗੁਰਾਂ ਦੇ ਸਨਮੁਖ ਹੋ ਕੇ ਉਸ ਪਰਮਾਤਮਾ ਨੂੰ ਜੋ ਜਾਪੈ ਜਾਣ ਲੈਂਦਾ ਹੈ ਅਥਵਾ ਜਪਦਾ ਹੈ ਤਾਂ ਪਤ ਹੋਈ, ਤਾਂ ਉਹਦੀ ਪਤ ਇੱਜ਼ਤ ਹੋਵੇਗੀ ਦੋਵਾਂ ਜਹਾਨਾਂ 'ਚ। ਕਾਜੀ ਸੇਖ ਭੇਖ ਫਕੀਰਾ, ਇਸਲਾਮ ਦੇ ਜਿਹੜੇ ਨਿਆਂ ਫੈਸਲੇ ਕਰਨ ਵਾਲੇ ਕਾਜੀ ਲੋਕ ਵਿਦਵਾਨ ਮੰਨੇ ਨੇ। ਇਸੇ ਤਰ੍ਹਾਂ ਸ਼ੇਖ ਜਿਹੜੇ ਹਨ ਸੋ ਬਿਰਧ ਜਾਤੀ ਵਾਲੇ ਇਸਲਾਮ ਦੇ, ਤੇ ਹੋਰ ਭੇਖਧਾਰੀ ਫਕੀਰ ਵੱਡੇ ਕਹਾਵੈ ਹਉਮੈ ਤਨ ਪੀਰਾ, ਆਪਣੇ ਆਪ ਨੂੰ ਸਾਰੇ ਵੱਡੇ ਕਹਾਉਂਦੇ ਹਨ। ਤੇ ਇਸ ਤਰ੍ਹਾਂ ਹੰਗਤਾ ਅੰਦਰ ਹੈ ਤੇ ਮਾਨੋ ਇਹੋ ਹੀ ਤਨ ਸਰੀਰ ਇੰਦਰੀਆਂ ਦੇ ਅੰਦਰ ਪੀੜਾ ਰੂਪ ਹੈ। ਜਿਹੜੀ ਹੰਗਤਾ ਹੈ ਇਹੋ ਹੀ ਪੀੜਾ ਦਿੰਦੀ ਹੈ। ਕਾਲ ਨਾ ਛੋੜੈ ਬਿਨ ਸਤਿਗੁਰੂ ਕੀ ਧੀਰਾ, ਬਿਨਾਂ ਸਤਿਗੁਰੂ ਦੀ ਬਖਸ਼ੀ ਧੀਰਜ ਤੋਂ ਜਿਹੜਾ ਕਾਲ ਹੈ ਜੀਵ ਨੂੰ ਕਿਸ ਨੂੰ ਵੀ ਛੱਡਦਾ ਨਹੀਂ ਹੈ। ਕਾਲ ਜਾਲ ਜਿਹਵਾ ਅਰ ਨੈਣੀ, ਜੀਭਾ ਤੋਂ ਝੂਠ ਬੋਲਣਾ, ਨਿੰਦਿਆ ਕਰਨੀ ਔਰ ਨੈਣਾ ਦੁਆਰਾ ਬੁਰਾਈ ਨੂੰ ਤੱਕਣਾ, ਭੈੜੀ ਨਿਗਾਹ ਦੇ ਨਾਲ ਬਗਾਨੇ ਸਰੀਰਾਂ ਨੂੰ ਤੱਕਣਾ, ਇਹ ਕਾਲ ਦਾ ਜਾਲ ਨੇਤਰਾਂ ਨੂੰ ਵੀ ਪਿਆ ਹੋਇਆ, ਜੀਭ ਨੂੰ। ਕਾਨੀ ਕਾਲ ਸੁਣੈ ਬਿਖ ਬੈਣੀ, ਕੰਨਾਂ ਨੂੰ ਵੀ ਕਾਲ ਨਹੀਂ ਆਪਣੇ ਵੱਸ ਕੀਤਾ ਹੋਇਆ। ਜਿਹੜਾ ਜੀਵ ਸੁਣਦਾ ਹੈ ਬਿਖ ਜ਼ਹਿਰੀਲੇ ਬੈਣੀ ਬਚਨਾਂ ਨੂੰ, ਜਿਹੜੇ ਜ਼ਹਿਰੀਲੇ ਜ਼ਹਿਰ ਬਚਨ ਸੁਣਦਾ ਨਾ, ਨਿੰਦਿਆ ਚੁਗਲੀ ਵਿਕਾਰਾਂ ਦੇ ਬਚਨ ਸੁਣਦਾ, ਇਹ ਵੀ ਕੰਨਾਂ ਨੂੰ ਕਾਲ ਨੇ ਕਾਬੂ ਕੀਤਾ ਹੋਇਆ। ਬਿਨ ਸ਼ਬਦੈ ਮੂਠੇ ਦਿਨ ਰਹਿਣੀ, ਗੁਰਾਂ ਦੇ ਸ਼ਬਦ ਤੋਂ ਬਗੈਰ ਦਿਨੇ ਰਾਤ ਇਹ ਜੀਵ ਮੁੱਠੇ ਲੁੱਟੇ ਜਾ ਰਹੇ ਹਨ। ਹਿਰਦੈ ਸਾਚ ਵਸੈ ਹਰ ਨਾਏ, ਜਿਨ੍ਹਾਂ ਦੇ ਹਿਰਦੇ ਅੰਦਰ ਸੱਚ ਸਰੂਪ ਪਰਮੇਸ਼ਰ ਦੇ ਹਰੀ ਦਾ ਨਾਮ ਵਸ ਜਾਂਦਾ ਹੈ। ਕਾਲ ਨਾ ਜੋਹਿ ਸਕੈ ਗੁਣ ਗਾਏ, ਤੇ ਨਾਲ ਉਹ ਗੁਰਮੁਖ ਗੁਣ ਗਾਉਂਦਾ ਪਰਮੇਸ਼ਰ ਦੇ। ਹਿਰਦੇ 'ਚ ਸੱਚਾ ਨਾਮ ਵਸਿਆ ਹੋਇਆ ਹਰੀ ਦਾ, ਜੀਵਾ ਤੋਂ ਵੀ ਗੁਣ ਗਾਉਂਦਾ ਪਰਮੇਸ਼ਰ ਦੇ। ਇਸ ਤਰ੍ਹਾਂ ਫਿਰ ਉਹਨੂੰ ਜਿਹੜਾ ਕਾਲ ਹੈ ਜੋ ਨਹੀਂ ਸਕਦਾ। ਜੋਹਣਾ ਹੁੰਦਾ ਚੰਗੀ ਤਰ੍ਹਾਂ ਤਾੜਨਾ, ਜੋਖਣ ਸ਼ਬਦ ਤੋਂ ਬਣਿਆ ਜੋਹਣਾ। ਸੋ ਇਸ ਪ੍ਰਕਾਰ ਨਜ਼ਰ ਪਾ ਕੇ ਜਿਵੇਂ ਕਿਸੇ ਨੂੰ ਜੋਖੀ ਦਾ ਵੀ ਇਹ ਕਿਹੋ ਜਿਹਾ ਪਤਲਾ ਲੰਮਾ ਚੌੜਾ ਮੋਟਾ ਜਾਂ ਕਿਹੋ ਜਿਹੇ ਦੇ ਕਰਮ ਹੈ, ਇਸ ਤਰ੍ਹਾਂ ਜੋਖਣਾ ਮਨ ਹੀ ਮਨ। ਸੋ ਇਸ ਤਰ੍ਹਾਂ ਕਾਲ ਚੰਗੀ ਤਰ੍ਹਾਂ ਨਜ਼ਰ ਪਾ ਕੇ ਉਹਨਾਂ ਵੱਲ ਵੇਖ ਨਹੀਂ ਸਕਦਾ ਜਿਹੜਾ ਗੁਣ ਗਾਉਂਦਾ ਪਰਮੇਸ਼ਰ ਦੇ। ਨਾਨਕ ਗੁਰਮੁਖ ਸ਼ਬਦ ਸਮਾਏ, ਸਤਿਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ ਕਿ ਗੁਰਾਂ ਦੇ ਸਨਮੁਖ ਹੋਣ ਵਾਲਾ ਜਿਹੜਾ ਗੁਰਮੁਖ ਹੈ ਉਹ ਗੁਰੂ ਦੇ ਸ਼ਬਦ ਵਿੱਚ ਹੀ ਸਮਾਇਆ ਰਹਿੰਦਾ ਹੈ। ਜਿਹੜਾ ਸ਼ਬਦ ਸਮਾਇਆ ਰਹਿੰਦਾ ਉਹਦੇ 'ਤੇ ਕਾਲ ਆਪਣਾ ਪ੍ਰਭਾਵ ਨਹੀਂ ਪਾ ਸਕਦਾ, ਕਿਉਂਕਿ ਹਿਰਦੇ 'ਚ ਸੱਚਾ ਨਾਮ ਹੈ, ਮੁਖ ਤੋਂ ਗੁਣ ਗਾਉਂਦਾ ਗੁਰੂ ਦੇ ਸ਼ਬਦ ਦੁਆਰਾ ਪ੍ਰੇਮ ਕਰਕੇ ਪ੍ਰਮਾਤਮਾ ਵਿੱਚ ਹੀ ਸਮਾ ਜਾਂਦਾ ਹੈ। ਉਹ ਕਾਲ ਤੋਂ ਬਚ ਜਾਂਦਾ ਹੈ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।